ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆਂ, ਬਾਕੀ ਜਿੰਨਾ ਰਹੀ। ਅਜ਼ਰਾਈਲ ਫਰੇਸ਼ਤਾ, ਹੋਸੀ ਆਏ ਤਈ। ਆਵਣ ਜਾਣ ਨਾ ਸੁਝਈ, ਭੀੜੀ ਗਲੀ ਫਹੀ। ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਰਮ ਕਿਰਪਾਲੂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਇਹ ਜੋ ਦਿਨ ਚੱਲ ਰਹੇ ਨੇ, ਕੱਲ੍ਹ ਦਾ ਦਿਨ ਯੈਸਟਰਡੇ, ਅੱਜ ਦਾ ਦਿਨ ਤੇ ਆਉਣ ਵਾਲੇ ਦੇ ਜਿਹੜੇ 2 ਦਿਨ ਨੇ, ਇਹ 3-4 ਦਿਨ ਇਤਿਹਾਸਿਕ ਤੌਰ ਤੇ ਬੜੀ ਖਾਸ ਮਹੱਤਤਾ ਰੱਖਦੇ ਨੇ। ਇਹ ਉਹ ਦਿਨ ਨੇ ਜਿਨ੍ਹਾਂ ਦਿਨਾਂ ਦਾ ਸੰਬੰਧ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਹੈ। ਕੀ ਖਾਸ ਮਹੱਤਤਾ ਹੈ ਇਹਨਾਂ ਦਿਨਾਂ ਦੀ? ਇਤਿਹਾਸਕ ਪੱਖ ਤੋਂ ਇਹਨਾਂ ਦਿਨਾਂ ਦੇ ਨਾਲ ਕੀ ਸੰਬੰਧ ਹੈ? ਕੀ ਹੋਇਆ ਸੀ ਇਸ ਦਿਨ ਕਿ ਸਾਰਾ ਸੰਸਾਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ ਹੈ, ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਾਵਨ ਜਨਮ ਸਥਾਨ ਨੂੰ ਜ਼ਰੂਰ ਯਾਦ ਕਰਦਾ ਹੈ। ਇਹੀ ਸਾਧ ਸੰਗਤ ਜੀ ਵਿਚਾਰ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝੇ ਕਰਨੇ ਨੇ। ਖਿਆਲ ਕਰਿਓ, ਅੱਜ ਪੂਰਾ 100 ਸਾਲ ਹੋ ਚੁੱਕਾ ਹੈ। ਇਹ ਪਹਿਲੀ ਸ਼ਤਾਬਦੀ ਹੈ ਸ੍ਰੀ ਨਨਕਾਣਾ ਸਾਹਿਬ ਜੀ ਦੀ। 1921 ਦੇ ਵਿੱਚ, 1921 ਦੇ ਵਿੱਚ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਕਾ ਹੋਇਆ ਸੀ ਤੇ ਅੱਜ 2021 ਦੇ ਵਿੱਚ ਪੂਰੇ 100 ਸਾਲ ਹੋ ਚੁੱਕੇ ਨੇ। ਆਓ ਸਾਧ ਸੰਗਤ, ਉਸ ਪਾਵਨ ਸਥਾਨ ਤੇ ਕੀ ਭਾਣਾ ਵਾਪਰਿਆ, ਕਿਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਗੁਰੂ ਘਰ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨ ਕੀਤੀਆਂ, ਉਹ ਸ਼ਹੀਦੀ ਗਾਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ, ਕਰੀਏ ਬੇਨਤੀ, ਹੈ ਮੇਰੇ ਮਾਲਕ ਰਹਿਮਤ ਕਰਨੀ, ਮਨ ਦਾ ਟਿਕਾ ਬਖਸ਼ਿਸ਼ ਕਰਨਾ, ਤਾਂ ਕਿ ਟਿਕ ਕੇ ਉਹਨਾਂ ਸ਼ਹੀਦਾਂ ਦੀਆਂ ਗਾਥਾਵਾਂ ਨੂੰ
ਸੁਣ ਕੇ ਜੀਵਨ ਦੇ ਵਿੱਚ ਧਾਰਨ ਕਰ ਸਕੀਏ। ਆਓ ਸਾਧ ਸੰਗਤ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਸੀਸ ਝੁਕਾਉਂਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਵਚਨ ਕਿਹਾ। ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਵੀ ਪਾਵਨ ਚਰਨ ਪਾਏ, ਉਹ ਜਗ੍ਹਾ, ਉਹ ਸਥਾਨ ਪੂਜਣ ਯੋਗ ਹੋ ਗਏ। ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਜੀ ਜਾ ਕੇ ਵਿਰਾਜਮਾਨ ਹੋ ਗਏ, ਉਹ ਥਾਨ ਸੁਹਾਵਣਾ ਹੋ ਗਿਆ, ਪੂਜਣ ਯੋਗ ਹੋ ਗਿਆ। ਤੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ ਹੋਵੇ, ਉਹ ਧਰਤੀ, ਉਹ ਜਗ੍ਹਾ ਤਾਂ ਆਟੋਮੈਟਿਕਲੀ ਹੀ ਪੂਜਣ ਯੋਗ ਹੋਏਗੀ। ਤੇ ਸਾਧ ਸੰਗਤ, ਜੋ ਉਸ ਪਾਵਨ ਸਥਾਨ ਦੇ ਉੱਤੇ ਭਾਣਾ ਵਾਪਰਿਆ, ਸਾਕਾ ਹੋਇਆ, ਉਸ ਪਾਵਨ ਸਾਕੇ ਨੂੰ ਆਪਾਂ ਤਿੰਨਾਂ ਹਿੱਸਿਆਂ ਦੇ ਵਿੱਚ, ਤਿੰਨ ਪਾਰਟਸ ਦੇ ਵਿੱਚ ਵੰਡ ਸਕਦੇ ਹਾਂ। ਤਿੰਨਾਂ ਪਾਰਟਸ ਦੇ ਥਰੂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਪਾਵਨ ਜਗ੍ਹਾ ਦੇ ਉੱਤੇ ਉੱਥੋਂ ਦੇ ਪਹਿਲੇ ਹਾਲਾਤ ਕੀ ਸੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਸ ਨੂੰ ਰਾਏ ਭੋਈ ਦੀ ਤਲਵੰਡੀ ਕਿਹਾ ਜਾਂਦਾ ਸੀ, ਉਹ ਨਨਕਾਣਾ ਸਾਹਿਬ ਕਿਵੇਂ ਬਣ ਗਈ, ਤਲਵੰਡੀ ਨਗਰ ਕਿਸ ਨੇ ਵਸਾਇਆ। ਦੂਜੇ ਪਾਰਟ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੇ ਪਾਵਨ ਗੁਰੂ ਘਰ ਬਣਾਏ, ਜਿਹੜੇ ਗੁਰਦੁਆਰੇ ਹੋਂਦ ਵਿੱਚ ਆਏ, ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਚੱਲਦਾ ਰਿਹਾ ਤੇ ਕਿੰਨਾ ਕਿੰਨਾ ਦੇ ਕੋਲ ਜਾਂਦਾ ਰਿਹਾ। ਤੇ ਤੀਜੇ ਹਿੱਸੇ ਦੇ ਵਿੱਚ ਆਪਾਂ ਸ਼ਹੀਦੀ ਸਾਕੇ ਦੀ ਵਿਚਾਰ ਕਰਾਂਗੇ। ਸਾਧ ਸੰਗਤ, ਜਿਹੜਾ ਗੁਰਦੁਆਰੇ ਦੇ ਪ੍ਰਬੰਧ ਦਾ ਸੰਬੰਧ ਹੈ ਨਾ, ਉਹਦੇ ਰਾਹੀਂ ਹੀ ਸਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ, ਕਿਹੜੇ ਹਾਲਾਤ ਉਸ ਸਮੇਂ ਤੇ ਕ੍ਰੀਏਟ ਹੋ ਚੁੱਕੇ ਸਨ, ਜਿਨ੍ਹਾਂ ਦੇ ਕਰਕੇ ਸਿੰਘਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਗੁਰੂ ਘਰਾਂ ਵਾਸਤੇ। ਤੇ ਸਮਝ ਇਸ ਸਾਕੇ ਦੀ ਪੂਰੀ ਤਰ੍ਹਾਂ ਤਾਂ ਹੀ ਪਏਗੀ ਜੇਕਰ ਆਪਾਂ ਪੂਰੀ ਡਿਟੇਲ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤਾਂ ਹੀ ਇਸ ਪਾਵਨ ਸਾਕੇ ਨੂੰ ਸਮਝਣ ਵਾਸਤੇ ਤਿੰਨ ਹਿੱਸਿਆਂ ਦੇ ਵਿੱਚ ਮੈਂ ਡਿਵਾਈਡ ਕੀਤਾ ਹੈ। ਤੇ ਪਹਿਲੇ ਸਾਕੇ ਦੇ ਵਿੱਚ, ਪਹਿਲੇ ਭਾਗ ਦੇ ਵਿੱਚ ਆਏਗਾ ਜੀ ਕਿ ਨਨਕਾਣਾ ਸਾਹਿਬ ਦਾ ਪਿਛੋਕੜ, ਬੈਕਗਰਾਉਂਡ ਆਫ ਨਨਕਾਣਾ ਸਾਹਿਬ। ਇਤਿਹਾਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਜਦੋਂ ਅਲਾਉਦੀਨ ਖਿਲਜੀ ਨੇ ਜੈਸਲਮੇਰ ਦੇ ਇਲਾਕੇ ਦੇ ਵਿੱਚ, ਰਾਜਪੂਤਾਨੇ ਦੇ ਵਿੱਚ ਹਮਲਾ ਕੀਤਾ, ਉਸ ਜਗ੍ਹਾ ਦੇ ਉੱਤੇ ਜੈਸਲ ਰਾਵਲ ਨਾਂ ਦਾ ਇੱਕ ਸ਼ਖਸ ਰਹਿੰਦਾ ਹੈ, ਉਹਦਾ ਇਲਾਕਾ ਹੈ, ਉਹਦਾ ਪੁੱਤਰ ਹੈ ਅੱਗੋਂ ਰਾਣਾ ਰਾਏ। ਰਾਣਾ ਰਾਏ ਨੇ ਇਸ ਅਲਾਉਦੀਨ ਖਿਲਜੀ ਦਾ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ। ਧਿਆਨ ਦੇ ਨਾਲ ਸਾਧ ਸੰਗਤ, ਇਤਿਹਾਸਿਕ ਫੈਕਟ ਨੇ, ਇਹਨਾਂ ਨੂੰ ਜੇਕਰ ਆਪਾਂ ਧਿਆਨ ਦੇ ਨਾਲ ਸੁਣਾਂਗੇ ਤਾਂ ਚੰਗੀ ਤਰ੍ਹਾਂ ਸਮਝ ਪਏਗੀ। ਪਿਛੋਕੜ ਕੀ ਹੈ ਤਲਵੰਡੀ ਦਾ ਜਾਂ ਨਨਕਾਣਾ ਸਾਹਿਬ ਦਾ। ਜੈਸਲ ਰਾਵਲ ਦਾ ਮੁੰਡਾ ਹੈ, ਪੁੱਤਰ ਹੈ ਰਾਣਾ ਰਾਏ। ਇਸ ਰਾਣਾ ਰਾਏ ਨੇ ਅਲਾਉਦੀਨ ਖਿਲਜੀ ਦੇ ਉਸ ਹਮਲੇ ਦਾ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ। ਹਾਲਾਂਕਿ ਇਹ ਰਾਣਾ ਰਾਏ ਹਾਰ ਗਿਆ, ਪਰ ਲੜਿਆ ਬੜੀ ਬਹਾਦਰੀ ਦੇ ਨਾਲ, ਕਿਉਂਕਿ ਇਹਦੇ ਕੋਲ ਫੌਜ ਵੀ ਘੱਟ ਸੀ ਤੇ ਇਹਦੇ ਕੋਲ ਇੱਦਾਂ ਕਹਿ ਲਈਏ ਕਿ ਲੜਾਈ ਦਾ ਸਮਾਨ ਵੀ ਘੱਟ ਸੀ। ਦੂਜੇ ਪਾਸੇ ਅਲਾਉਦੀਨ ਖਿਲਜੀ ਦੀ ਫੌਜ ਵੀ ਬਹੁਤ ਭਾਰੀ ਹੈ, ਬਹੁਤ ਤਕੜੀ ਹੈ, ਤੇ ਉਹਦੇ ਕੋਲ ਜਿਹੜਾ ਸਮਾਨ ਹੈ, ਤੋਪਾਂ ਵਗੈਰਾ, ਉਹ ਵੀ ਕਾਫੀ ਹੈ। ਹਾਰਿਆ। ਹਾਰਨ ਤੋਂ ਬਾਅਦ ਵੀ ਅਲਾਉਦੀਨ ਖਿਲਜੀ ਨੇ ਇਸ ਰਾਣਾ ਰਾਏ ਨੂੰ ਬੁਲਾਇਆ ਤੇ ਬੁਲਾ ਕੇ ਇਸ ਰਾਣਾ ਰਾਏ ਦੀ ਅਲਾਉਦੀਨ ਖਿਲਜੀ ਜਿਹੜਾ ਉਹ ਵਡਿਆਈ ਕਰਦਾ ਹੈ। ਕਹਿਣ ਲੱਗਾ, ਉਮਰ ਤਾਂ ਤੇਰੀ ਭਾਵੇਂ ਛੋਟੀ ਹੈ, ਕੋਈ 22-23 ਸਾਲ ਦਾ ਇਹ ਮੁੰਡਾ ਸੀ ਰਾਣਾ ਰਾਏ। ਕਹਿੰਦਾ, ਉਮਰ ਤਾਂ ਤੇਰੀ ਭਾਵੇਂ ਛੋਟੀ ਹੈ, ਪਰ ਤੂੰ ਲੜਿਆ ਬੜੀ ਬਹਾਦਰੀ ਦੇ ਨਾਲ ਹੈ, ਬੜਾ ਨਿਡਰ ਹੈ, ਅੰਦਰੋਂ ਬੜਾ ਸਟਰੋਂਗ ਹੈ ਤੂੰ। ਕਹਿੰਦਾ ਕਿ ਇਦਾਂ ਕਰ, ਤੂੰ ਦੀਨ ਇਸਲਾਮ ਕਬੂਲ ਕਰ, ਇਸਲਾਮ ਧਰਮ ਦੇ ਵਿੱਚ ਆ ਜਾ, ਤੇ ਮੈਂ ਤੈਨੂੰ ਪੰਜਾਬ ਦੇ ਵਿੱਚ 1.5 ਲੱਖ ਏਕੜ, ਸਮਝਦੇ ਹੋਵੋਗੇ 1.5 ਲੱਖ ਏਕੜ, 1.5 ਲੱਖ ਏਕੜ ਜ਼ਮੀਨ ਜਿਹੜੀ ਹੈ ਮੈਂ ਪੰਜਾਬ ਦੇ ਵਿੱਚ ਤੈਨੂੰ ਦੇਵਾਂਗਾ। ਰਾਣਾ ਰਾਏ ਇਸਲਾਮ ਕਬੂਲ ਕਰਦਾ ਹੈ ਤੇ ਇਸ ਨੂੰ ਅਲਾਉਦੀਨ ਖਿਲਜੀ ਵੱਲੋਂ 1.5 ਲੱਖ 1.5 ਲੱਖ ਜ਼ਮੀਨ ਜਿਹੜੀ ਆ ਏਕੜ ਉਹ ਮਿਲਦੀ ਹੈ। ਇਹ ਰਾਣਾ ਰਾਏ ਉੱਥੋਂ ਚੱਲ ਕੇ ਰਾਜਸਥਾਨ ਦਾ ਜਿਹੜਾ ਇਲਾਕਾ ਹੈ, ਰਾਜਪੂਤਾਨੇ ਦਾ ਜਿਹੜਾ ਇਲਾਕਾ ਹੈ, ਉਹਨੂੰ ਛੱਡ ਕੇ ਪੰਜਾਬ ਦੇ ਵਿੱਚ ਆਂਦਾ ਹੈ। ਕਿਉਂਕਿ ਤੁਹਾਨੂੰ ਪਤਾ ਹੈ 1947 ਤੋਂ ਪਹਿਲਾਂ ਸਾਰਾ ਇਲਾਕਾ ਇਕੱਠਾ ਹੋਇਆ ਕਰਦਾ ਸੀ, ਜਿਹੜਾ
ਅੰਮ੍ਰਿਤਸਰ ਦਾ ਇਲਾਕਾ ਕਹਿ ਲਈਏ ਜਾਂ ਮੌਜੂਦਾ ਇੰਡੀਆ ਦਾ ਜਿਹੜਾ ਪੰਜਾਬ ਹੈ ਅਤੇ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ, ਇਹ ਦੋਨੋਂ ਇਕੱਠੇ ਹੋਇਆ ਕਰਦੇ ਸਨ, ਇੱਕੋ ਪੰਜਾਬ ਹੋਇਆ ਕਰਦਾ ਸੀ। ਇਸ ਪੰਜਾਬ ਦੇ ਇਲਾਕੇ ਦੇ ਵਿੱਚ ਆਣ ਕੇ ਇਸ ਨੇ ਰਹਿਣਾ ਸ਼ੁਰੂ ਕੀਤਾ। ਪੰਜਾਬ ਦੇ ਵਿੱਚ ਇੱਕ ਪਿੰਡ ਹੋਇਆ ਕਰਦਾ ਸੀ ਰਾਏਪੁਰ। ਹੁਣ ਜਿਹੜਾ ਰਾਣਾ ਰਾਏ ਆ ਨਾ, ਰਾਣਾ ਰਾਏ ਜਦੋਂ ਰਾਏਪੁਰ ਦੇ ਵਿੱਚ ਆਣ ਕੇ ਰਹਿੰਦਾ ਹੈ ਤੇ ਇਹਦੇ ਨਾਲ ਇੱਕ ਹੋਰ ਸ਼ਖਸ ਆਉਂਦਾ ਹੈ, ਉਹਦਾ ਨਾਮ ਹੈ ਜੀ ਰਾਮ ਨਾਰਾਇਣ। ਧਿਆਨ ਦਿਓ ਸਾਧ ਸੰਗਤ, ਨਾਮ ਬੜੇ ਜ਼ਰੂਰੀ ਹੁੰਦੇ ਨੇ ਹਿਸਟਰੀ ਦੇ ਵਿੱਚ। ਰਾਣਾ ਰਾਏ ਇਸਲਾਮ ਕਬੂਲ ਕਰਨ ਤੋਂ ਬਾਅਦ ਅਲਾਉਦੀਨ ਖਿਲਜੀ ਦੇ ਕੋਲੋਂ ਜ਼ਮੀਨ ਲੈ ਕੇ ਪੰਜਾਬ ਦੇ ਵਿੱਚ ਰਾਏਪੁਰ ਦੇ ਸਥਾਨ ਤੇ ਆਉਂਦਾ ਹੈ। ਇਹਦੇ ਨਾਲ ਇੱਕ ਹੋਰ ਸ਼ਖਸ ਆਉਂਦਾ ਹੈ, ਇੱਕ ਪਰਸਨ ਆਉਂਦਾ ਹੈ, ਉਹਦਾ ਨਾਂ ਹੈ ਰਾਮ ਨਾਰਾਇਣ। ਰਾਮ ਨਾਰਾਇਣ ਦਾ ਕੰਮ ਕੀ ਹੈ? ਇਹ ਜ਼ਮੀਨ ਦਾ ਹਿਸਾਬ ਕਿਤਾਬ ਰੱਖਦਾ ਹੈ। ਇਹਦੇ ਕੋਲ ਰਾਣਾ ਰਾਏ ਦੀ ਜ਼ਮੀਨ ਦਾ ਸਾਰਾ ਹਿਸਾਬ ਕਿਤਾਬ ਹੈ ਜੀ। ਰਾਏਪੁਰ ਦੇ ਵਿੱਚ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ। ਜਿਹੜਾ ਰਾਮ ਨਾਰਾਇਣ ਹੈ ਨਾ, ਇਹਦੇ ਘਰੇ ਔਲਾਦ ਪੈਦਾ ਹੁੰਦੀ ਹੈ, ਉਹਦਾ ਨਾਮ ਰੱਖਿਆ ਜਾਂਦਾ ਹੈ ਸ਼ਿਵ ਨਾਰਾਇਣ। ਇਧਰੋਂ ਰਾਣਾ ਰਾਏ ਦੇ ਘਰੇ ਪੁੱਤਰ ਪੈਦਾ ਹੁੰਦਾ ਹੈ ਤੇ ਉਹਦਾ ਨਾਂ ਹੁੰਦਾ ਹੈ ਸਾਧ ਸੰਗਤ ਰਾਏ ਭੋਏ। ਖਿਆਲ ਕਰਿਓ, ਰਾਏ ਭੋਏ ਦੀ ਤਲਵੰਡੀ। ਰਾਏਪੁਰ ਦੇ ਵਿੱਚ ਰਾਣਾ ਰਾਏ ਆਇਆ ਹੈ ਤੇ ਰਾਣਾ ਰਾਏ ਦਾ ਪੁੱਤਰ ਹੈ ਰਾਏ ਭੋਏ। ਰਾਣਾ ਰਾਏ ਦੇ ਨਾਲ ਇੱਕ ਆਦਮੀ ਹੈ ਜਿਹੜਾ ਉਹਦੀ ਜ਼ਮੀਨ ਦਾ ਪ੍ਰਬੰਧ ਸੰਭਾਲਦਾ ਹੈ, ਉਹਦਾ ਨਾਂ ਹੈ ਰਾਮ ਨਾਰਾਇਣ। ਤੇ ਰਾਮ ਨਾਰਾਇਣ ਦੇ ਘਰੇ ਪੁੱਤਰ ਪੈਦਾ ਹੁੰਦਾ ਹੈ, ਉਹਦਾ ਨਾਮ ਹੈ ਸ਼ਿਵ ਨਾਰਾਇਣ। ਖਿਆਲ ਕਰਿਓ, ਰਾਏ ਭੋਏ ਆਪਣੇ ਨਾਂ ਦੇ ਉੱਤੇ ਨਗਰ ਵਸਾਉਂਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਰਾਏ ਭੋਏ ਦੀ ਤਲਵੰਡੀ। ਇੱਥੋਂ ਰਾਏ ਭੋਏ ਦੀ ਤਲਵੰਡੀ ਬਣਦੀ ਹੈ। ਰਾਣਾ ਰਾਏ ਦਾ ਪੁੱਤਰ ਰਾਏ ਭੋਏ ਹੈ। ਰਾਏ ਭੋਏ ਆਪਣੇ ਨਾਮ ਦੇ ਉੱਤੇ ਤਲਵੰਡੀ ਵਸਾਉਂਦਾ ਹੈ। ਤੇ ਜਦੋਂ ਤਲਵੰਡੀ ਵਸਾਈ ਤੇ ਰਾਮ ਨਾਰਾਇਣ ਜਿਹੜਾ ਹੈ ਉਹਦੀ ਜ਼ਮੀਨ ਦਾ ਪ੍ਰਬੰਧ ਸੰਭਾਲਦਾ ਪਿਆ ਹੈ। ਉਹਦੇ ਤੋਂ ਬਾਅਦ ਸ਼ਿਵ ਨਾਰਾਇਣ ਦੇ ਕੋਲ ਪ੍ਰਬੰਧ ਆਉਂਦਾ ਹੈ। ਸ਼ਿਵ ਨਾਰਾਇਣ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ, ਉਹਦਾ ਨਾਂ ਰੱਖਿਆ ਜਾਂਦਾ ਹੈ ਕਾਲੂ। ਕੀ ਨਾਂ ਰੱਖਿਆ ਜਾਂਦਾ ਜੀ? ਕਾਲੂ। ਤੇ ਜਿਹੜਾ ਅੱਗੇ ਮਹਿਤਾ ਲਫ਼ਜ਼ ਜੁੜਦਾ ਹੈ ਨਾ, ਮਹਿਤਾ ਕਲਿਆਣ ਜਾਂ ਮਹਿਤਾ ਕਾਲੂ ਜੀ ਆਪਾਂ ਕਹਿੰਦੇ ਹਾਂ ਸਤਿਕਾਰ ਦੇ ਨਾਲ। ਇਸ ਮਹਿਤਾ ਲਫ਼ਜ਼ ਦਾ ਜਿਹੜਾ ਸੰਬੰਧ ਹੈ ਉਹ ਜ਼ਮੀਨ ਦੇ ਨਾਲ ਹੈ, ਕਿਉਂਕਿ ਪਿਤਾ ਜੀ ਜਿਹੜੇ ਨੇ ਉਹ ਵੀ ਜ਼ਮੀਨ ਦਾ ਪ੍ਰਬੰਧ ਸੰਭਾਲਦੇ ਨੇ। ਤੇ ਜਦੋਂ ਕਾਲੂ ਜੀ ਵੱਡੇ ਹੁੰਦੇ ਨੇ ਤੇ ਇਹ ਵੀ ਆਪਣੇ ਪਿਤਾ ਵਾਲਾ ਜਿਹੜੀ ਕੰਮ ਹੈ ਉਹ ਕਰਨ ਲੱਗ ਪੈਂਦੇ ਨੇ। ਤੇ ਇਹਨਾਂ ਦੇ ਨਾਮ ਦੇ ਅੱਗੇ ਲੱਗਦਾ ਮਹਿਤਾ। ਮਹਿਤਾ ਮੀਨਸ ਉਹ ਇਨਸਾਨ ਜਿਹਦੇ ਕੋਲ ਜ਼ਮੀਨ ਦਾ ਸਾਰਾ ਪ੍ਰਬੰਧ ਹੈ, ਜਿਹੜਾ ਸਾਰਾ ਹਿਸਾਬ ਕਿਤਾਬ ਰੱਖਦਾ ਹੈ ਕਿ ਕਿਹੜੀ ਜ਼ਮੀਨ ਕਿੱਥੇ ਹੈ, ਜਿਸ ਨੂੰ ਪੰਜਾਬੀ ਦੇ ਵਿੱਚ ਪਟਵਾਰੀ ਵੀ ਕਿਹਾ ਜਾਂਦਾ ਹੈ, ਪਟਵਾਰੀ। ਸ਼ਿਵ ਨਾਰਾਇਣ ਦੇ ਘਰੇ ਮਹਿਤਾ ਕਾਲੂ ਜੀ ਦਾ ਜਨਮ ਹੁੰਦਾ ਹੈ। ਤੇ ਮਹਿਤਾ ਕਾਲੂ ਜੀ ਦੇ ਘਰ ਸਾਧ ਸੰਗਤ 1469 ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਥਾਨ ਹੈ ਰਾਏ ਭੋਏ ਦੀ ਤਲਵੰਡੀ। ਉਹ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਰਾਣਾ ਰਾਏ ਦੇ ਪੁੱਤਰ ਰਾਏ ਭੋਏ ਨੇ ਵਸਾਇਆ ਹੈ। ਤੇ ਹੁਣ ਰਾਏ ਭੋਏ ਚੜ੍ਹਾਈ ਕਰ ਚੁੱਕਾ ਹੈ, ਉਹਦੀ ਡੈਥ ਹੋ ਚੁੱਕੀ ਹੈ। ਤੇ ਰਾਏ ਭੋਏ ਦਾ ਅੱਗੋਂ ਪੁੱਤਰ ਹੈ, ਉਹਦਾ ਨਾਂ ਹੈ ਜੀ ਰਾਏ ਬੁਲਾਰ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੁੰਦਾ ਹੈ 1469 ਦੇ ਵਿੱਚ। ਤੇ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਸੰਸਾਰ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਹੈ ਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਵਹਿਮਾਂ ਭਰਮਾਂ ਦਾ ਹਨੇਰਾ ਖਤਮ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਲੋਕਾਂ ਨੂੰ ਸੱਚ ਦੇ ਨਾਲ ਜੋੜਦੇ ਨੇ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਰਾਏ ਬੁਲਾਰ ਜਿਹੜਾ ਰਾਏ ਭੋਏ ਦਾ ਪੁੱਤਰ ਹੈ, ਉਹ ਕੁਝ ਐਸੇ ਕੌਤਕ ਹੈਰਾਨੀਜਨਕ ਦੇਖਦਾ ਹੈ ਤਲਵੰਡੀ ਦੇ ਵਿੱਚ, ਜਿਨ੍ਹਾਂ ਨੂੰ ਦੇਖ ਕੇ ਇਹਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਬੜਾ ਸਤਿਕਾਰ, ਬੜਾ ਅਦਬ ਪੈਦਾ ਹੁੰਦਾ ਹੈ। ਕੁਝ ਕੁ ਘਟਨਾਵਾਂ ਹੁੰਦੀਆਂ ਨੇ, ਆਪ ਸਰਬੱਤ ਸੰਗਤ ਜਾਣੂ। ਸਤਿਗੁਰੂ ਜੀ ਪਸ਼ੂ ਚਾਰਨ ਵਾਸਤੇ ਖੇਤਾਂ ਦੇ ਵਿੱਚ ਜਾਂਦੇ ਨੇ, ਪਸ਼ੂ ਚਰਦੇ ਪਏ ਨੇ, ਆਪ ਇੱਕ ਦਰਖਤ ਦੇ ਥੱਲੇ ਲੇਟ ਜਾਂਦੇ ਨੇ, ਆਰਾਮ ਕਰਦੇ ਨੇ। ਤੇ ਇੱਕ ਸੱਪ ਉਹ ਗੁਰੂ ਨਾਨਕ ਸਾਹਿਬ ਨੂੰ ਛਾਂ ਕਰਦਾ ਹੈ। ਕੀ ਦੇਖਦੇ ਨੇ ਕਿ ਇੱਕ ਜੱਟ ਦੀ, ਇੱਕ ਕਿਸਾਨ ਦੀ ਪੈਲੀ ਦੇ ਵਿੱਚ, ਖੇਤ ਦੇ ਵਿੱਚ ਪਸ਼ੂ ਚਲੇ ਜਾਂਦੇ ਨੇ। ਉਹ ਜਾ ਕੇ ਸ਼ਿਕਾਇਤ ਕਰਦਾ ਹੈ ਰਾਏ ਬੁਲਾਰ ਨੂੰ ਕਿ ਨਾਨਕ ਨੇ ਮੇਰੇ ਖੇਤ ਉਜਾੜ ਦਿੱਤੇ ਨੇ, ਇਹਦੇ ਪਸ਼ੂਆਂ ਨੇ ਮੇਰੇ ਖੇਤ ਉਜਾੜ ਦਿੱਤੇ ਨੇ। ਤੇ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਕੀ ਲੱਭਦਾ ਹੈ, ਕੀ ਪਤਾ ਚੱਲਦਾ ਹੈ ਕਿ ਉਸ ਕਿਸਾਨ ਦੇ ਜਿਹੜੇ ਖੇਤ ਨੇ ਉਹ ਬਿਲਕੁਲ ਸਹੀ ਸਲਾਮਤ ਨੇ, ਕੋਈ ਨੁਕਸਾਨ ਨਹੀਂ ਹੋਇਆ। ਇਹ ਜਿਹੜੀਆਂ ਘਟਨਾਵਾਂ ਤਲਵੰਡੀ ਦੇ ਵਿੱਚ ਹੋਈਆਂ ਨੇ ਨਾ,
ਇਹਨਾਂ ਘਟਨਾਵਾਂ ਨੇ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਬੜਾ ਡੂੰਘਾ ਪ੍ਰਭਾਵ ਪਾਇਆ ਤੇ ਉਹ ਗੁਰੂ ਨਾਨਕ ਸਾਹਿਬ ਦਾ ਬੜਾ ਸ਼ਰਧਾਲੂ, ਬੜਾ ਪ੍ਰੇਮੀ ਸਿੱਖ ਬਣਦਾ ਹੈ। ਤੇ ਇਹੀ ਰਾਏ ਬੁਲਾਰ ਅੱਗੇ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ 18,500 ਏਕੜ ਜ਼ਮੀਨ ਕਰ ਦਿੰਦਾ ਹੈ। ਰਾਏ ਬੁਲਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ 18,500 ਏਕੜਸ ਜ਼ਮੀਨ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਲਗਵਾ ਦਿੰਦਾ ਹੈ। ਇੰਨੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲੱਗਦੀ ਹੈ। ਤੇ ਇਸ ਦੇ ਸਮੇਂ ਤੇ ਹੀ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਨਾਮ ਹੈ ਨਾ ਉਹ ਚੇਂਜ ਹੁੰਦਾ ਹੈ। ਇਤਿਹਾਸਕਾਰ ਕਈ ਮੰਨਦੇ ਨੇ ਕਿ ਇਸ ਦੇ ਸਮੇਂ ਤੇ ਹੀ ਰਾਏ ਭੋਏ ਦੀ ਤਲਵੰਡੀ ਦਾ ਨਾਮ ਜਿਹੜਾ ਹੈ ਉਹ ਚੇਂਜ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਉਹਦਾ ਨਾਮ ਹੋ ਜਾਂਦਾ ਹੈ ਜੀ ਨਨਕਾਣਾ, ਜਾਂ ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਨਾਨਕਿਆਣਾ ਵੀ ਮਿਲਦਾ ਹੈ। ਨਨਕਾਣਾ ਹੁਣ ਜ਼ਿਆਦਾ ਫੇਮਸ ਹੈ, ਪਰ ਕੁਝ ਦੇ ਵਿੱਚ ਨਾਨਕਿਆਣਾ ਵੀ ਮਿਲਦਾ ਹੈ। ਇਸ ਤਰੀਕੇ ਦੇ ਨਾਲ ਜਿਹੜੀ ਤਲਵੰਡੀ ਹੈ ਉਹ ਨਨਕਾਣਾ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿੱਖ ਹੈ ਰਾਏ ਬੁਲਾਰ, ਉਹ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਕਾਫੀ ਜ਼ਮੀਨ ਜਿਹੜੀ ਹੈ ਉਹ ਲਗਾ ਦਿੰਦਾ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਚਲੇ ਜਾਂਦੇ ਨੇ, ਸੁਲਤਾਨਪੁਰ ਲੋਧੀ ਤੋਂ ਫਿਰ ਸਤਿਗੁਰੂ ਜੀ ਉਦਾਸੀਆਂ ਵਾਸਤੇ ਚੱਲਦੇ ਨੇ। ਖਿਆਲ ਕਰਿਓ, ਤਲਵੰਡੀ ਤੋਂ ਸੁਲਤਾਨਪੁਰ ਲੋਧੀ ਬੇਬੇ ਨਾਨਕ ਜੀ ਦੇ ਕੋਲ ਜਾਂਦੇ ਨੇ ਗੁਰੂ ਨਾਨਕ ਸਾਹਿਬ, ਤੇ ਸੁਲਤਾਨਪੁਰ ਲੋਧੀ ਤੋਂ ਹੀ ਜਦੋਂ ਵੇਈਂ ਦੀ ਘਟਨਾ ਹੁੰਦੀ ਹੈ, ਵੇਈਂ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਸਤਿਗੁਰੂ ਜੀ ਉਦਾਸੀਆਂ ਤੇ ਜਾਣ ਦਾ ਮਨ ਬਣਾਉਂਦੇ ਨੇ। ਸੰਸਾਰ ਨੂੰ ਤਾਰਨ ਵਾਸਤੇ ਚੜ੍ਹਿਆ ਸੋਧਣ ਧਰਤ ਲੁਕਾਈ ਦੇ ਬਚਨਾਂ ਮੁਤਾਬਕ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਵਾਸਤੇ ਘਰੋਂ ਚੱਲਦੇ ਨੇ। ਹੁਣ ਇਸ ਸਮੇਂ ਤੋਂ ਲੈ ਕੇ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਲੋਧੀ, ਉੱਥੇ ਮੋਦੀਖਾਨੇ ਵਿੱਚ ਨੌਕਰੀ ਕਰਦੇ ਨੇ, ਤੇ ਜਦੋਂ ਉਦਾਸੀਆਂ ਤੇ ਜਾਣਾ ਹੁੰਦਾ ਹੈ, ਉਦਾਸੀਆਂ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਗੁਰੂ ਨਾਨਕ ਸਾਹਿਬ ਤਲਵੰਡੀ ਵਾਪਸ ਆਉਂਦੇ ਨੇ ਆਪਣੇ ਮਾਤਾ ਪਿਤਾ ਜੀ ਨੂੰ ਮਿਲਣ ਵਾਸਤੇ। ਇੱਥੋਂ ਫਿਰ ਉਦਾਸੀਆਂ ਸਟਾਰਟ ਹੋ ਜਾਂਦੀਆਂ ਨੇ। ਇਸ ਸਮੇਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੁਬਾਰਾ ਤਲਵੰਡੀ ਦੇ ਵਿੱਚ ਨਹੀਂ ਆਏ, ਦੁਬਾਰਾ ਉਸ ਨਨਕਾਣੇ ਦੇ ਵਿੱਚ ਨਹੀਂ ਆਏ ਗੁਰੂ ਨਾਨਕ ਸਾਹਿਬ, ਜਦੋਂ ਉਦਾਸੀਆਂ ਸਟਾਰਟ ਹੋ ਗਈਆਂ। ਉਦਾਸੀਆਂ ਕੰਪਲੀਟ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਰਤਾਰਪੁਰ ਨਗਰ ਵਸਾਉਂਦੇ ਨੇ, ਜਿਹੜਾ ਪਾਕਿਸਤਾਨ ਦੇ ਵਿੱਚ ਹੈ ਇਸ ਟਾਈਮ, ਤੇ ਉੱਥੇ ਰਹਿਣਾ ਸ਼ੁਰੂ ਕਰਦੇ ਨੇ, ਉੱਥੇ ਹੀ ਖੇਤੀ। ਤੇ ਇਹ ਜਿਹੜਾ ਇਹ ਤਲਵੰਡੀ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ, ਇਸ ਸਮੇਂ ਤੋਂ ਲੈ ਕੇ ਜਦੋਂ ਸਤਿਗੁਰਾਂ ਨੇ ਉਦਾਸੀਆਂ ਸਟਾਰਟ ਕੀਤੀਆਂ ਨੇ ਤੇ ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੱਕ, ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਤੇ ਜਾਣ ਤੋਂ ਤੇ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਟਾਈਮ ਪੀਰੀਅਡ ਹੈ, ਇਸ ਟਾਈਮ ਦੇ ਵਿੱਚ ਜਿਹੜਾ ਵਿਚਲਾ ਸਮਾਂ ਹੈ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਇਸ ਟਾਈਮ ਤੇ ਉਸ ਨਗਰ ਦੀ ਹਾਲਤ ਕਿਵੇਂ ਦੀ ਸੀ ਕੁਛ ਪਤਾ ਨਹੀਂ, ਇਤਿਹਾਸ ਖਾਮੋਸ਼ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਲਾਹੌਰ ਦੀ ਧਰਤੀ ਤੇ ਜਾਂਦੇ ਨੇ, ਖਿਆਲ ਕਰਿਓ ਸਤਿਗੁਰੂ ਜੀ 2-3 ਵਾਰ ਲਾਹੌਰ ਜਾਂਦੇ ਨੇ ਜੀ। ਇੱਕ ਵਾਰ ਜਦੋਂ ਗੁਰੂ ਰਾਮਦਾਸ ਭੇਜਦੇ ਨੇ, ਰਿਸ਼ਤੇਦਾਰਾਂ ਦੇ ਵਿੱਚ ਕਿਸੇ ਦੀ ਸ਼ਾਦੀ ਹੈ, ਵਿਆਹ ਹੈ, ਉਹ ਵਿਆਹ ਅਟੈਂਡ ਕਰਨ ਵਾਸਤੇ ਭੇਜਦੇ ਨੇ। ਫਿਰ ਸਰਦਾਰ ਨਰਾਇਣ ਸਿੰਘ ਜੀ MA ਲਿਖਦੇ ਨੇ ਕਿ ਇੱਕ ਵਾਰ ਤਲਵੰਡੀ ਦੇ ਕੋਲ ਹੀ ਕੋਈ 20 ਮਾਈਲਸ ਦੂਰ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਸਿੱਖਾਂ 'ਚ ਕੋਈ ਛੋਟਾ ਜਿਹਾ ਝਗੜਾ ਹੋ ਜਾਂਦਾ ਹੈ। ਉਸ ਝਗੜੇ ਨੂੰ ਸੁਲਝਾਉਣ ਵਾਸਤੇ, ਸੋਲਵ ਕਰਨ ਵਾਸਤੇ ਗੁਰੂ ਸਾਹਿਬ ਉੱਥੇ ਜਾਂਦੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਦੇ ਵਿੱਚ ਜਾਂਦੇ ਨੇ, ਉੱਥੇ ਪ੍ਰਚਾਰ ਕਰਦੇ ਨੇ, ਤੇ ਉੱਥੋਂ ਹੀ ਲਾਹੌਰ ਤੋਂ ਹੀ ਸਤਿਗੁਰੂ ਜੀ ਤਲਵੰਡੀ ਵੀ ਆਉਂਦੇ ਨੇ। ਸਰਦਾਰ ਨਰਾਇਣ ਸਿੰਘ ਜੀ MA ਉਹ ਕਹਿੰਦੇ ਨੇ ਪਿੰਡ ਦੇ ਵਿੱਚ ਗਏ ਸੀ ਇੱਕ ਝਗੜੇ ਨੂੰ ਸੋਲਵ ਕਰਨ ਵਾਸਤੇ, ਉੱਥੋਂ ਗੁਰੂ ਸਾਹਿਬ ਤਲਵੰਡੀ ਆਉਂਦੇ ਨੇ ਨਗਰ ਦੇ ਵਿੱਚ, ਤੇ ਇੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਉਹਦੀ ਪਹਿਚਾਣ ਕਰਦੇ ਨੇ, ਨਿਸ਼ਾਨਦੇਹੀ ਕਰਦੇ ਨੇ, ਪਤਾ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਘਰ ਕਿਹੜਾ। ਜਦੋਂ ਉਹ ਘਰ ਪਹਿਚਾਨਿਆ ਜਾਂਦਾ ਫਿਰ ਉਸ ਘਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਸੇ ਸਿੱਖ ਦੀ ਡਿਊਟੀ ਲਗਾਈ ਜਾਂਦੀ ਹੈ। ਡਿਊਟੀ ਕਿਹਦੀ ਲੱਗਦੀ ਹੈ ਜੀ? ਉਹ ਡਿਊਟੀ ਲੱਗਦੀ ਹੈ ਬਾਬਾ ਧਰਮਚੰਦ ਜੀ ਦੀ। ਤੇ ਬਾਬਾ ਧਰਮਚੰਦ ਜੀ ਉਹ ਨੇ ਜਿਨ੍ਹਾਂ ਦਾ ਪਿਤਾ ਦਾ ਨਾਮ ਹੈ ਬਾਬਾ ਲਖਮੀ ਦਾਸ, ਤੇ ਬਾਬਾ ਲਖਮੀ ਦਾਸ ਜੀ ਦੇ ਪਿਤਾ ਦਾ ਨਾਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ। ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਦੇ 2 ਪੁੱਤਰ ਨੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਉਦਾਸੀ ਹੋ ਜਾਂਦੇ ਨੇ ਜੀ, ਉਦਾਸੀ ਸੰਪਰਦਾ ਨੂੰ ਅਪਣਾ ਲੈਂਦੇ ਨੇ, ਉਦਾਸੀ ਸੰਪਰਦਾ ਉਹਨਾਂ ਤੋਂ ਸਟਾਰਟ ਹੋ ਜਾਂਦੀ ਹੈ। ਤੇ ਬਾਬਾ ਲਖਮੀ ਦਾਸ ਜਿਹੜੇ ਨੇ ਉਹ ਗ੍ਰਸਤ ਧਾਰਨ ਕਰਦੇ ਨੇ, ਤੇ ਇਹਨਾਂ ਦੇ ਘਰੇ ਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਬਾਬਾ ਧਰਮਚੰਦ। ਤੇ ਬਾਬਾ ਧਰਮਚੰਦ ਹੀ ਫਸਟ ਟਾਈਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਤੇ
ਜਿੱਥੇ ਪ੍ਰਕਾਸ਼ ਹੋਇਆ, ਜਿਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਸਥਾਨ ਤੇ ਇੱਕ ਛੋਟਾ ਜਿਹਾ ਗੁਰੂ ਘਰ ਬਣਾਇਆ ਜਾਂਦਾ ਹੈ। ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀ ਉੱਥੇ ਸੰਗਤ ਇਕੱਠੀ ਹੁੰਦੀ ਸੀ ਤੇ ਉਸ ਕਾਮਨ ਜਗ੍ਹਾ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ। ਪਰ ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੋਂ ਉਸ ਧਰਮਸ਼ਾਲਾ ਨੂੰ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ ਤੇ ਨਾਲ ਗੁਰਦੁਆਰਾ ਕਹਿਣਾ ਵੀ ਸਟਾਰਟ ਹੋ ਚੁੱਕਾ ਸੀ ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੋਂ। ਇਤਿਹਾਸਕਾਰ ਮੰਨਦੇ ਨੇ ਬਾਬਾ ਧਰਮਚੰਦ ਜੀ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਦੇ ਪਾਵਨ ਜਨਮ ਸਥਾਨ ਤੇ ਛੋਟਾ ਗੁਰੂ ਘਰ ਬਣਾਉਂਦੇ ਨੇ। ਇਸੇ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਚਰਨ ਪਾਉਂਦੇ ਨੇ ਤੇ ਪਾਕਿਸਤਾਨ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਵੀ ਇੱਕ ਗੁਰੂ ਘਰ ਹੈ, ਗੁਰਦੁਆਰਾ ਤੰਬੂ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਪਹੁੰਚੇ, ਚਰਨ ਪਾਉਂਦੇ ਨੇ, ਦਰਸ਼ਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜਨਮ ਸਥਾਨ ਦੇ। ਹੁਣ ਇਸ ਟਾਈਮ ਤੋਂ ਫਿਰ ਅੱਗੇ ਚਲੇ ਜਾਈਏ ਤੇ ਇਹਦੇ ਬਾਰੇ ਫਿਰ ਬਹੁਤੀ ਜਾਣਕਾਰੀ ਸਾਨੂੰ ਨਹੀਂ ਮਿਲਦੀ ਕਿ ਉਸ ਨਗਰ ਦੇ ਹਾਲਾਤ ਕਿਵੇਂ ਦੇ ਸੀ ਜਾਂ ਕਿਸ ਤਰ੍ਹਾਂ ਦਾ ਪ੍ਰਬੰਧ ਉੱਥੇ ਚੱਲਦਾ ਸੀ, ਬਹੁਤੀ ਜਾਣਕਾਰੀ ਨਹੀਂ ਮਿਲੇਗੀ। ਤੇ ਜਦੋਂ ਅੱਗੇ ਸਮਾਂ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ, ਖਾਲਸਾ ਰਾਜ ਕਾਇਮ ਹੁੰਦਾ ਹੈ 1799 ਦੇ ਵਿੱਚ, 1799 ਦੇ ਵਿੱਚ ਖਾਲਸਾ ਰਾਜ ਕਾਇਮ ਹੁੰਦਾ ਹੈ। ਤੇ ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕਿਉਂ ਨਾ ਜਿਹੜੇ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਥਾਨ ਨੇ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ। ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਯਤਨਾਂ ਦੇ ਸਦਕਾ ਜਿਹੜੀ ਪ੍ਰੈਜ਼ੈਂਟ ਨਨਕਾਣਾ ਸਾਹਿਬ ਜੀ ਦੀ ਇਮਾਰਤ ਬਿਲਡਿੰਗ ਆਪਾਂ ਦੇਖਦੇ ਆ ਨਾ, ਇਸ ਬਿਲਡਿੰਗ ਨੂੰ ਬਣਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ। ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਦਰਬਾਰ ਸਾਹਿਬ ਤੇ ਸੋਨਾ ਲਗਾਇਆ, ਹੋਰ ਕਈ ਗੁਰਦੁਆਰਿਆਂ ਦੀ ਸੇਵਾ ਕੀਤੀ, ਉੱਥੇ ਮਹਾਰਾਜਾ ਰਣਜੀਤ ਸਿੰਘ ਸਤਿਗੁਰਾਂ ਦੇ ਇਸ ਪਾਵਨ ਜਨਮ ਸਥਾਨ ਦੀ ਸੇਵਾ ਵੀ ਕਰਵਾਉਂਦੇ ਨੇ। ਨਵੀਂ ਬਿਲਡਿੰਗ ਤਿਆਰ ਹੁੰਦੀ ਹੈ। ਖਿਆਲ ਕਰਿਓ, ਪਹਿਲੀ ਬਿਲਡਿੰਗ ਜਿਹੜੀ ਹੈ ਉਹ ਬਾਬਾ ਧਰਮਚੰਦ ਜੀ ਨੇ, ਗੁਰੂ ਨਾਨਕ ਸਾਹਿਬ ਦੇ ਜਿਹੜੇ ਪੋਤਰੇ ਨੇ, ਗ੍ਰੈਂਡਸਨ ਨੇ, ਉਹਨਾਂ ਨੇ ਬਣਵਾਈ। ਤੇ ਹੁਣ ਦੂਜੀ ਵਾਰ ਜਿਹੜੀ ਨਵੀਂ ਬਿਲਡਿੰਗ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਬਣਾਉਂਦੇ ਪਏ ਨੇ 19th ਸੈਂਚੁਰੀ ਦੇ ਵਿੱਚ, 19ਵੀਂ ਸਦੀ ਦੇ ਵਿੱਚ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਜ਼ਮੀਨ ਵੀ ਗੁਰੂ ਘਰ ਦੇ ਨਾਮ ਲਗਾਈ, ਕਿਉਂਕਿ ਰਾਜੇ ਨੇ, ਮਹਾਰਾਜਾ ਹੈ ਹਿੰਦੁਸਤਾਨ ਦਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਜ਼ਮੀਨ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਜਨਮ ਸਥਾਨ ਦੇ ਨਾਲ ਲਗਾ ਦਿੱਤੀ। ਹੁਣ ਇੱਥੋਂ ਤੱਕ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਗੁਰੂ ਘਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਹਦੀ ਬਿਲਡਿੰਗ ਬਣਦੀ ਹੈ, ਕਿਸ ਤਰ੍ਹਾਂ ਉਹ ਹੋਂਦ ਦੇ ਵਿੱਚ ਆਉਂਦਾ ਹੈ। ਤੇ ਹੁਣ ਖਿਆਲ ਕਰਨਾ ਪਏਗਾ ਕਿ ਜਿਹੜੇ ਬਾਕੀ ਵੀ ਗੁਰਦੁਆਰੇ ਸੀ, ਗੁਰੂ ਘਰ ਸੀ, ਧਰਮਸ਼ਾਲਾਵਾਂ ਸਨ, ਉਹਨਾਂ ਦਾ ਪ੍ਰਬੰਧ ਕਿਹਨਾਂ ਦੇ ਕੋਲ ਸੀ। ਹੁਣ ਸਭ ਤੋਂ ਪਹਿਲਾਂ ਜ਼ਿਕਰ ਮਿਲਦਾ ਹੈ ਜੀ ਹਰਿਮੰਦਰ ਸਾਹਿਬ ਦਾ। ਜਦੋਂ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸ਼ਹਿਰ ਵਸਾਉਂਦੇ ਨੇ, ਉੱਥੇ ਸਰੋਵਰ ਦੀ ਖੁਦਵਾਈ ਹੁੰਦੀ ਹੈ। ਗੁਰੂ ਅਰਜਨ ਸਾਹਿਬ ਉਸ ਸਰੋਵਰ ਨੂੰ ਪੱਕਾ ਕਰਵਾਉਂਦੇ ਨੇ। ਸਰੋਵਰ ਦੇ ਸੈਂਟਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਬਿਲਡਿੰਗ ਤਿਆਰ ਕਰਵਾਈ ਜਾਂਦੀ ਹੈ। ਨੀਂਹ ਪੱਥਰ ਜਿਹੜਾ ਹੈ ਸਾਈਂ ਮੀਆਂ ਮੀਰ ਜੀ ਰੱਖਦੇ ਨੇ। ਬਿਲਡਿੰਗ ਤਿਆਰ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੁੰਦੀ ਹੈ, ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ। ਤੇ ਜਿਹੜੀ ਹੁਣ ਪ੍ਰਬੰਧ ਦੀ ਜ਼ਿੰਮੇਵਾਰੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਬੰਧਕ ਸਥਾਪਦੇ ਨੇ ਬਾਬਾ ਬੁੱਢਾ ਜੀ ਨੂੰ। ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ, ਮੈਨੇਜਮੈਂਟ ਹੈ, ਉਹ ਬਾਬਾ ਬੁੱਢਾ ਜੀ ਦੇ ਕੋਲ ਆਉਂਦੀ ਹੈ। ਤੇ ਬਾਬਾ ਬੁੱਢਾ ਜੀ ਤਕਰੀਬਨ 1604 ਤੋਂ ਲੈ ਕੇ 1604 ਤੋਂ ਲੈ ਕੇ 16 ਨਵੰਬਰ 1631 ਤੱਕ, 1631 ਤੱਕ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰਦੇ ਨੇ। ਤੇ ਬਾਬਾ ਬੁੱਢਾ ਜੀ ਤੋਂ ਬਾਅਦ ਜ਼ਿੰਮੇਵਾਰੀ ਆ ਜਾਂਦੀ ਹੈ ਭਾਈ ਗੁਰਦਾਸ ਜੀ ਦੇ ਉੱਤੇ। ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਪ੍ਰਬੰਧ ਹੈ ਉਹ ਇਤਿਹਾਸਕਾਰ ਕਹਿੰਦੇ ਨੇ ਕਿ ਸੰਭਾਵਨਾ ਹੈ, ਪੋਸੀਬਿਲਿਟੀ ਹੈ ਕਿ ਉਹ ਪ੍ਰਬੰਧ ਜਿਹੜਾ ਹੈ ਉਹ ਸੋਢੀਆਂ ਦੇ ਪਾਸ ਚਲਾ ਗਿਆ। ਬਾਬਾ ਪ੍ਰਿਥੀ ਚੰਦ ਜੀ ਜਿਹੜੀ ਔਲਾਦ ਹੈ ਉਹਨਾਂ ਦੇ ਕੋਲੇ ਚਲਾ ਗਿਆ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆਉਂਦਾ ਹੈ ਨਾ ਸਾਧ ਸੰਗਤ, ਤੁਹਾਨੂੰ ਪਤਾ ਹੈ ਜਦੋਂ ਬਕਾਲੇ ਤੋਂ, ਬਾਬਾ ਬਕਾਲਾ ਜਿੱਥੋਂ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਗਿਆ, ਪ੍ਰਗਟ ਤੋਂ ਭਾਵ ਹੈ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਕੋਠੇ ਤੇ ਚੜ੍ਹ ਕੇ ਕਿਹਾ ਸੀ ਕਿ ਗੁਰੂ ਲਾਧੋ ਰੇ, ਬਾਬੇ ਬਕਾਲੇ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਆਉਂਦੇ ਨੇ ਅੰਮ੍ਰਿਤਸਰ। ਤੇ ਜਦੋਂ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ, ਤੇ ਸਾਧ ਸੰਗਤ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ। ਇਹ ਦਰਵਾਜ਼ੇ ਬੰਦ ਕਰਨ ਵਾਲੇ ਕੌਣ ਨੇ? ਇਹ ਬਾਬਾ ਪ੍ਰਿਥੀ ਚੰਦ ਦੀ ਔਲਾਦ ਦੇ ਵਿੱਚੋਂ ਨੇ ਬਾਬਾ ਹਰਜੀ। ਇਹ ਹਰਜੀ ਜਿਹੜੇ ਨੇ ਨਾ, ਇਹ ਅੰਮ੍ਰਿਤਸਰ ਦੇ ਦਰਵਾਜ਼ੇ, ਹਰਿਮੰਦਰ ਦੇ ਦਰਵਾਜ਼ੇ ਜਿਹੜੇ ਕਲੋਜ਼ ਕਰ ਦਿੰਦੇ ਨੇ ਤੇ ਇੱਥੋਂ ਗੁਰੂ ਤੇਗ ਬਹਾਦਰ ਮਹਾਰਾਜ ਵੱਲੇ ਦੀ ਧਰਤੀ ਤੇ ਜਾਂਦੇ ਨੇ।
ਤੇ ਖਿਆਲ ਕਰਿਓ ਇਹ ਪ੍ਰਬੰਧ ਚਲਾ ਗਿਆ ਉਸ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੋਂ ਲੈ ਕੇ ਇਹਨਾਂ ਸੋਢੀਆਂ ਦੇ ਕੋਲ ਰਿਹਾ। ਤੇ 1699 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਸਾਜਦੇ ਨੇ ਤੇ ਖਾਲਸਾ ਸਾਜਣ ਤੋਂ ਬਾਅਦ ਭਾਈ ਮਣੀਆਂ ਅੰਮ੍ਰਿਤ ਦੀ ਦਾਤ ਲੈ ਕੇ ਭਾਈ ਮਣੀ ਸਿੰਘ ਉਹਨਾਂ ਦਾ ਨਾਮ ਰੱਖਿਆ ਜਾਂਦਾ ਹੈ। ਤੇ ਭਾਈ ਮਣੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਭੇਜਦੇ ਨੇ ਪ੍ਰਬੰਧ ਸੰਭਾਲਣ ਵਾਸਤੇ। ਤੇ ਭਾਈ ਮਣੀ ਸਿੰਘ ਫਿਰ ਪ੍ਰਬੰਧ ਸੰਭਾਲਦੇ ਨੇ ਤਕਰੀਬਨ 1734 ਤੱਕ, 1734 ਤੱਕ ਭਾਈ ਮਣੀ ਸਿੰਘ ਜੀ ਪ੍ਰਬੰਧ ਸੰਭਾਲਦੇ ਨੇ। ਤੇ 1734 ਦੇ ਵਿੱਚ 1734 ਦੇ ਵਿੱਚ ਭਾਈ ਮਣੀ ਸਿੰਘ ਦੀ ਸ਼ਹਾਦਤ ਹੁੰਦੀ ਹੈ ਬੰਦ ਕੱਟ ਕੇ। ਤੇ ਇਹਨਾਂ ਤੋਂ ਬਾਅਦ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਪ੍ਰਬੰਧ ਹੈ ਨਾ ਉਹ 160 ਤੋਂ 170 ਸਾਲ ਦਾ ਜਿਹੜਾ ਸਮਾਂ 160 to 170 ਈਅਰਸ ਜਿਹੜੇ ਨੇ ਇਹ ਪ੍ਰਬੰਧ ਚਲਾ ਜਾਂਦਾ ਹੈ ਉਦਾਸੀ ਅਤੇ ਨਿਰਮਲੇ ਮਹੰਤਾਂ ਦੇ ਕੋਲ। ਇੱਥੇ ਟਰਨਿੰਗ ਪੁਆਇੰਟ ਹੈ। 160 ਸਾਲ ਦਾ ਜਿਹੜਾ ਸਮਾਂ ਹੈ ਨਾ ਤਕਰੀਬਨ, ਇਸ ਸਮੇਂ ਦੇ ਵਿੱਚ ਪ੍ਰਬੰਧ ਚਲਾ ਜਾਂਦਾ ਹੈ ਉਦਾਸੀ ਤੇ ਨਿਰਮਲੇ ਮਹੰਤਾਂ ਦੇ ਕੋਲ, ਕਿਉਂਕਿ ਇਹ ਉਹ ਟਾਈਮ ਹੈ 1734 ਤੋਂ ਬਾਅਦ 1734 ਤੋਂ ਬਾਅਦ ਵਾਲਾ ਉਹ ਟਾਈਮ ਹੈ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਵੀ ਪਿਆ ਕਰਦੇ ਸਨ। ਜਦੋਂ ਸਿੰਘ ਆਪਣੇ ਘਰਾਂ ਦੇ ਵਿੱਚ ਹੀ ਨਹੀਂ ਸੀ ਰਹਿ ਸਕਦੇ, ਜਿਨ੍ਹਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਰਹਿਣਾ ਪੈਂਦਾ ਸੀ। ਤੇ ਜੇਕਰ ਸਿੰਘ ਜੰਗਲਾਂ ਦੇ ਵਿੱਚ ਜਾ ਕੇ ਰਹਿ ਰਹੇ ਨੇ ਤੇ ਫਿਰ ਉਹ ਗੁਰੂ ਘਰਾਂ ਦਾ ਪ੍ਰਬੰਧ ਕਿਵੇਂ ਸੰਭਾਲ ਸਕਦੇ ਸੀ। ਸੋ ਇਸੇ ਕਰਕੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਹੈ ਉਹ ਚਲਾ ਗਿਆ ਉਦਾਸੀ ਮਹੰਤਾਂ ਦੇ ਕੋਲ, ਨਿਰਮਲੇ ਮਹੰਤਾਂ ਦੇ ਕੋਲ। ਇਹਨਾਂ ਨੂੰ ਮਨ ਦੇ ਵਿੱਚ ਸ਼ਰਧਾ ਹੈ ਗੁਰੂ ਘਰ ਦੇ ਪ੍ਰਤੀ, ਬਾਣੀ ਵੀ ਪੜ੍ਹਦੇ ਨੇ, ਮਰਿਆਦਾ ਵੀ ਉਸ ਟਾਈਮ ਤੇ ਇਹਨਾਂ ਨੇ ਸੰਭਾਲ ਕੇ ਰੱਖੀ। ਪਰ ਸਮੇਂ ਦੇ ਨਾਲ, ਸਮਾਂ ਬੀਤਣ ਦੇ ਨਾਲ ਇਹਨਾਂ ਦੇ ਵਿੱਚ ਕਾਫੀ ਕੁਰੀਤੀਆਂ, ਕਿਉਂਕਿ ਬਾਣੀ ਜ਼ਰੂਰ ਪੜ੍ਹਦੇ ਨੇ ਪਰ ਪ੍ਰਭਾਵ ਇਹਨਾਂ ਦੇ ਉੱਤੇ ਜਿਹੜਾ ਹੈ ਨਾ ਉਹ ਬ੍ਰਾਹਮਣੀ ਵਿਚਾਰਧਾਰਾ ਦਾ ਹੈ। ਤੇ ਉਹੋ ਜਿਹੀ ਮਰਿਆਦਾ ਗੁਰੂ ਘਰਾਂ ਦੇ ਵਿੱਚ ਇਹਨਾਂ ਨੇ ਲਾਗੂ ਕਰ ਦਿੱਤੀ। ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਮੂਰਤੀਆਂ ਵੀ ਰੱਖੀਆਂ ਜਾਣ ਲੱਗ ਪਈਆਂ, ਜਾਤ ਪਾਤ ਦਾ ਵਿਤਕਰਾ ਹੋਣ ਲੱਗ ਪਿਆ, ਛੂਆ-ਛਾਤ ਦਾ ਵਿਤਕਰਾ ਹੋਣ ਲੱਗ ਪਿਆ। ਐਸੀਆਂ ਕਈ ਕੁਰੀਤੀਆਂ ਗੁਰੂ ਘਰਾਂ ਦੇ ਵਿੱਚ ਆ ਜਾਂਦੀਆਂ ਨੇ, ਕਿਉਂਕਿ ਇਹ ਤਕਰੀਬਨ 160 ਤੋਂ 170 ਸਾਲ 160 to 170 ਈਅਰਸ ਜਿਹੜੇ ਨੇ ਇਹਨਾਂ ਮਹੰਤਾਂ ਦੇ ਕੋਲ ਗੁਰੂ ਘਰਾਂ ਦਾ ਪ੍ਰਬੰਧ ਰਹਿੰਦਾ। ਤੇ ਖਿਆਲ ਕਰਿਓ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਬੜੀਆਂ ਜ਼ਮੀਨਾਂ ਲਗਾਈਆਂ, ਬੜੀਆਂ ਜਾਇਦਾਦਾਂ ਲਗਾਈਆਂ। ਤੇ ਜਿਵੇਂ ਜਿਵੇਂ ਸਮਾਂ ਗੁਜ਼ਰਿਆ ਇਹ ਮਹੰਤ ਜਿਹੜੇ ਨੇ ਉਹਨਾਂ ਜ਼ਮੀਨਾਂ ਨੂੰ, ਉਹਨਾਂ ਜਾਇਦਾਦਾਂ ਨੂੰ, ਗੁਰੂ ਘਰ ਦਾ ਜਿਹੜੀਆਂ ਭਟਾਵਾਂ ਆ ਰਹੀਆਂ ਨੇ, ਚੜ੍ਹਤ ਆ ਰਹੀ ਹੈ ਸੰਗਤ ਦੀ, ਉਸ ਪੈਸੇ ਨੂੰ, ਉਹਨਾਂ ਜ਼ਮੀਨਾਂ ਨੂੰ ਆਪਣੇ ਨਿੱਜੀ ਹਿੱਤ ਵਾਸਤੇ, ਆਪਣੇ ਪਰਸਨਲ ਯੂਜ਼ ਵਾਸਤੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਤੇ ਕੁਝ ਐਸੀਆਂ ਘਟਨਾਵਾਂ ਗੁਰੂ ਘਰਾਂ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਘਟਨਾਵਾਂ ਨੇ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮਹਿਸੂਸ ਕੀਤਾ ਕਿ ਜਿਹੜੀ ਮਰਿਆਦਾ, ਜਿਹੜਾ ਸਿਧਾਂਤ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ, ਉਸ ਸਿਧਾਂਤ ਤੋਂ ਸਾਡੇ ਜਿਹੜੇ ਗੁਰੂ ਘਰ ਨੇ ਉਹ ਕੋਹਾਂ ਦੂਰ ਜਾ ਰਹੇ ਨੇ। ਸੋ ਹੁਣ ਇਹਨਾਂ ਨੇ ਉਹਨਾਂ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਵਾਸਤੇ ਯਤਨ ਸ਼ੁਰੂ ਕੀਤੇ ਨੇ। 1870 to 73 ਦੇ ਵਿੱਚ ਸਿੰਘ ਸਭਾ ਮੂਵਮੈਂਟ ਚੱਲਦੀ ਹੈ, ਉਹਦੇ ਨਾਲ ਵੀ ਕਾਫੀ ਜਾਗ੍ਰਿਤੀ, ਕਾਫੀ ਅਵੇਅਰਨੈਸ ਜਿਹੜੀ ਹੈ ਸਿੱਖਾਂ ਦੇ ਵਿੱਚ ਪੈਦਾ ਹੁੰਦੀ ਹੈ। ਤੇ ਖਿਆਲ ਕਰਿਓ ਸਮਾਂ ਆਉਂਦਾ ਹੈ ਤਕਰੀਬਨ 1920 ਦਾ ਸਮਾਂ। ਇਸ ਸਮੇਂ ਦੇ ਵਿੱਚ ਇਸ ਤਰੀਕ ਨੂੰ 12 ਅਕਤੂਬਰ 1920 ਨੂੰ, ਕਿਉਂਕਿ ਸਿੰਘ ਸਭਾ ਮੂਵਮੈਂਟ ਜਿਹੜੀ ਹੈ ਕਾਫੀ ਪ੍ਰਚਾਰ ਕਰਦੀ ਪਈ ਹੈ, ਉਸੇ ਪ੍ਰਚਾਰ ਦੇ ਸਦਕਾ ਜਿਨ੍ਹਾਂ ਨੂੰ ਲੋ ਕਾਸਟ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਨਾਲ ਉੱਚੀਆਂ ਜਾਤਾਂ ਵਾਲੇ ਸੰਬੰਧ ਨਹੀਂ ਰੱਖਦੇ, ਉਹਨਾਂ ਨੀਵੀਆਂ ਜਾਤਾਂ ਦੇ ਵਿੱਚੋਂ ਕੁਝ ਜਿਹੜੇ ਨੇ ਉਹ ਅੰਮ੍ਰਿਤ ਦੀ ਦਾਤ ਲੈ ਕੇ, ਅੰਮ੍ਰਿਤ ਛਕ ਕੇ ਸਿੰਘ ਸਜਦੇ ਨੇ। ਖਿਆਲ ਕਰਿਓ ਉਹਨਾਂ ਨੀਵੀਆਂ ਜਾਤਾਂ ਵਾਲਿਆਂ ਨੂੰ ਇੱਕ ਨਾਮ ਦਿੱਤਾ ਗਿਆ ਖਾਲਸਾ ਬਰਾਦਰੀ। ਤੁਸੀਂ ਦੇਖਦੇ ਪਏ ਹੋ ਖਾਲਸਾ ਬਰਾਦਰੀ ਦੇ ਜਿਹੜੇ ਸਿੱਖ ਨੇ ਉਹ 12 ਅਕਤੂਬਰ 1920 ਦੇ ਵਿੱਚ ਅੰਮ੍ਰਿਤ ਛਕਦੇ ਨੇ ਜਲਿਆਂਵਾਲੇ ਬਾਗ ਦੇ ਸਥਾਨ ਤੇ। ਅੰਮ੍ਰਿਤ ਛਕਣ ਤੋਂ ਬਾਅਦ ਇਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਤੇ ਆਉਂਦੇ ਨੇ। ਤੇ ਜਦੋਂ ਇਹ ਉੱਥੇ ਪਹੁੰਚੇ ਤੇ ਜਿਹੜੇ ਪੁਜਾਰੀ ਨੇ, ਮਹੰਤ ਨੇ, ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ। ਰੀਜ਼ਨ, ਕਹਿੰਦੇ ਤੁਸੀਂ ਨੀਵੀਆਂ ਜਾਤਾਂ ਵਾਲੇ ਹੋ,
ਤੇ ਤੁਹਾਡੇ ਵਾਸਤੇ ਇੱਕ ਟਾਈਮ ਫਿਕਸ ਕੀਤਾ ਗਿਆ, ਸਵੇਰ ਦੇ 9 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੀ ਅਰਦਾਸ ਹੋਏਗੀ। ਉਸ ਤੋਂ ਬਾਅਦ ਤੁਹਾਡੀ ਅਰਦਾਸ ਇੱਥੇ ਹੋ ਹੀ ਨਹੀਂ ਸਕਦੀ। ਇਹ ਜਿਹੜੇ ਸਿੰਘ ਅੰਮ੍ਰਿਤ ਛਕ ਕੇ ਇੱਥੇ ਪਹੁੰਚੇ ਹੋਏ ਨੇ ਨਾ, ਇਹਨਾਂ ਦੇ ਨਾਲ ਹੁਣ ਸਰਦਾਰ ਕਰਤਾਰ ਸਿੰਘ ਜੀ ਝੱਬਰ ਵੀ ਉੱਥੇ ਮੌਜੂਦ ਨੇ, ਸਰਦਾਰ ਤੇਜਾ ਸਿੰਘ ਜੀ ਭੁੱਚਰ ਵੀ ਉੱਥੇ ਮੌਜੂਦ ਨੇ, ਬਾਬਾ ਹਰਕ੍ਰਿਸ਼ਨ ਜੀ ਵੀ ਉੱਥੇ ਮੌਜੂਦ ਨੇ। ਇੱਥੇ ਪੁਜਾਰੀਆਂ ਦੇ ਨਾਲ ਥੋੜ੍ਹੀ ਬਹਿਸ ਹੁੰਦੀ, ਆਰਗੂਮੈਂਟ ਹੁੰਦਾ ਹੈ, ਤੇ ਕਿਹਾ ਜਾਂਦਾ ਹੈ ਕਿ ਚਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਹੁਕਮ ਲਈਏ, ਸਤਿਗੁਰਾਂ ਦੇ ਕੋਲੋਂ ਹੁਕਮ ਲਿਆ ਜਾਂਦਾ। ਖਿਆਲ ਕਰਿਓ ਸਾਧ ਸੰਗਤ, ਕਿਤੇ ਮਨ ਦੇ ਵਿੱਚ ਐਸਾ ਖਿਆਲ ਨਾ ਆਏ ਕਿ ਜੀ ਸਤਿਗੁਰਾਂ ਦੇ ਸਾਹਮਣੇ ਆਪਾਂ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਰ ਪਤਾ ਨਹੀਂ ਗੁਰੂ ਸਾਹਿਬ ਸਾਡੀ ਗੱਲ ਨੂੰ, ਸਾਡੇ ਅੰਦਰ ਦੀ ਵੇਦਨਾ ਨੂੰ ਜਾਣਦੇ ਨੇ ਕਿ ਨਹੀਂ। ਜਦੋਂ ਅਰਦਾਸ ਕਰੀਏ ਤੇ ਇਹ ਭਾਵਨਾ ਹੋਵੇ ਮਨ ਦੇ ਵਿੱਚ ਕਿ ਜੋ ਮੈਂ ਅਰਦਾਸ ਕਰਦਾ ਪਿਆ, ਗੁਰੂ ਸਾਹਿਬ ਮੇਰੀ ਅਰਦਾਸ ਸੁਣਦੇ ਪਏ ਨੇ ਤੇ ਸਤਿਗੁਰੂ ਜੀ ਅਰਦਾਸ ਸੁਣ ਕੇ ਮੈਨੂੰ ਜਵਾਬ ਜ਼ਰੂਰ ਦੇਣਗੇ। ਇਹਨਾਂ ਸਿੱਖਾਂ ਨੇ ਸਤਿਗੁਰਾਂ ਤੋਂ ਹੁਕਮ ਲਿਆ। ਹੁਕਮ ਕੀ? ਸਾਹਿਬ ਜੀ ਸੋਰਠ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪਤਾ ਕੀ ਕਿਹਾ? ਕਹਿਣ ਲੱਗੇ, ਨਿਗੁਣਿਆਂ ਨੂੰ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਸਫਲ ਹੈ ਭਾਈ। ਸਤਿਗੁਰਾਂ ਨੇ ਇੱਥੇ ਬਚਨ ਕਹਿ ਦਿੱਤਾ। ਕਹਿਣ ਲੱਗੇ, ਜਿਨ੍ਹਾਂ ਨੂੰ ਨੀਵੇਂ ਕਹਿ ਕੇ ਦੁਰਕਾਰਿਆ ਜਾ ਰਿਹਾ ਹੈ ਨਾ, ਉਹਨਾਂ ਨੀਵਿਆਂ ਨੂੰ ਪਰਮਾਤਮਾ ਆਪਣੇ ਗਲ ਦੇ ਨਾਲ ਲਗਾਉਂਦਾ ਪਿਆ ਹੈ। ਜਦੋਂ ਇਹ ਹੁਕਮ ਆਇਆ, ਗ੍ਰੰਥੀ ਸਿੰਘ ਨੇ ਹੁਕਮ ਪੜ੍ਹ ਕੇ ਸੁਣਾਇਆ, ਤੇ ਜਿੰਨੇ ਵੀ ਉੱਥੇ ਭਾਵਨਾ ਵਾਲੇ ਸਿੱਖ ਮੌਜੂਦ ਸਨ, ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਕਿ ਇਹ ਪੁਜਾਰੀ ਤਾਂ ਸਾਨੂੰ ਨੀਵੇਂ ਕਹਿ ਕੇ ਦੁਰਕਾਰਦੇ ਪਏ ਨੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਰਾਹੀਂ ਕਹਿੰਦੇ ਪਏ ਨੇ ਕਿ ਤੁਹਾਡੀ ਨਜ਼ਰ ਦੇ ਵਿੱਚ ਇਹ ਜ਼ਰੂਰ ਨੀਵੇਂ ਹੋ ਸਕਦੇ ਨੇ, ਪਰ ਇਹਨਾਂ ਨੂੰ ਤਾਂ ਉਸ ਰੱਬ ਦੀ ਰਹਿਮਤ ਨਸੀਬ ਹੋਈ ਹੈ, ਇਹ ਵੀ ਉੱਚਿਆਂ ਦੇ ਵਿੱਚ ਜਾ ਕੇ ਸ਼ਾਮਲ ਹੋ ਚੁੱਕੇ ਨੇ। ਇੱਥੇ ਅਰਦਾਸ ਹੁੰਦੀ ਹੈ, ਕੜਾਹ ਪ੍ਰਸ਼ਾਦੀ ਦੇਗ ਇੱਥੇ ਭੇਟਾ ਕੀਤੀ ਜਾਂਦੀ ਹੈ। ਸਰਦਾਰ ਕਰਤਾਰ ਸਿੰਘ ਜੀ ਝੱਬਰ ਕਹਿੰਦੇ ਕਿ ਹੁਣ ਇਹੀ ਦੇਗ ਲੈ ਕੇ, ਕੜਾਹ ਪ੍ਰਸ਼ਾਦੀ ਦੇਗ ਲੈ ਕੇ ਅਕਾਲ ਤਖਤ ਤੇ ਜਾਇਆ ਜਾਏ। ਅਕਾਲ ਤਖਤ ਤੇ ਜਦੋਂ ਪਹੁੰਚਦੇ ਨੇ ਤੇ ਉੱਥੋਂ ਦੇ ਪੁਜਾਰੀ ਅਕਾਲ ਤਖਤ ਖਾਲੀ ਛੱਡ ਕੇ ਦੌੜ ਜਾਂਦੇ ਨੇ। ਅਕਾਲ ਤਖਤ ਖਾਲੀ ਛੱਡ ਕੇ ਉਹ ਦੌੜ ਜਾਂਦੇ ਨੇ। ਤੇ ਜਦੋਂ ਉੱਥੇ ਸਿੰਘ ਪਹੁੰਚਦੇ ਨੇ, ਕਰਤਾਰ ਸਿੰਘ ਜੀ ਝੱਬਰ, ਤੇਜਾ ਸਿੰਘ ਜੀ ਭੁੱਚਰ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਹੋਰ ਸਾਰੇ ਉੱਥੇ ਪਹੁੰਚਦੇ ਨੇ। ਅਕਾਲ ਤਖਤ ਖਾਲੀ ਹੈ ਤੇ ਇੱਥੇ ਹੀ ਕੁਝ ਸਿੰਘਾਂ ਨੂੰ ਚੁਣਿਆ ਜਾਂਦਾ ਹੈ, ਉਹਨਾਂ ਨੂੰ ਅਕਾਲ ਤਖਤ ਦਾ ਪ੍ਰਬੰਧ ਸੌਂਪ ਦਿੱਤਾ ਜਾਂਦਾ ਹੈ। ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਹੈ, ਉਹ ਇੱਕ 5-7 ਸਿੰਘ ਚੁਣ ਕੇ ਉਹਨਾਂ ਨੂੰ ਸੌਂਪਿਆ ਜਾਂਦਾ ਹੈ। ਤੇ ਇੱਥੋਂ ਹੀ ਅਕਾਲ ਤਖਤ ਤੋਂ ਹੀ ਫਿਰ 15 ਨਵੰਬਰ 1920 ਦੇ ਵਿੱਚ ਇੱਕ ਪੰਥਕ ਗੈਦਰਿੰਗ, ਪੰਥਕ ਇਕੱਠ ਬੁਲਾਇਆ ਜਾਂਦਾ ਹੈ ਅਕਾਲ ਤਖਤ ਸਾਹਿਬ ਦੇ ਸਥਾਨ ਤੇ। ਤੇ ਇਸ ਇਕੱਠ ਦੇ ਵਿੱਚ 175 ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਆਏ ਹੋਏ ਜਿਹੜੇ ਸਿੱਖ ਨੇ, ਬਹੁਤ ਵੱਡੀ ਗਿਣਤੀ 'ਚ ਸਿੱਖ ਪਹੁੰਚੇ ਨੇ, ਤੇ ਉਹਨਾਂ ਸਿੱਖਾਂ ਦੇ ਵਿੱਚੋਂ 175 ਮੈਂਬਰਸ ਜਿਹੜੇ ਨੇ ਉਹ ਚੁਣੇ ਜਾਂਦੇ ਨੇ। ਤੇ ਸ਼੍ਰੋਮਣੀ ਕਮੇਟੀ ਦੀ ਉੱਥੇ ਸਥਾਪਨਾ ਹੁੰਦੀ ਹੈ। 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋ ਜਾਂਦੀ ਹੈ। ਤੇ ਜਦੋਂ ਸਥਾਪਨਾ ਹੋ ਗਈ ਨਾ, ਤੇ ਹੁਣ ਇਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਸੁਧਾਰਿਆ ਜਾਵੇ, ਕਿਉਂਕਿ ਅਜੇ ਵੀ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਉਦਾਸੀਆਂ ਦੇ ਕੋਲੇ ਹੈ, ਨਿਰਮਲਿਆਂ ਦੇ ਕੋਲੇ ਹੈ। ਉਹ ਸੰਭਾਲਦੇ ਪਏ ਨੇ ਆਪਣੇ ਅਕੋਰਡਿੰਗਲੀ, ਉਹ ਗੁਰੂ ਘਰ ਦੀ ਮਰਿਆਦਾ ਨੂੰ ਨਿਭਾਉਂਦੇ ਪਏ ਨੇ, ਜਿਹੜੀ ਕਿ ਗੁਰੂ ਸਿਧਾਂਤ ਤੋਂ ਬਿਲਕੁਲ ਆਪੋਜ਼ਿਟ ਹੈ, ਜਿਹਦਾ ਸੰਬੰਧ ਗੁਰੂ ਘਰ ਦੇ ਸਿਧਾਂਤਾਂ ਦੇ ਨਾਲ ਜਾਂ ਬਾਣੀ ਦੇ ਨਾਲ ਕੋਈ ਵੀ ਨਹੀਂ। ਉਹ ਮਰਿਆਦਾ ਗੁਰੂ ਘਰਾਂ ਦੇ ਵਿੱਚ ਹੋ ਰਹੀ ਹੈ। ਮਰਿਆਦਾ ਹੀ ਭੰਗ ਨਹੀਂ ਹੋਈ, ਸਗੋਂ ਗੁਰੂ ਘਰਾਂ ਦੀ ਜਿਹੜੀ ਪਵਿੱਤਰਤਾ ਹੈ, ਉਹ ਪਵਿੱਤਰਤਾ ਵੀ ਕਾਇਮ ਨਾ ਰਹਿ ਸਕੀ। ਤਰਨ ਤਾਰਨ ਦਾ ਪਾਵਨ ਸਥਾਨ ਗੁਰੂ ਅਰਜਨ ਸਾਹਿਬ ਜੀ ਦਾ, ਉਸ ਪਾਵਨ ਸਥਾਨ ਦੇ ਉੱਤੇ ਜਦੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੀ ਨਾ, ਖਾਸ ਕਰਕੇ ਜਦੋਂ ਬੀਬੀਆਂ ਨੇ ਦਰਸ਼ਨਾਂ ਵਾਸਤੇ ਆਉਣਾ, ਤੇ ਮਹੰਤ ਦੇ ਜਿਹੜੇ ਗੁੰਡੇ ਨੇ ਤੇ ਮਹੰਤ ਦੇ ਜਿਹੜੇ ਮੁੰਡੇ ਨੇ, ਉਹ ਉਹਨਾਂ ਬੀਬੀਆਂ ਦੇ ਉੱਤੇ ਬੜੇ ਅਸ਼ਲੀਲ ਕਮੈਂਟ ਕਰਿਆ ਕਰਦੇ ਸੀ। ਸ਼ਰਾਬਾਂ ਉੱਥੇ ਪੀਤੀਆਂ ਜਾਂਦੀਆਂ ਸੀ। ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਉੱਥੇ ਆਣ ਕੇ ਇਸ਼ਨਾਨ ਕਰਨ ਦੀ ਇਜਾਜ਼ਤ ਤੱਕ ਨਹੀਂ ਸੀ। ਅੱਗੇ ਆਪਾਂ ਪੜ੍ਹਾਂਗੇ। ਤੇ ਖਿਆਲ ਕਰਿਓ, ਤਰਨ ਤਾਰਨ ਸਾਹਿਬ ਦਾ ਜਿਹੜਾ ਸਥਾਨ ਹੈ, ਉਸ ਪਾਵਨ ਸਥਾਨ ਨੂੰ ਮਹੰਤਾਂ ਦੇ ਕਬਜ਼ੇ ਦੇ ਕੋਲੋਂ ਆਜ਼ਾਦ ਕਰਵਾਇਆ ਜਾਂਦਾ ਹੈ। ਤੇ ਉਸ ਸਥਾਨ ਨੂੰ ਆਜ਼ਾਦ ਕਰਵਾਉਂਦਿਆਂ 2 ਸਿੰਘਾਂ ਦੀ ਸ਼ਹਾਦਤ ਵੀ ਹੁੰਦੀ ਹੈ, ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ। ਇਹਨਾਂ ਦੋਨਾਂ ਸਿੰਘਾਂ ਦੀ ਉਸ ਤਰਨ ਤਾਰਨ ਸਾਹਿਬ ਦੇ ਸਥਾਨ ਤੇ ਸ਼ਹਾਦਤ ਹੁੰਦੀ ਹੈ। ਤੇ ਖਿਆਲ ਕਰਿਓ, 23 ਜਨਵਰੀ
1920 ਨੂੰ ਇੱਕ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਕਿਉਂ ਨਾ ਜਿਹੜੇ ਬਾਕੀ ਦੇ ਗੁਰਦੁਆਰੇ ਨੇ ਉਹਨਾਂ ਦਾ ਪ੍ਰਬੰਧ ਵੀ ਸਿੱਖ ਕੌਮ ਦੇ ਹੱਥਾਂ ਦੇ ਵਿੱਚ ਹੋਵੇ। ਕਿਉਂ ਨਾ ਬਾਕੀ ਗੁਰਦੁਆਰਿਆਂ ਨੂੰ ਜਿੱਥੇ ਪਵਿੱਤਰਤਾ ਕਾਇਮ ਨਹੀਂ, ਜਿੱਥੇ ਮਰਿਆਦਾ ਕਾਇਮ ਨਹੀਂ, ਉਸ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਮਹੰਤਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਅਲੱਗ ਕੀਤਾ ਜਾਵੇ ਤੇ ਜਿਹੜਾ ਪ੍ਰਬੰਧ ਹੈ ਉਹ ਸਿੱਖ ਆਪ ਸੰਭਾਲਣ। ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਕਈ ਗੁਰੂ ਘਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਸਮੇਂ ਦੇ ਨਾਲ ਲਿਆ ਜਾਂਦਾ ਹੈ। ਗੁਰਦੁਆਰਾ ਬਾਬੇ ਕੀ ਬੇਰ, ਗੁਰਦੁਆਰਾ ਸਿਆਲਕੋਟ, ਹੋਰ ਕਈ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਉਹ ਸਿੱਖਾਂ ਦੇ ਆਪਣੇ ਹੱਥ ਦੇ ਵਿੱਚ ਆ ਜਾਂਦਾ ਹੈ। ਤੇ ਖਿਆਲ ਕਰਿਓ, ਇਹ ਪਾਵਨ ਸਥਾਨ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਜਿਹੜਾ ਹੈ ਨਾ, ਇਸ ਜਨਮ ਸਥਾਨ ਦਾ ਪ੍ਰਬੰਧ ਹੈ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਉੱਥੇ ਦਾ ਪ੍ਰਬੰਧ ਸੰਭਾਲਦਾ ਪਿਆ ਮਹੰਤ ਨਰੈਣ ਦਾਸ। ਇਸ ਨਰੈਣ ਦਾਸ ਤੋਂ ਪਹਿਲਾਂ ਜਿਹੜੇ ਦੋ ਮਹੰਤ ਉੱਪਰ ਨਾਮ ਤੁਸੀਂ ਪੜ੍ਹਦੇ ਪਏ ਹੋ, ਮਹੰਤ ਸਾਧੂ ਰਾਮ ਤੇ ਮਹੰਤ ਕਿਸ਼ਨ ਦਾਸ, ਇਹ ਜਿਹੜੇ ਦੋਨੋਂ ਮਹੰਤ ਨੇ ਨਾ, ਇਹਨਾਂ ਦੋਨਾਂ ਮਹੰਤਾਂ ਦੀ ਜਿਹੜੀ ਮੌਤ ਹੈ, ਮੌਤ ਦਾ ਰੀਜ਼ਨ ਕੀ ਹੈ? ਇਹ ਐਸੀਆਂ ਬਿਮਾਰੀਆਂ ਦੇ ਨਾਲ ਮਰਦੇ ਨੇ ਜਿਨ੍ਹਾਂ ਦਾ ਇਲਾਜ ਕੋਈ ਨਹੀਂ, ਅੱਜ ਵੀ ਨਹੀਂ ਤੇ ਉਸ ਟਾਈਮ ਤੇ ਵੀ ਨਹੀਂ ਸੀ। ਜਿਹਨੂੰ ਆਪਾਂ ਜੇਕਰ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤੇ ਇਹਨਾਂ ਨੂੰ ਗੁਪਤ ਬਿਮਾਰੀ, ਏਡਜ਼ ਵਰਗੀ ਬਿਮਾਰੀਆਂ ਦੇ ਨਾਲ ਇਹਨਾਂ ਦੋਨਾਂ ਮਹੰਤਾਂ ਦੀ ਮੌਤ ਹੁੰਦੀ ਹੈ। ਤੇ ਜਦੋਂ ਕਿਸ਼ਨ ਦਾਸ ਦੀ ਮੌਤ ਹੁੰਦੀ ਹੈ ਨਾ, ਮਰ ਰਿਹਾ ਹੈ, ਤੜਫਦਾ ਪਿਆ ਹੈ, ਉਸ ਤੜਫਦੇ ਹੋਏ ਕਿਸ਼ਨ ਚੰਦ ਦੇ ਜੇਬ ਦੇ ਵਿੱਚੋਂ ਮਹੰਤ ਨਰੈਣ ਦਾਸ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਕੱਢ ਕੇ ਲੈ ਜਾਂਦਾ ਹੈ। ਚਾਬੀਆਂ ਲੈ ਲਈਆਂ ਉੱਥੋਂ। ਹੁਣ ਜਿਹੜਾ ਮੈਜਿਸਟ੍ਰੇਟ ਮੈਕਲੇਗਨ ਹੈ ਤੇ ਸੰਗਤ ਜਿਹੜੀ ਬੈਠੀ ਹੈ, ਕਿਉਂਕਿ ਮਹੰਤ ਕਿਸ਼ਨ ਦਾਸ ਤੇ ਮਰ ਗਿਆ, ਹੁਣ ਪ੍ਰਬੰਧ ਕਿਹਦੇ ਕੋਲ ਆਏਗਾ? ਮਹੰਤ ਨਰੈਣ ਦਾਸ ਕਹਿੰਦਾ ਤੁਸੀਂ ਪ੍ਰਬੰਧ ਮੈਨੂੰ ਸੌਂਪੋ। ਉੱਥੇ ਮੈਜਿਸਟ੍ਰੇਟ ਮੈਕਲੇਗਨ ਵੀ ਬੈਠਾ ਹੈ, ਸੰਗਤ ਵੀ ਜੁੜੀ ਪਈ ਹੈ ਤੇ ਮਹੰਤ ਨਰੈਣ ਦਾਸ ਇਹ ਪ੍ਰੋਮਿਸ ਕਰਦਾ ਹੈ, ਇਕਰਾਰ ਕਰਦਾ ਹੈ ਕਿ ਜਿਹੜੀਆਂ ਕੁਰੀਤੀਆਂ, ਜਿਹੜੇ ਮਾੜੇ ਕੰਮ ਮੇਰੇ ਤੋਂ ਪਹਿਲਾਂ ਮਹੰਤਾਂ ਨੇ ਕੀਤੇ, ਮੈਂ ਉਸ ਤਰ੍ਹਾਂ ਨਹੀਂ ਕਰਾਂਗਾ। ਮੈਂ ਵਾਅਦਾ ਕਰਦਾ ਕਿ ਉਸ ਤਰ੍ਹਾਂ ਦਾ ਮੇਰਾ ਜੀਵਨ ਨਹੀਂ ਹੋਏਗਾ ਜਿਵੇਂ ਦਾ ਉਹਨਾਂ ਦਾ ਸੀ। ਉਹ ਗੁਰੂ ਘਰ ਦੇ ਵਿੱਚ ਸ਼ਰਾਬ ਵੀ ਪੀਂਦੇ ਰਹੇ, ਉਹ ਗੁਰੂ ਘਰ ਦੇ ਵਿੱਚ ਰਖੈਲਾਂ ਵੀ ਰੱਖ ਕੇ ਰਹਿੰਦੇ ਰਹੇ, ਉਹ ਗੁਰੂ ਘਰ ਦੇ ਵਿੱਚ ਹਰ ਇੱਕ ਉਹ ਨੀਚ ਕਰਮ ਕਰਦੇ ਰਹੇ ਜਿਹਦੇ ਨਾਲ ਗੁਰੂ ਘਰ ਦੀ ਪਵਿੱਤਰਤਾ ਜਿਹੜੀ ਹੈ ਉਹ ਭੰਗ ਹੋਈ। ਤੇ ਇਸ ਮਹੰਤ ਨੇ ਇਹ ਵਾਅਦਾ ਕੀਤਾ ਕਿ ਮੈਂ ਉਹਨਾਂ ਵਾਂਗ ਮਾੜੇ ਕਰਮ ਇਸ ਪਾਵਨ ਸਥਾਨ ਦੇ ਉੱਤੇ ਨਹੀਂ ਕਰਾਂਗਾ, ਮੈਨੂੰ ਇਹਦਾ ਪ੍ਰਬੰਧ ਜਿਹੜਾ ਹੈ ਸੌਂਪ ਦਿੱਤਾ ਜਾਏ। ਤੇ ਮੈਜਿਸਟ੍ਰੇਟ ਦੇ ਸਾਹਮਣੇ ਸੰਗਤ ਦੀ ਸਹਿਮਤੀ ਦੇ ਨਾਲ ਮਹੰਤ ਨਰੈਣ ਦਾਸ ਨੂੰ ਪ੍ਰਬੰਧ ਮਿਲਦਾ ਹੈ। ਖਿਆਲ ਕਰਿਓ ਸਾਧ ਸੰਗਤ, ਹੁਣ ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਉਹ ਮਹੰਤ ਨਰੈਣ ਦਾਸ ਦੇ ਕੋਲ ਆ ਗਿਆ। ਮਹੰਤ ਨਰੈਣ ਦਾਸ ਨੇ ਪ੍ਰਬੰਧ ਸੰਭਾਲਣਾ ਸ਼ੁਰੂ ਕੀਤਾ, ਪਰ ਜਿਹੜਾ ਇਹਨੇ ਪ੍ਰੋਮਿਸ ਕੀਤਾ ਸੀ ਨਾ ਕਿ ਮੈਂ ਪਹਿਲੇ ਦੋ ਮਹੰਤਾਂ ਵਾਂਗ ਮਾੜੇ ਕਰਮ ਨਹੀਂ ਕਰਾਂਗਾ, ਇਤਿਹਾਸ ਕਹਿੰਦਾ ਹੈ ਕਿ ਇਸ ਮਹੰਤ ਦਾ ਨਰੈਣ ਦਾਸ ਨੇ ਪਹਿਲੇ ਦੋਨਾਂ ਮਹੰਤਾਂ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਮਹੰਤ ਨਰੈਣ ਦਾਸ ਨੇ ਇੱਕ ਮਰਾਸਣ ਕਹਿ ਲਈਏ ਜੀ, ਇੱਕ ਪ੍ਰੋਸਟੀਟਿਊਟ ਨਨਕਾਣਾ ਸਾਹਿਬ ਦੇ ਵਿੱਚ ਰੱਖੀ। ਇਹਦੇ ਦੋ ਘਰ ਸਨ ਮਹੰਤ ਨਰੈਣ ਦਾਸ ਦੇ, ਇੱਕ ਲਾਹੌਰ ਦੀ ਰਾਮ ਗਲੀ ਦੇ ਵਿੱਚ ਤੇ ਇੱਕ ਨਨਕਾਣਾ ਸਾਹਿਬ ਦੇ ਵਿੱਚ। ਇਹਨੇ ਰਖੈਲ ਰੱਖੀ ਉੱਥੇ ਹੀ ਇਹਦੇ 4 ਬੱਚੇ ਪੈਦਾ ਹੁੰਦੇ ਨੇ, 2 ਕੁੜੀਆਂ ਤੇ 2 ਮੁੰਡੇ। ਤੇ ਖਿਆਲ ਕਰਿਓ ਸਾਧ ਸੰਗਤ, ਸਮਾਂ ਆਉਂਦਾ ਹੈ 1917 ਦਾ। ਇਸ ਸਮੇਂ ਦੇ ਲਗਭਗ ਇੱਕ ਸਿੱਖ ਜਿਹੜਾ ਹੈ ਉਹ ਭਾਵਨਾ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚਦਾ ਹੈ। ਤੇ ਉੱਥੇ ਪਹੁੰਚ ਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਸਰੋਵਰ, ਇੱਕ ਪੂਲ, ਇੱਕ ਸਰੋਵਰ ਬਣਵਾਇਆ ਸੀ, ਉਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ। ਜਦੋਂ ਇਸ਼ਨਾਨ ਕਰਨ ਲੱਗਾ, ਮਹੰਤ ਦੇ ਗੁੰਡਿਆਂ ਨੇ ਉਹ ਜਿਹੜਾ ਸਿੱਖ ਹੈ ਉਹਦੇ ਕਕਾਰ ਖੋਲੇ। ਕਕਾਰ ਮੀਨਸ ਜਿਹੜੇ 5 ਕੇਸ ਨੇ, ਉਹਨਾਂ ਦੇ ਵਿੱਚੋਂ ਜਿਹੜੇ ਕੰਘਾ, ਕੜਾ ਤੇ ਕਿਰਪਾਨ, ਇਹ ਤਿੰਨੋਂ ਕਕਾਰ ਜਿਹੜੇ ਨੇ ਮਹੰਤ ਦੇ ਗੁੰਡੇ ਖੋਹ ਲੈਂਦੇ ਨੇ। ਖਿਆਲ ਕਰਿਓ, ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਖਿਆਲ ਹੈ ਉਹ ਐਵੇਂ ਅਚਾਨਕ ਨਹੀਂ ਆ ਗਿਆ, ਇਹਦੇ ਪਿੱਛੇ ਇਤਿਹਾਸ ਹੈ। ਮਹੰਤ ਨਰੈਣ ਦਾਸ ਨੇ, ਉਹਦੇ ਗੁੰਡਿਆਂ ਨੇ ਇਸ ਸਿੱਖ ਦੇ ਕੋਲੋਂ ਕਕਾਰ ਖੋਲੇ, ਇਕੱਲੇ ਕਕਾਰ ਹੀ ਨਹੀਂ ਖੋਏ, ਇਸ ਨੂੰ ਮਾਰਿਆ ਵੀ, ਕੁੱਟਿਆ ਵੀ। ਇਹ ਚਲਾ ਗਿਆ। ਇਹਦੇ ਗੁੰਡੇ ਜਿਹੜੇ ਨੇ ਇਹ ਸ਼ਰਾਬਾਂ, ਰੋਜ਼ਾਨਾ ਹੀ ਸ਼ਰਾਬਾਂ ਪੀਂਦੇ ਨੇ। ਕੋਈ ਵੀ ਉੱਥੇ ਸੰਗਤ ਦਾ ਜੀ ਮੱਥਾ ਟੇਕਣ ਵਾਸਤੇ, ਦਰਸ਼ਨਾਂ ਵਾਸਤੇ ਆਉਂਦਾ ਹੈ ਤੇ ਇਹਦੇ ਗੁੰਡੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਤੇ ਖਿਆਲ ਕਰਿਓ, ਇੱਕ ਐਸੀ ਘਟਨਾ
1917 ਦੇ ਵਿੱਚ ਹੁੰਦੀ ਹੈ ਕਿ ਮਹੰਤ ਨਰੈਣ ਦਾਸ ਲਾਹੌਰ ਤੋਂ ਕੁਝ ਵੇਸ਼ਵਾਵਾਂ ਪ੍ਰੋਸਟੀਟਿਊਟਸ ਮੰਗਵਾਉਂਦਾ ਹੈ ਤੇ ਉਹਨਾਂ ਦਾ ਨਾਚ, ਉਹਨਾਂ ਦਾ ਡਾਂਸ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਤੇ ਕਰਵਾਇਆ ਜਾਂਦਾ ਹੈ। 1917 ਦੇ ਵਿੱਚ ਜਨਮ ਸਥਾਨ ਦੇ ਉੱਤੇ ਮਹੰਤ ਵੇਸ਼ਵਾਵਾਂ ਬੁਲਾ ਕੇ ਤੇ ਡਾਂਸ ਕਰਵਾਉਂਦਾ ਹੈ ਤੇ ਨਾਲ ਹੀ ਉੱਥੇ ਸ਼ਰਾਬਾਂ ਚੱਲਦੀਆਂ ਨੇ। ਜਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਉਹਦੇ ਬਿਲਕੁਲ ਸਾਹਮਣੇ ਬੈਠ ਕੇ ਇਹ ਸ਼ਰਾਬਾਂ ਵੀ ਪੀ ਰਿਹਾ ਹੈ ਤੇ ਨਾਲ ਵੇਸ਼ਵਾਵਾਂ ਦੇ ਨਾਚ ਵੀ ਕਰਵਾਉਂਦਾ ਪਿਆ ਹੈ। 1918 ਦਾ ਸਾਲ ਆਇਆ। ਇਸ ਸਾਲ ਪਿੰਡ ਜੜ੍ਹਾਂਵਾਲਾ ਤੋਂ, ਪਾਕਿਸਤਾਨ ਦੇ ਵਿੱਚ ਪਿੰਡ ਹੈ ਜੜ੍ਹਾਂਵਾਲਾ, ਉਸ ਪਿੰਡ ਤੋਂ 6 ਬੀਬੀਆਂ, ਪੂਰਨਮਾਸ਼ੀ ਦਾ ਦਿਨ ਆਇਆ ਤੇ ਉਹ ਸੇਵਾ ਕਰਨ ਵਾਸਤੇ ਨਨਕਾਣਾ ਸਾਹਿਬ ਦੇ ਪਾਵਨ ਸਥਾਨ ਤੇ ਪਹੁੰਚਦੀਆਂ ਨੇ। ਜਦੋਂ ਸੇਵਾ ਕਰਨ ਵਾਸਤੇ ਗਈਆਂ, ਸੇਵਾ ਕਰਦਿਆਂ ਰਾਤ ਪੈ ਗਈ, ਲੇਟ ਹੋ ਗਈਆਂ, ਸ਼ਾਮਾਂ ਪੈ ਗਈਆਂ ਤੇ ਜਦੋਂ ਘਰ ਨੂੰ ਵਾਪਸ ਜਾਣ ਲੱਗੀਆਂ ਟ੍ਰੇਨ ਨਾ ਮਿਲੀ, ਕੋਈ ਸਾਧਨ ਨਾ ਮਿਲਿਆ ਘਰ ਨੂੰ ਜਾਣ ਵਾਸਤੇ, ਫਿਰ ਵਾਪਸ ਇਹ ਨਨਕਾਣਾ ਸਾਹਿਬ ਆ ਜਾਂਦੀਆਂ ਨੇ ਤੇ ਇੱਥੇ ਆਣ ਕੇ ਮਹੰਤ ਦੇ ਜਿਹੜੇ ਗੁੰਡੇ ਨੇ ਉਹਨਾਂ ਦੇ ਕੋਲੋਂ ਰਹਿਣ ਵਾਸਤੇ ਜਗ੍ਹਾ ਮੰਗਦੀਆਂ ਨੇ। ਜਗ੍ਹਾ ਤਾਂ ਦੇ ਦਿੱਤੀ ਜਾਂਦੀ ਹੈ ਪਰ ਉਸ ਰਾਤ ਇਹਨਾਂ 6 ਬੀਬੀਆਂ ਦੇ ਨਾਲ ਮਹੰਤ ਦੇ ਜਿਹੜੇ ਗੁੰਡੇ ਨੇ ਉਹ ਰੇਪ ਕਰਦੇ ਨੇ। ਸਾਰੀ ਰਾਤ ਇਹਨਾਂ 6 ਬੀਬੀਆਂ ਦੇ ਨਾਲ ਰੇਪ ਹੁੰਦਾ ਹੈ ਉਸ ਪਾਵਨ ਸਥਾਨ ਦੇ ਉੱਤੇ ਜਿੱਥੋਂ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ, ਸੁਧਨ ਵਾਸਤੇ ਉਦਾਸੀਆਂ ਤੇ ਨਿਕਲੇ ਸਨ। ਜਿਸ ਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਕੇ ਦੌਲਤਾਂ ਦਾਈ ਰੱਜੀ ਗਈ, ਉਸ ਪਾਵਨ ਸਥਾਨ ਤੇ ਜਿਹੜੇ ਮਹੰਤ ਦੇ ਗੁੰਡੇ ਨੇ ਉਹ ਬੀਬੀਆਂ ਦੀ ਪੱਤ ਰੋਲਦੇ ਪਏ ਨੇ। ਇੱਥੇ ਹੀ ਬਸ ਨਹੀਂ, ਇਸੇ ਹੀ ਸਾਲ 1918 ਦੇ ਵਿੱਚ ਇੱਕ ਸਿੰਧੀ ਪਰਿਵਾਰ ਜੱਜ ਸੀ। ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕੀਤੀ, ਜੱਜ ਦੀ ਸੇਵਾ ਨਿਭਾਈ ਤੇ ਇਹ ਗੁਰੂ ਨਾਨਕ ਸਾਹਿਬ ਦਾ ਬੜਾ ਸ਼ਰਧਾਲੂ ਸੀ। ਤੇ ਜਦੋਂ ਇਹ ਰਿਟਾਇਰ ਹੋਇਆ, ਰਿਟਾਇਰਮੈਂਟ ਤੋਂ ਬਾਅਦ ਇਹਨੇ ਮਨ ਦੇ ਵਿੱਚ ਸੋਚਿਆ ਕਿ ਮੇਰੀ ਜਿਹੜੀ ਡਿਊਟੀ ਹੈ, ਮੇਰੀ ਜਿਹੜੀ ਜੌਬ ਹੈ ਉਹ ਬੜੀ ਵਧੀਆ ਤਰੀਕੇ ਦੇ ਨਾਲ ਬਤੀਤ ਹੋਈ ਹੈ, ਬਿਨਾਂ ਦਾਗ ਮੈਂ ਆਪਣੀ ਡਿਊਟੀ ਨੂੰ ਕੰਪਲੀਟ ਕੀਤਾ ਹੈ ਤੇ ਚੱਲ ਕੇ ਮੈਂ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਾਂ। ਇਹ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ ਪਰਿਵਾਰ ਸਮੇਤ। ਜਦੋਂ ਪਰਿਵਾਰ ਦੇ ਨਾਲ ਪਹੁੰਚਿਆ ਤੇ ਖਿਆਲ ਕਰਿਓ, ਦਰਸ਼ਨ ਦੀਦਾਰ ਕੀਤੇ, ਰਾਤ ਦਾ ਸਮਾਂ ਆਇਆ, ਰਹਿਣ ਵਾਸਤੇ ਜਗ੍ਹਾ ਮੰਗੀ, ਕਮਰਾ ਇਹਨਾਂ ਨੂੰ ਦੇ ਦਿੱਤਾ ਗਿਆ। ਕਮਰੇ ਦੇ ਵਿੱਚ ਹਨੇਰਾ ਹੈ ਕਿਉਂਕਿ ਲਾਈਟ ਦਾ ਪ੍ਰਬੰਧ ਉਸ ਟਾਈਮ ਤੇ ਕੋਈ ਖਾਸ ਨਹੀਂ ਸੀ ਹੋਇਆ ਕਰਦਾ। ਕਮਰੇ ਦੇ ਵਿੱਚ ਹਨੇਰਾ ਹੈ ਤੇ ਇਸ ਸਿੰਧੀ ਜੱਜ ਨੇ ਮਹੰਤ ਦੇ ਗੁੰਡਿਆਂ ਨੂੰ ਕਿਹਾ ਕਿ ਜੇਕਰ ਕੋਈ ਦੀਵਾ, ਕੋਈ ਲੈਂਪ ਮਿਲ ਜਾਏ ਕਮਰੇ ਵਿੱਚ ਚਾਨਣ ਕਰਨ ਵਾਸਤੇ ਤਾਂ ਚੰਗਾ ਹੋਏ। ਮਹੰਤ ਦਾ ਇੱਕ ਗੁੰਡਾ ਇਹਨਾਂ ਦੇ ਨਾਲ ਕਮਰੇ ਵਿੱਚ ਆਉਂਦਾ ਹੈ। ਕਮਰੇ ਦੇ ਵਿੱਚੋਂ ਇੱਕ ਲੈਂਪ ਮਿਲਦਾ ਹੈ ਪਰ ਉਸ ਲੈਂਪ ਦੇ ਵਿੱਚ ਤੇਲ ਕੋਈ ਨਹੀਂ। ਦੀਵਾ ਮਿਲਦਾ ਹੈ ਪਰ ਦੀਵੇ 'ਚ ਤੇਲ ਕੋਈ ਨਹੀਂ। ਤੇ ਜੱਜ ਕਹਿੰਦਾ ਹੈ ਜੀ ਦੀਵਾ ਤਾਂ ਮਿਲ ਗਿਆ ਪਰ ਤੇਲ ਇਹਦੇ ਵਿੱਚ ਹੈ ਨਹੀਂ। ਤੇ ਉਹ ਗੁੰਡਾ ਕਹਿੰਦਾ ਹੈ ਕਿ ਤੁਸੀਂ ਆਪਣੀ ਬੇਟੀ ਨੂੰ ਮੇਰੇ ਨਾਲ ਭੇਜੋ। ਖਿਆਲ ਕਰਿਓ, ਇਸ ਜੱਜ ਦੀ ਬੇਟੀ ਦਾ ਨਾਮ ਹੈ ਰਜਨੀ, ਬੀਬੀ ਰਜਨੀ, ਤੇ ਇਹਦੀ ਉਮਰ ਹੈ ਕੇਵਲ 13 ਸਾਲ। 13 ਸਾਲ ਦੀ ਇਹ ਬੱਚੀ ਹੈ। ਮਹੰਤ ਦਾ ਗੁੰਡਾ ਕਹਿੰਦਾ ਕਿ ਤੁਸੀਂ ਇਹਨੂੰ ਮੇਰੇ ਨਾਲ ਭੇਜੋ, ਮੈਂ ਤੇਲ ਦੇ ਦਿੰਨਾ, ਉਹ ਤੇਲ ਪਾ ਕੇ ਇਸ ਦੀਵੇ ਦੇ ਵਿੱਚ ਤੁਸੀਂ ਜਗਾ ਲਿਓ, ਚਾਨਣ ਹੋਏਗਾ। ਤੇ ਉਹ ਜੱਜ, ਉਹਦੇ ਮਨ ਦੇ ਵਿੱਚ ਕੋਈ ਐਸਾ ਵਿਚਾਰ ਨਹੀਂ। ਉਹ ਜੱਜ ਆਪਣੀ ਬੇਟੀ ਨੂੰ ਉਹਦੇ ਨਾਲ ਭੇਜਦਾ ਹੈ ਤੇ ਸਾਧ ਸੰਗਤ ਉਸ 13 ਸਾਲ ਦੀ ਬੱਚੀ ਦੇ ਨਾਲ ਸਤਿਗੁਰਾਂ ਦੇ ਪਾਵਨ ਸਥਾਨ ਦੇ ਉੱਤੇ ਮਹੰਤ ਦੇ ਗੁੰਡੇ ਜਿਹੜੇ ਨੇ ਉਹ ਰੇਪ ਕਰਦੇ ਨੇ। ਸਾਰੀ ਰਾਤ ਉਹਦੇ ਨਾਲ ਰੇਪ ਕੀਤਾ ਜਾਂਦਾ ਹੈ, ਸਾਰੀ ਰਾਤ ਉਹਦੀ ਪੱਤ ਰੋਲੀ ਜਾਂਦੀ ਹੈ। ਤੇ ਜਦੋਂ ਦਿਨ ਚੜ੍ਹਦਾ ਹੈ, ਜੱਜ ਜਿਹੜਾ ਹੈ ਉਹ ਰੋਂਦਾ ਹੈ, ਉਹ ਤਰਲੇ ਕੱਢਦਾ ਹੈ ਕਿ ਮੇਰੀ ਬੇਟੀ ਮੈਨੂੰ ਵਾਪਸ ਕਰੋ। ਤੇ ਜੱਜ ਦੇ ਗੁੰਡੇ ਜਿਹੜੇ ਨੇ ਉਹ ਉਹਨੂੰ ਧਮਕਾਉਂਦੇ ਨੇ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤੇ ਤੈਨੂੰ ਵੀ ਮਾਰ ਦਿੱਤਾ ਜਾਏਗਾ, ਤੇਰੇ ਪਰਿਵਾਰ ਨੂੰ ਵੀ, ਤੇਰੀ ਬੇਟੀ ਨੂੰ ਵੀ। ਕਹਿੰਦਾ ਮੇਰੀ ਬੇਟੀ, ਕਹਿਣ ਲੱਗਾ ਤੂੰ ਨਨਕਾਣਾ ਸਾਹਿਬ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਪਹੁੰਚ, ਉੱਥੇ ਤੈਨੂੰ ਬੇਟੀ ਮਿਲ ਜਾਏਗੀ। ਪਹੁੰਚਦੇ ਨੇ ਮਹੰਤ ਦੇ ਗੁੰਡੇ, ਉੱਥੇ ਉਸ 13 ਸਾਲ ਦੀ ਬੱਚੀ ਨੂੰ ਛੱਡ ਕੇ ਚਲੇ ਜਾਂਦੇ ਨੇ। ਇਹ ਸਿੰਧੀ ਪਰਿਵਾਰ ਜਿਹੜਾ ਦਰਸ਼ਨਾਂ ਨੂੰ ਗਿਆ ਸੀ, ਆਪਣੀ ਬੇਟੀ ਦੀ ਪੱਤ ਲੁਟਾ ਕੇ ਆਪਣੇ ਘਰ ਵਾਪਸ ਪਰਤਦਾ ਹੈ। ਤੇ ਖਿਆਲ ਕਰਿਓ ਸਾਧ ਸੰਗਤ, ਇਹਨਾਂ ਜਿਹੜੀਆਂ ਘਟਨਾਵਾਂ ਹੋਈਆਂ, 4 ਘਟਨਾਵਾਂ ਦਾ ਜ਼ਿਕਰ ਮੇਨ ਤੌਰ ਤੇ ਮਿਲਦਾ ਹੈ। ਪਹਿਲੀ ਘਟਨਾ ਕੀ ਸੀ ਕਿ ਜਿਹੜਾ ਮਹੰਤ ਦੇ ਗੁੰਡੇ ਨੇ ਉਹ ਸਿੱਖ ਦੇ ਕਕਾਰ ਖੋਹਦੇ ਨੇ।
ਦੂਜੀ ਘਟਨਾ ਦੇ ਵਿੱਚ ਲਾਹੌਰ ਤੋਂ ਵੇਸ਼ਵਾਵਾਂ ਮੰਗਵਾ ਕੇ ਨਾਚ ਕਰਵਾਏ ਜਾਂਦੇ ਨੇ। ਤੀਜੀ ਘਟਨਾ 6 ਬੀਬੀਆਂ ਜਿਹੜੀਆਂ ਸੇਵਾ ਕਰਨ ਵਾਸਤੇ ਆਈਆਂ ਨੇ ਉਹਨਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ। ਚੌਥੀ ਘਟਨਾ ਹੈ ਜਿਹੜਾ ਜੱਜ ਸਿੰਧੀ ਪਰਿਵਾਰ, ਇਹਨਾਂ ਦੀ 13 ਸਾਲ ਦੀ ਬੇਟੀ ਦੇ ਨਾਲ ਰੇਪ ਹੁੰਦਾ ਹੈ। ਇਹ ਸਾਰੀਆਂ ਘਟਨਾਵਾਂ ਦੀ ਖਬਰ ਜਿਹੜੀ ਹੈ ਉਹ ਸਿੱਖਾਂ ਨੂੰ ਪਹੁੰਚਦੀ ਹੈ, ਪਤਾ ਲੱਗਦਾ ਹੈ। ਤੇ ਖਿਆਲ ਕਰਿਓ 1919 ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ, ਸਿੱਖ ਐਜੂਕੇਸ਼ਨਲ ਕਾਨਫਰੰਸ ਸੀ। ਤੇ ਇਹ ਜੱਜ ਜਿਹੜਾ ਉਸ ਕਾਨਫਰੰਸ ਦੇ ਵਿੱਚ ਪਹੁੰਚਦਾ ਹੈ, ਜਿਹਦੀ ਬੇਟੀ ਦੀ ਇੱਜ਼ਤ ਲੁੱਟੀ ਗਈ। ਇਹ ਉੱਥੇ ਪਹੁੰਚਿਆ, ਇਹਨੇ ਉੱਥੇ ਬੋਲਣ ਵਾਸਤੇ ਸਮਾਂ ਮੰਗਿਆ, ਸਮਾਂ ਦਿੱਤਾ ਗਿਆ। ਤੇ ਜਦੋਂ ਇਹ ਸਟੇਜ ਤੇ ਖੜ ਕੇ ਮਾਈਕ ਦੇ ਵਿੱਚ ਬੋਲਣ ਲੱਗਾ ਤੇ ਬੋਲਣ ਤੋਂ ਪਹਿਲਾਂ ਇਹ ਬੜੀ ਉੱਚੀ ਰੋਇਆ। ਇਹਨੇ ਬੜੀ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਹਿਣ ਲੱਗੇ ਸਿੱਖ ਹੈਨ ਕਿ ਮਰ ਗਏ। ਪਹਿਲੀ ਵਾਰ ਇਦਾਂ ਕਿਹਾ, ਦੂਜੀ ਵਾਰ ਫਿਰ ਇਹਨੇ ਉੱਚੀ ਆਵਾਜ਼ 'ਚ ਕਿਹਾ, ਕਹਿਣ ਲੱਗਾ ਸਿੱਖ ਹੈਗੇ ਨੇ ਕਿ ਮਰ ਗਏ। ਜਿਹੜੇ ਸਟੇਜ ਤੇ ਬੈਠੇ ਹੋਏ ਨੇ ਸਿੱਖ, ਉਹਨਾਂ ਨੇ ਪੁੱਛਿਆ ਹੋਇਆ ਕੀ ਹੈ? ਕਹਿਣ ਲੱਗਾ ਕੋਈ ਸਮਾਂ ਸੀ ਜਦੋਂ ਗੁਰੂ ਕੇ ਸਿੱਖ ਬੱਚੀਆਂ ਨੂੰ ਜ਼ੁਲਮਾਂ ਤੋਂ ਬਚਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿਆ ਕਰਦੇ ਸਨ। ਕੋਈ ਸਮਾਂ ਸੀ, ਬੱਚੀ ਕਿਸੇ ਦੀ ਵੀ ਹੋਵੇ, ਸਿੱਖ ਉਹਦੀ ਇੱਜ਼ਤ ਦੀ ਰਾਖੀ ਕਰਦੇ ਸੀ। ਪਰ ਅੱਜ ਉਹ ਸਿੱਖ ਕਿੱਥੇ ਚਲੇ ਗਏ? ਉਹਨਾਂ ਦੇ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਬੱਚੀਆਂ ਦੀਆਂ ਇੱਜ਼ਤਾਂ ਉਹ ਕਾਇਮ ਨਹੀਂ ਰਹਿ ਰਹੀਆਂ। ਗੁਰੂ ਘਰਾਂ ਦੇ ਵਿੱਚ ਜਿਹੜੇ ਗੁੰਡੇ ਨੇ ਉਹ ਇੱਜ਼ਤਾਂ ਲੁੱਟਦੇ ਪਏ ਨੇ। ਇਹਨੇ ਸਾਰੀ ਘਟਨਾ ਦੱਸੀ ਤੇ ਸਾਧ ਸੰਗਤ ਸਾਰੀ ਘਟਨਾ ਸੁਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ, ਜਿਹੜੀ ਕਿ 1920 ਦੇ ਵਿੱਚ ਹੋਂਦ ਵਿੱਚ ਆ ਚੁੱਕੀ ਹੈ, ਸ਼੍ਰੋਮਣੀ ਕਮੇਟੀ ਨੇ ਇੱਕ ਪੰਥਕ ਇਕੱਤਰਤਾ, ਪੰਥਕ ਗੈਦਰਿੰਗ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਰੱਖੀ। ਮਹੰਤ ਨਰੈਣ ਦਾਸ ਦੀ ਸਲਾਹ ਦੇ ਨਾਲ ਇਹ ਪੰਥਕ ਗੈਦਰਿੰਗ ਜਿਹੜੀ ਹੈ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਰੱਖੀ ਜਾਂਦੀ ਹੈ। 4, 5, 6 ਮਾਰਚ 1921 ਮਾਰਚ ਦੀ 4, 5, 6 ਤਰੀਕ ਜਿਹੜੀ ਹੈ ਉਹ ਨਿਯਤ ਕੀਤੀ ਜਾਂਦੀ ਹੈ ਇਕੱਤਰਤਾ ਵਾਸਤੇ। ਤੇ ਇਸ ਇਕੱਤਰਤਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਪਹੁੰਚਣਾ ਸੀ। ਜਿਹੜੇ ਮੇਨ ਆਗੂ ਨੇ, ਲੀਡਰਸ ਨੇ ਸਿੱਖ, ਉਹ ਵੀ ਇੱਥੇ ਪਹੁੰਚਣੇ ਸੀ। ਤੇ ਮਹੰਤ ਨਰੈਣ ਦਾਸ ਨੇ ਵੀ ਇੱਥੇ ਪਹੁੰਚਣਾ ਸੀ, ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਣਾ ਸੀ, ਤਾਂ ਕਿ ਉਹਦੇ ਨਾਲ ਗੱਲਬਾਤ ਕੀਤੀ ਜਾਵੇ। ਜਿਹੜਾ ਪ੍ਰਬੰਧ ਵਿਗੜਿਆ ਪਿਆ ਗੁਰਦੁਆਰੇ ਦਾ ਉਹਨੂੰ ਸੋਲਵ ਕੀਤਾ ਜਾਏ ਤੇ ਉਹਦੇ ਕੋਲੋਂ ਪ੍ਰਬੰਧ ਲੈ ਕੇ ਉਹ ਪ੍ਰਬੰਧ ਸਿੱਖ ਆਪਣੇ ਹੱਥਾਂ ਦੇ ਵਿੱਚ ਲੈ ਲੈਣ। ਇਧਰੋਂ ਮਹੰਤ ਨਰੈਣ ਦਾਸ ਜਿਹੜਾ ਹੈ ਨਾ, ਇਹ ਇਸ ਇਕੱਤਰਤਾ ਦੀ ਹਾਮੀ ਭਰਦਾ ਹੈ, ਇਹ ਸਹਿਮਤੀ ਕਰਦਾ ਹੈ, ਪ੍ਰਗਟ ਕਰਦਾ ਹੈ ਕਿ ਹਾਂ ਠੀਕ ਹੈ, ਇਕੱਤਰਤਾ ਹੋਵੇ, ਸਿੱਖ ਇਕੱਠੇ ਹੋਣ, ਗੱਲਬਾਤ ਹੋਏ। ਪਰ ਦੂਜੇ ਪਾਸੇ ਇਹਦੀ ਪਲੈਨਿੰਗ ਕੁਝ ਹੋਰ ਸੀ। ਪਲੈਨਿੰਗ ਕੀ ਹੈ? ਇਹ ਲਾਹੌਰ ਆਪਣੇ ਘਰ ਰਾਮਗਲੀ ਦੇ ਵਿੱਚ ਇੱਕ ਗੁਪਤ ਮੀਟਿੰਗ ਕਰਦਾ ਹੈ। ਇੱਕ ਪਾਸਿਓਂ ਆ 4, 5, 6 ਮਾਰਚ ਦੀ ਇਕੱਤਰਤਾ ਦਾ ਜਿਹੜਾ ਪਲਾਨ ਹੈ ਉਹ ਬਣ ਚੁੱਕਾ ਹੈ ਆਲਰੇਡੀ। ਸਿੱਖ ਜਿਹੜੇ ਨੇ ਉਹ ਤਿਆਰੀਆਂ ਕਰਦੇ ਪਏ ਨੇ। ਨਾਲ ਦੀ ਨਾਲ ਇਹ ਮਹੰਤ ਨਰੈਣ ਦਾਸ ਜਿਹੜਾ ਹੈ, ਇਹ ਸਰਦਾਰ ਕਰਤਾਰ ਸਿੰਘ ਝੱਬਰ ਦੇ ਨਾਲ ਸੁਲ੍ਹਾ ਕਰਨ ਵਾਸਤੇ ਗੱਲਬਾਤ ਕਰਦਾ ਪਿਆ ਹੈ। ਇੱਕ ਪਾਸੇ ਇਹ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਸੱਦ ਕੇ ਬੈਠਾ ਹੈ, ਦੂਜੇ ਪਾਸੇ ਸਰਦਾਰ ਕਰਤਾਰ ਸਿੰਘ ਝੱਬਰ ਦੇ ਨਾਲ ਇਹਦੀ ਗੱਲਬਾਤ ਚੱਲਦੀ ਪਈ ਹੈ ਸੁਲ੍ਹਾ ਕਰਨ ਵਾਸਤੇ। ਤੇ ਕਰਤਾਰ ਸਿੰਘ ਝੱਬਰ ਤੇ ਭਾਈ ਬੂਟਾ ਸਿੰਘ ਵਕੀਲ ਐਡਵੋਕੇਟ, ਇਹਨਾਂ ਦੀ ਮੀਟਿੰਗ ਸੀ ਲਾਹੌਰ ਦੇ ਵਿੱਚ। ਭਾਈ ਬੂਟਾ ਸਿੰਘ ਦੇ ਘਰ ਦੇ ਵਿੱਚ ਇਸ ਮਹੰਤ ਨੇ ਭਾਈ ਕਰਤਾਰ ਸਿੰਘ ਝੱਬਰ ਤੇ ਭਾਈ ਬੂਟਾ ਸਿੰਘ ਦੇ ਨਾਲ ਇੱਕ ਮੀਟਿੰਗ ਕਰਨੀ ਸੀ। ਭਾਈ ਬੂਟਾ ਸਿੰਘ ਦੇ ਘਰ ਭਾਈ ਕਰਤਾਰ ਸਿੰਘ ਝੱਬਰ ਪਹੁੰਚਦੇ ਨੇ, ਇਹ ਮਹੰਤ ਨਹੀਂ ਆਉਂਦਾ। ਸੁਨੇਹਾ ਭੇਜਿਆ ਜਾਂਦਾ ਹੈ, ਇਹ ਅੱਗੋਂ ਵਾਪਸ ਸੁਨੇਹਾ ਭੇਜ ਦਿੰਦਾ, ਕਹਿੰਦਾ ਅੱਜ ਮੈਂ ਕਿਤੇ ਹੋਰ ਜਾ ਰਿਹਾ, ਲਾਹੌਰ ਜਾ ਰਿਹਾ, ਕੱਲ ਨੂੰ ਮੀਟਿੰਗ ਹੋਏਗੀ। ਤੇ ਭਾਈ ਕਰਤਾਰ ਸਿੰਘ ਝੱਬਰ ਤੇ ਸਰਦਾਰ ਬੂਟਾ ਸਿੰਘ ਜਿਹੜੇ ਨੇ ਇਹ ਲਾਹੌਰ ਪਹੁੰਚਦੇ ਨੇ। ਲਾਹੌਰ ਦੇ ਵਿੱਚ ਸਰਦਾਰ ਅਮਰ ਸਿੰਘ ਨੇ, ਉਹਨਾਂ ਦੇ ਆਫਿਸ ਵਿੱਚ ਬੈਠ ਕੇ ਇਹਦੀ ਉਡੀਕ ਕੀਤੀ ਜਾਂਦੀ ਹੈ। ਸੁਨੇਹਾ ਭੇਜਿਆ ਜਾਂਦਾ ਫਿਰ ਇਹਦੇ ਵੱਲ ਕਿ ਆ। ਜਦੋਂ ਇਹਦੇ ਵੱਲ ਇੱਕ ਆਦਮੀ ਜਿਹੜਾ ਉਹ ਸੁਨੇਹਾ ਲੈ ਕੇ ਜਾਂਦਾ ਹੈ, ਦੂਜੇ ਪਾਸੇ ਸਰਦਾਰ ਕਰਤਾਰ ਸਿੰਘ ਝੱਬਰ ਦਾ ਇੱਕ ਸੂਹੀਆ ਹੈ, ਸੂਹੀਆ ਮੀਨਸ ਸਿਪਾਹੀ। ਉਹ ਸੂਹੀਆ ਕਰਤਾਰ ਸਿੰਘ ਝੱਬਰ ਜੀ ਨੂੰ ਆਣ ਕੇ ਮਿਲਦਾ ਹੈ। ਉਹਦਾ ਨਾਂ ਹੈ ਸਰਦਾਰ ਅਵਤਾਰ ਸਿੰਘ
ਉਹ ਅਵਤਾਰ ਸਿੰਘ ਆਣ ਕੇ ਪਤਾ ਕੀ ਕਹਿੰਦਾ, ਇੱਕ ਗੱਲ ਬੜੀ ਪਤੇ ਦੀ ਦੱਸਦਾ ਹੈ। ਇਹ ਅਵਤਾਰ ਸਿੰਘ ਮਹੰਤ ਨਰੈਣ ਦਾਸ ਦੇ ਨਾਲ ਰਹਿੰਦਾ ਹੈ। ਮਹੰਤ ਨਰੈਣ ਦਾਸ ਦੇ ਨਾਲ ਇਹ ਸਰਦਾਰ ਅਵਤਾਰ ਸਿੰਘ ਰਹਿੰਦਾ ਪਿਆ ਹੈ। ਸਰਦਾਰ ਕਰਤਾਰ ਸਿੰਘ ਝੱਬਰ ਦਾ ਇਹ ਖਬਰੀਆ ਹੈ, ਸੂਹੀਆ ਹੈ। ਤੇ ਇਹ ਆਣ ਕੇ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਸਰਦਾਰ ਅਮਰ ਸਿੰਘ ਦੇ ਆਫਿਸ ਵਿੱਚ ਇੱਕ ਜਿਹੜੀ ਮੀਟਿੰਗ ਕੀਤੀ ਇਸ ਮਹੰਤ ਨੇ ਉਹਦਾ ਜ਼ਿਕਰ ਕਰਦਾ, ਕਹਿਣ ਲੱਗਾ ਤੁਸੀਂ ਇਹਦੇ ਨਾਲ ਸੁਲਾਂ ਦੀਆਂ ਸਲਾਹਾਂ ਕਰਦੇ ਪਏ ਹੋ, ਤੁਸੀਂ ਇਹ ਸੋਚਦੇ ਪਏ ਹੋ ਕਿ ਸ਼ਾਇਦ ਮਹੰਤ ਨਰੈਣ ਦਾਸ ਇਹਦੇ ਨਾਲ ਗੱਲ ਕੀਤਿਆਂ ਇਹ ਸਮਝ ਜਾਏਗਾ ਤੇ ਪ੍ਰਬੰਧ ਸੁਧਰ ਜਾਏਗਾ, ਪਰ ਤੁਹਾਡੀ ਇਹ ਸੋਚ ਬਿਲਕੁਲ ਗਲਤ ਹੈ। ਕਿਉਂ? ਕਿਉਂਕਿ ਇਹਨੇ ਆਪਣੇ ਘਰ ਦੇ ਵਿੱਚ ਬਾਕੀ ਮਹੰਤਾਂ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਹੈ। ਇਹਨੇ ਬਦਮਾਸ਼ਾਂ ਨੂੰ 1.5 ਲੱਖ ਰੁਪਈਆ ਉਸ ਟਾਈਮ ਤੇ, ਅੱਜ ਤੋਂ 100 ਸਾਲ ਪਹਿਲਾਂ 1.5 ਲੱਖ ਰੁਪਈਆ ਇਹਨੇ ਬਦਮਾਸ਼ਾਂ ਨੂੰ ਦੇਣਾ ਕੀਤਾ ਹੈ। ਤੇ ਕਿਹਾ ਕੀ ਗਿਆ ਹੈ ਕਿ ਜਦੋਂ ਸਿੱਖ ਲੀਡਰ, ਅਕਾਲੀ ਲੀਡਰ ਪੰਥਕ ਇਕੱਤਰਤਾ ਦੇ ਵਿੱਚ 4, 5, 6 ਮਾਰਚ ਨੂੰ ਪਹੁੰਚਣਗੇ, ਮੈਂ ਸਟੇਜ ਤੇ ਹੋਵਾਂਗਾ ਤੇ ਤੁਸੀਂ ਉੱਥੇ ਜਾ ਕੇ ਹਮਲਾ ਕਰ ਦੇਣਾ ਹੈ ਤੇ ਸਾਰਿਆਂ ਨੂੰ ਮਾਰ ਦੇਣਾ ਹੈ, ਬਾਕੀ ਮੈਂ ਦੇਖ ਲਾਂਗਾ। ਮੈਂ ਰੌਲਾ ਪਾ ਦੇਵਾਂਗਾ, ਮਾਰੇ ਗਏ, ਦੌੜ ਜਾਓ, ਭੱਜ ਜਾਓ, ਇਦਾਂ ਮੈਂ ਰੌਲਾ ਪਾ ਦੇਵਾਂਗਾ। ਤੁਸੀਂ ਸਾਰੇ ਹੀ ਲੀਡਰਾਂ ਨੂੰ ਮਾਰ ਦੇਣਾ, ਕੋਈ ਬਚਣਾ ਕੋਈ ਉੱਥੋਂ ਨਹੀਂ ਚਾਹੀਦਾ। ਨਰੈਣ ਸਿੰਘ, ਇਹ ਜਿਹੜਾ ਮਹੰਤ ਨਰੈਣ ਦਾਸ ਹੈ, ਇਹ ਆਪਣੇ ਘਰ ਦੇ ਵਿੱਚ ਮੀਟਿੰਗਾਂ ਕਰਦਾ ਪਿਆ ਇਸ ਤਰੀਕੇ ਦੇ ਨਾਲ। ਇਹਦੀ ਜਾਣਕਾਰੀ ਅਵਤਾਰ ਸਿੰਘ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਦਿੰਦਾ ਹੈ। ਤੇ ਜਦੋਂ ਇਹ ਖਬਰ ਸੁਣਦਾ ਹੈ ਕਰਤਾਰ ਸਿੰਘ ਝੱਬਰ, ਉਹਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ। ਇੰਨੇ ਸਮੇਂ ਦੇ ਵਿੱਚ ਜਿਹੜਾ ਸਿੱਖ ਸੁਨੇਹਾ ਲੈ ਕੇ ਗਿਆ ਸੀ ਨਾ ਬੁਲਾਉਣ ਵਾਸਤੇ ਇਹਨੂੰ ਨਰੈਣ ਦਾਸ ਨੂੰ, ਉਹ ਵਾਪਸ ਆਉਂਦਾ ਹੈ ਤੇ ਆਣ ਕੇ ਕਹਿੰਦਾ ਕਰਤਾਰ ਸਿੰਘ ਜੀ, ਨਰੈਣ ਮਹੰਤ ਕਹਿੰਦਾ ਮੈਂ ਹੁਣ ਜਾ ਰਿਹਾ ਵਾਂ ਕਰਤਾਰ ਸਿੰਘ ਬੇਦੀ ਦੇ ਕੋਲ, ਮੈਂ ਨਹੀਂ ਤੁਹਾਨੂੰ ਮਿਲ ਸਕਦਾ। ਤੇ ਜਦੋਂ ਉਹ ਮਿਲਣ ਵਾਸਤੇ ਨਹੀਂ ਆਉਂਦਾ ਤੇ ਕਰਤਾਰ ਸਿੰਘ ਝੱਬਰ ਦਾ ਜਿਹੜਾ ਸ਼ੱਕ ਹੈ ਉਹ ਅਸਲੀਅਤ ਵਿੱਚ ਬਦਲ ਜਾਂਦਾ ਹੈ। ਕਰਤਾਰ ਸਿੰਘ ਜੀ ਲਾਹੌਰ ਤੋਂ ਚੱਲਦੇ ਨੇ, ਝੱਬਰ ਸਾਹਿਬ ਲਾਹੌਰ ਤੋਂ ਚੱਲਦੇ ਨੇ, ਸਰਦਾਰ ਬੂਟਾ ਸਿੰਘ ਜੀ ਨਾਲ ਨੇ। ਇਹ ਦੋਨੋਂ ਹੀ ਚੂੜਕਾਣੇ ਦੀ ਧਰਤੀ ਤੇ, ਚੂੜਕਾਣਾ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਸੌਦਾ ਕਰਨ ਵਾਸਤੇ ਗਏ। ਇੱਥੇ ਗੁਰੂ ਸਾਹਿਬ ਦਾ ਗੁਰੂ ਘਰ ਬਣਿਆ ਪਿਆ ਜੀ, ਖਰਾ ਸੌਦਾ, ਸੱਚਾ ਸੌਦਾ ਵੀ ਆਪਾਂ ਕਹਿੰਦੇ ਆ। ਇਸ ਪਾਵਨ ਸਥਾਨ ਤੇ ਆਉਂਦੇ ਨੇ। ਬਾਕੀ ਸਿੰਘ ਉੱਥੇ ਮੌਜੂਦ ਨੇ, ਸਰਦਾਰ ਟਹਿਲ ਸਿੰਘ ਜੀ, ਸਰਦਾਰ ਸੰਤ ਤੇਜਾ ਸਿੰਘ ਜੀ ਉੱਥੇ ਮੌਜੂਦ ਨੇ। ਇਹਨਾਂ ਦੇ ਨਾਲ ਸਲਾਹ ਕੀਤੀ ਜਾਂਦੀ ਹੈ। ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ 19 ਅਤੇ 20 ਫਰਵਰੀ ਨੂੰ, ਖਿਆਲ ਕਰਿਓ ਸਾਧ ਸੰਗਤ, 19 ਅਤੇ 20 ਫਰਵਰੀ ਨੂੰ ਮਹੰਤ ਨਰੈਣ ਦਾਸ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਕਰ ਰਿਹਾ ਹੈ। ਕਾਨਫਰੰਸ ਕਰਨ ਦਾ ਉਹਦਾ ਰੀਜ਼ਨ ਕੀ ਹੈ? ਸਿੱਖਾਂ ਨੇ ਇੱਕ ਕਾਨਫਰੰਸ ਇਕੱਤਰਤਾ ਰੱਖੀ ਹੈ 4, 5, 6 ਮਾਰਚ ਨੂੰ, ਤਾਂ ਕਿ ਤਮਾਮ ਸਿੱਖਾਂ ਦੇ ਵਿੱਚ ਮਹੰਤ ਦੇ ਕਾਰਨਾਮਿਆਂ ਨੂੰ ਉਜਾਗਰ ਕੀਤਾ ਜਾ ਸਕੇ। ਮਹੰਤ ਦੀ ਰਿਐਲਿਟੀ ਜਿਹੜੀ ਹੈ ਸਾਰਿਆਂ ਸਿੱਖਾਂ ਦੇ ਸਾਹਮਣੇ ਲਿਆਂਦੀ ਜਾਵੇ ਤੇ ਉਹਦੇ ਕੋਲੇ ਸਟੇਜ ਤੇ ਬਿਠਾ ਕੇ ਉਹਨੂੰ ਪੁੱਛਿਆ ਜਾਵੇ। ਇਹ ਸਿੱਖਾਂ ਨੇ ਇਕੱਤਰਤਾ ਕੀਤੀ ਹੈ 4, 5, 6 ਮਾਰਚ ਨੂੰ। ਤੇ ਮਹੰਤ ਨਰੈਣ ਦਾਸ 19 ਤੇ 20 ਫਰਵਰੀ ਨੂੰ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਬੁਲਾਉਂਦਾ ਹੈ ਅਕਾਲੀਆਂ ਦੇ ਸਿੱਖਾਂ ਦੇ ਖਿਲਾਫ। ਤੇ ਜਦੋਂ ਕਰਤਾਰ ਸਿੰਘ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ 19, 20 ਫਰਵਰੀ ਨੂੰ ਇਕੱਤਰਤਾ ਇੱਕ ਕਾਨਫਰੰਸ ਬੁਲਾ ਕੇ ਬੈਠਾ ਹੈ ਤੇ ਇਹ ਚਾਰੋਂ ਸਿੱਖ, ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਬੂਟਾ ਸਿੰਘ, ਭਾਈ ਟਹਿਲ ਸਿੰਘ, ਸੰਤ ਤੇਜਾ ਸਿੰਘ, ਇਹ ਸਾਰੇ ਸਿੰਘ ਜਿਹੜੇ ਨੇ ਨਾ ਵਿਚਾਰ ਕਰਦੇ ਨੇ ਕਿ ਆਪਾਂ ਇਦਾਂ ਕਰੀਏ ਕਿ 19 ਤੇ 20 ਫਰਵਰੀ ਨੂੰ ਮਹੰਤ ਨਰੈਣ ਦਾਸ ਨੇ ਜਨਮ ਸਥਾਨ ਦੇ ਉੱਤੇ ਨਹੀਂ ਹੋਣਾ, ਉਹ ਲਾਹੌਰ ਹੋਏਗਾ। ਤੇ ਆਪਾਂ ਤਕਰੀਬਨ 4-5 ਹਜ਼ਾਰ ਸਿੰਘਾਂ ਦਾ ਜਥਾ ਲੈ ਕੇ 19-20 ਫਰਵਰੀ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚੀਏ। ਤੇ ਮਹੰਤ ਉੱਥੇ ਹੋਏਗਾ ਨਹੀਂ ਤੇ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ, ਕਬਜ਼ਾ ਜਿਹੜਾ, ਉਹ ਆਪਣੇ ਹੱਥ ਵਿੱਚ ਕਰ ਲਈਏ। ਇਹ ਵਿਚਾਰ ਹੋ ਜਾਂਦੀ ਹੈ ਚੂੜਕਾਣੇ ਦੀ ਧਰਤੀ ਦੇ ਉੱਤੇ। ਵਿਚਾਰ ਕਰਨ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਜੀ ਝੱਬਰ, ਸਰਦਾਰ ਟਹਿਲ ਸਿੰਘ ਜੀ, ਭਾਈ ਲਛਮਣ ਸਿੰਘ ਜੀ ਧਾਰੋਵਾਲ, ਸੰਤ ਤੇਜਾ ਸਿੰਘ ਜੀ, ਭਾਈ ਬੂਟਾ ਸਿੰਘ ਜੀ, ਇਹ ਆਪਣੇ ਆਪਣੇ ਇਲਾਕੇ ਦੇ ਵਿੱਚ ਚਲੇ ਜਾਂਦੇ ਨੇ। ਉੱਥੇ ਜਾ ਕੇ ਸਿੰਘਾਂ ਨੂੰ ਇਕੱਠਾ ਕਰਦੇ ਨੇ। ਪ੍ਰਚਾਰ ਕੀਤਾ ਜਾਂਦਾ ਹੈ ਕਿ 19-20 ਫਰਵਰੀ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਵਾਸਤੇ ਜਥੇ ਜਾਣਗੇ ਤੇ ਜਿਨ੍ਹਾਂ ਨੇ ਜਾਣਾ ਹੋਵੇ ਉਹ ਆਪਣੇ ਨਾਮ ਨੋਟ ਕਰਵਾਉਣ। ਪ੍ਰਚਾਰ ਹੁੰਦਾ ਪਿਆ ਜੀ ਇਲਾਕਿਆਂ ਦੇ ਵਿੱਚ। ਤੇ ਇਸ ਪ੍ਰਚਾਰ ਦੀ, ਇਸ ਪਲੈਨਿੰਗ ਦੀ ਖਬਰ ਜਿਹੜੀ ਹੈ ਉਹ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ, ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਨੇ, ਇਹਨਾਂ ਨੂੰ ਪਤਾ ਚੱਲ ਜਾਂਦਾ ਹੈ। ਕਿਉਂਕਿ
ਜਿਹੜੀ ਪਲੈਨਿੰਗ ਸਰਦਾਰ ਕਰਤਾਰ ਸਿੰਘ ਝੱਬਰ ਤੇ ਬਾਕੀ ਸਿੰਘਾਂ ਨੇ ਕੀਤੀ ਹੈ ਨਾ 19 ਤੇ 20 ਫਰਵਰੀ ਵਾਲੀ, ਉਹ ਇਹ ਵੀ ਵਿਚਾਰ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਨਾ ਦੱਸਿਆ ਜਾਏ। ਕਿਉਂ ਨਾ ਦੱਸਿਆ ਜਾਏ? ਕਿਉਂਕਿ ਜੇਕਰ ਉਹਨਾਂ ਨੂੰ ਦੱਸ ਦਿੱਤਾ ਤੇ ਉਹਨਾਂ ਨੇ ਉੱਥੇ ਜਾਣ ਨਹੀਂ ਦੇਣਾ। ਰੀਜ਼ਨ ਕਿ 4, 5, 6 ਮਾਰਚ ਨੂੰ ਆਲਰੇਡੀ ਉਹ ਇੱਕ ਇਕੱਤਰਤਾ, ਇੱਕ ਗੈਦਰਿੰਗ ਰੱਖ ਕੇ ਬੈਠੇ ਨੇ ਤੇ ਉਹਦੇ ਚੱਲਦਿਆਂ ਇਹਨਾਂ ਨੇ 19, 20 ਫਰਵਰੀ ਨੂੰ ਸਾਨੂੰ ਉੱਥੇ ਜਾਣ ਨਹੀਂ ਦੇਣਾ। ਤੇ ਇਹਨਾਂ ਨੇ ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੂ ਹੋਲਾਂ ਨੇ ਇਹ ਵਿਚਾਰ ਬਣਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਨਾ ਦੱਸਿਆ ਜਾਏ। ਪਰ ਇਹਦੇ ਬਾਵਜੂਦ ਵੀ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਇਹਨਾਂ ਨੂੰ ਪਤਾ ਚੱਲ ਜਾਂਦਾ ਹੈ। ਪਤਾ ਕਿਵੇਂ ਚੱਲਦਾ ਹੈ? ਜਿਹੜੇ ਸੰਤ ਤੇਜਾ ਸਿੰਘ ਨੇ, ਭਾਈ ਬੂਟਾ ਸਿੰਘ ਨੇ, ਇਹ ਲਾਇਲਪੁਰ ਰਹਿਣ ਵਾਲੇ ਨੇ, ਉੱਥੋਂ ਇਹਨਾਂ ਨੇ ਜਥੇ ਲੈ ਕੇ ਆਉਣਾ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਲਾਇਲਪੁਰ ਗਏ ਹੋਏ ਸੀ। ਉੱਥੋਂ ਹੀ ਇਹਨਾਂ ਦੋਨਾਂ ਨੂੰ ਇਹਨਾਂ ਦੀ ਇਸ ਪਲੈਨਿੰਗ ਬਾਰੇ ਪਤਾ ਲੱਗ ਜਾਂਦਾ ਹੈ। ਜਦੋਂ ਪਲੈਨਿੰਗ ਬਾਰੇ ਪਤਾ ਲੱਗਦਾ ਹੈ ਤੇ ਇਹ ਲਾਇਲਪੁਰ ਤੋਂ ਚੱਲ ਕੇ ਚੂੜਕਾਣੇ ਇੱਕ ਸਿੱਖ ਨੂੰ ਮਿਲਦੇ ਨੇ, ਸਰਦਾਰ ਸੁੱਚਾ ਸਿੰਘ ਜੈਦ ਸਿੰਘ ਵਾਲਾ। ਇਹਨੂੰ ਸੁਨੇਹਾ ਦਿੰਦੇ ਨੇ ਕਿ ਤੂੰ ਕਰਤਾਰ ਸਿੰਘ ਝੱਬਰ ਹੋਣਾ ਤੱਕ ਸੁਨੇਹਾ ਪਹੁੰਚਾ ਦੇਈਂ ਕਿ ਜਥੇ ਲੈ ਕੇ 19, 20 ਫਰਵਰੀ ਨੂੰ ਨਾ ਜਾਣ। ਚੂੜਕਾਣੇ ਸਰਦਾਰ ਸੁੱਚਾ ਸਿੰਘ ਨੂੰ ਸੁਨੇਹਾ ਦਿੰਦੇ ਨੇ ਤੇ ਪਹੁੰਚਦੇ ਨੇ ਲਾਹੌਰ। ਲਾਹੌਰ ਪਹੁੰਚ ਕੇ ਸਰਦਾਰ ਦਲੀਪ ਸਿੰਘ, ਸਰਦਾਰ ਜਸਵੰਤ ਸਿੰਘ ਝਬਾਲ, ਹੋਰ 3-4 ਸਿੱਖਾਂ ਨੂੰ ਇਹ ਚੂੜਕਾਣੇ ਭੇਜਦੇ ਨੇ ਕਿ ਤੁਸੀਂ ਵੀ ਜਾ ਕੇ ਜਥਿਆਂ ਨੂੰ ਰੋਕੋ। ਕੋਈ ਵੀ ਜਥਾ 19, 20 ਫਰਵਰੀ ਨੂੰ ਨਨਕਾਣਾ ਸਾਹਿਬ ਨਹੀਂ ਪਹੁੰਚਣਾ ਚਾਹੀਦਾ। ਕਿਉਂ ਨਹੀਂ ਪਹੁੰਚਣਾ ਚਾਹੀਦਾ? ਕਿਉਂਕਿ ਮਹੰਤ ਨਰਾਇਣ ਦਾਸ ਪੂਰੀ ਤਿਆਰੀ ਕਰਕੇ ਬੈਠਾ ਹੈ। ਜਿਹੜੀ ਉਹਨੇ ਮੀਟਿੰਗ ਕੀਤੀ ਸੀ ਨਾ ਆਪਣੇ ਘਰ, ਜਿਹਦੇ ਵਿੱਚ 1.5 ਲੱਖ ਰੁਪਈਆ ਬਦਮਾਸ਼ਾਂ ਨੂੰ ਦੇਣਾ ਸੀ, ਉਸ ਦਿਨ ਤੋਂ ਹੀ ਇਹਨੇ ਨਨਕਾਣਾ ਸਾਹਿਬ ਦੇ ਵਿੱਚ ਤੇਲ, ਕੈਰੋਸਿਨ ਆਇਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਹਨੇ ਬੰਦੂਕਾਂ, ਗਨਸ, ਪਿਸਟਲਸ ਵਗੈਰਾ ਇਕੱਠੇ ਕਰਨੇ ਸ਼ੁਰੂ ਕੀਤੇ। ਸਵਾਰਡਸ, ਐਕਸ ਵਗੈਰਾ ਇਹਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਸਰਦਾਰ ਜਿਹੜੇ ਸ਼ਮਸ਼ੇਰ ਝਬਾਲੀਏ ਨੇ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਉਹਨੇ ਨਨਕਾਣਾ ਸਾਹਿਬ ਦੇ ਵਿੱਚ ਭੱਠੀਆਂ ਮਤਲਬ ਕੀ ਕਹਿੰਦੇ ਨੇ ਜੀ, ਕਿਲਨਸ, ਜਿਹਦੇ ਵਿੱਚ ਜਿਵੇਂ ਬਲੈਕ ਸਮਿਥ ਲੋਹਾ ਗਰਮ ਕਰਦਾ ਹੈ ਉਹਨੂੰ ਸ਼ੇਪ ਦੇਣ ਵਾਸਤੇ, ਜਿਸ ਅੱਗ ਦੇ ਉੱਤੇ ਰੱਖ ਕੇ ਉਹਨੂੰ ਗਰਮ ਕੀਤਾ ਜਾਂਦਾ ਹੈ, ਉਹ ਅੱਗ ਜਿੱਥੇ ਬਲਦੀ ਪਈ ਉਸ ਨੂੰ ਭੱਠੀ ਕਿਹਾ ਜਾਂਦਾ ਹੈ। ਉਹਨੇ ਨਨਕਾਣਾ ਸਾਹਿਬ ਦੇ ਅੰਦਰ ਵੀ ਭੱਠੀਆਂ ਲਗਾ ਦਿੱਤੀਆਂ ਤਾਂ ਕਿ ਹਥਿਆਰ, ਵੈਪਨਸ ਜਿਹੜੇ ਨੇ ਉਹ ਬਣਾਏ ਜਾਣ। ਤੇ ਇਸੇ ਕਰਕੇ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਇਹਨਾਂ ਸਿੱਖਾਂ ਨੂੰ ਚੂੜਕਾਣੇ ਭੇਜਦੇ ਨੇ ਕਿ ਸਿੱਖਾਂ ਨੂੰ ਰੋਕਿਆ ਜਾਵੇ, ਕੋਈ ਵੀ ਸਿੱਖ ਜਥਾ ਲੈ ਕੇ ਨਨਕਾਣਾ ਸਾਹਿਬ ਦੀ ਧਰਤੀ ਤੇ ਨਾ ਪਹੁੰਚੇ, ਕਿਉਂਕਿ ਜੇਕਰ ਪਹੁੰਚਦੇ ਨੇ ਤੇ ਨੁਕਸਾਨ ਬਹੁਤ ਭਾਰੀ ਹੋਏਗਾ, ਬੜਾ ਵੱਡਾ ਨੁਕਸਾਨ ਹੋਏਗਾ ਕੌਮ ਦਾ। ਤੇ ਇਹ ਸਾਰੇ ਸਿੰਘ ਜਥਿਆਂ ਨੂੰ ਰੋਕਣ ਵਾਸਤੇ ਚੂੜਕਾਣੇ ਦੀ ਧਰਤੀ ਤੇ ਪਹੁੰਚਦੇ ਨੇ। ਤੇ ਇੱਥੇ ਹੀ ਚੂੜਕਾਣੇ ਜਦੋਂ ਪਹੁੰਚਦੇ ਨੇ ਨਾ, ਤੇ ਸੰਤ ਤੇਜਾ ਸਿੰਘ ਤੇ ਭਾਈ ਬੂਟਾ ਸਿੰਘ ਲਾਇਲਪੁਰ ਤੋਂ 60 ਕੁ ਸਿੰਘਾਂ ਦਾ ਜਥਾ ਲੈ ਕੇ, 60 ਸਿੰਘਸ ਜਥਾ ਲੈ ਕੇ ਉਹ ਚੂੜਕਾਣੇ ਦੀ ਧਰਤੀ ਤੇ ਆਲਰੇਡੀ ਪਹੁੰਚ ਚੁੱਕੇ ਨੇ। ਇੱਥੋਂ ਹੀ ਕਰਤਾਰ ਸਿੰਘ ਝੱਬਰ ਦੇ ਨਾਲ ਮਿਲ ਕੇ ਇਹਨਾਂ ਦੇ ਪੂਰੇ ਜਥੇ ਨੇ ਨਨਕਾਣਾ ਸਾਹਿਬ ਵਾਸਤੇ ਨਿਕਲਣਾ ਹੀ ਸੀ। ਜਿਹੜਾ ਕਿ ਚੂੜਕਾਣੇ ਤੋਂ ਨਨਕਾਣਾ ਸਾਹਿਬ ਦਾ ਜਿਹੜਾ ਡਿਸਟੈਂਸ ਹੈ ਉਹ 15 ਮਾਈਲਸ 15 ਮਾਈਲਸ ਡਿਸਟੈਂਸ ਹੈ ਚੂੜਕਾਣੇ ਤੋਂ ਨਨਕਾਣਾ ਸਾਹਿਬ ਦਾ। ਇਹ ਤਿਆਰੀ ਕਰਦੇ ਪਏ ਨੇ ਕਰਤਾਰ ਸਿੰਘ ਝੱਬਰ, ਸਰਦਾਰ ਸੰਤ ਤੇਜਾ ਸਿੰਘ, ਭਾਈ ਬੂਟਾ ਸਿੰਘ, ਇਹ ਤਿਆਰੀ ਕਰਦੇ ਪਏ ਨੇ ਚੱਲਣ ਵਾਸਤੇ। ਇੰਨੇ ਨੂੰ ਹੀ ਭਾਈ ਦਲੀਪ ਸਿੰਘ ਤੇ ਬਾਕੀ ਸਿੰਘ ਜਿਹੜੇ ਨੇ ਉੱਥੇ ਪਹੁੰਚਦੇ ਨੇ ਤੇ ਉੱਥੇ ਪਹੁੰਚ ਕੇ ਸ਼੍ਰੋਮਣੀ ਕਮੇਟੀ ਦਾ, ਪੰਥ ਦਾ ਜਿਹੜਾ ਹੁਕਮ ਹੈ ਉਹ ਉਹਨਾਂ ਨੂੰ ਸੁਣਾ ਦਿੱਤਾ ਜਾਂਦਾ ਹੈ ਕਿ ਪੰਥ ਕਹਿੰਦਾ ਹੈ ਕਿ ਜਥਾ ਲੈ ਕੇ ਉੱਥੇ ਨਾ ਜਾਇਆ ਜਾਏ, ਉੱਥੇ ਕੋਈ ਵੀ ਜਥਾ ਲੈ ਕੇ ਸਿੱਖ ਪਹੁੰਚੇ ਨਾ। ਤੇ ਇੱਥੇ ਸੰਤ ਤੇਜਾ ਸਿੰਘ ਸਰਦਾਰ ਕਰਤਾਰ ਸਿੰਘ ਭੁੱਚਰ ਨੂੰ ਕਹਿੰਦੇ ਨੇ, ਕਹਿੰਦੇ ਭੁੱਚਰ ਸਾਹਿਬ, ਜੇਕਰ ਹੁਣ ਪੰਥ ਦੇ ਹੁਕਮ ਦੀ ਉਲੰਘਣਾ ਕੀਤੀ ਤੇ ਆਪਾਂ ਪੰਥ ਅਤੇ ਗੁਰੂ ਦੇ ਦੇਣਦਾਰ ਹੋਵਾਂਗੇ। ਸੰਤ ਤੇਜਾ ਸਿੰਘ ਕਹਿੰਦੇ ਪਏ ਨੇ ਸਰਦਾਰ ਕਰਤਾਰ ਸਿੰਘ ਭੁੱਚਰ ਨੂੰ, ਕਰਤਾਰ ਸਿੰਘ ਝੱਬਰ ਨੂੰ, ਕਹਿਣ ਲੱਗੇ ਝੱਬਰ ਸਾਹਿਬ, ਜੇਕਰ ਪੰਥ ਦੇ ਹੁਕਮ ਦੀ ਉਲੰਘਣਾ ਕੀਤੀ, ਪੰਥ ਅਤੇ ਗੁਰੂ ਦੇ ਦੇਣਦਾਰ ਹੋਵਾਂਗੇ। ਤੇ ਅੱਗੋਂ ਸਰਦਾਰ ਕਰਤਾਰ ਸਿੰਘ ਝੱਬਰ ਕਹਿੰਦੇ ਨੇ, ਕਹਿਣ ਲੱਗੇ ਖਾਲਸਾ ਜੀ, ਜੇਕਰ ਮੈਂ ਨਾ ਗਿਆ, ਅਸੀਂ ਜਥਾ ਲੈ ਕੇ ਨਾ ਗਏ, ਬਾਕੀ ਸਿੰਘ ਉੱਥੇ ਪਹੁੰਚ ਗਏ, ਸਰਦਾਰ ਲਛਮਣ ਸਿੰਘ ਜੀ ਧਾਰੋਵਾਲ ਜਾਂ ਕੋਈ ਹੋਰ ਸਿੰਘ ਉੱਥੇ ਪਹੁੰਚ ਗਏ, ਉਹਨਾਂ ਦਾ ਜੋ ਨੁਕਸਾਨ ਹੁੰਦਾ ਹੋਵੇਗਾ ਉਹਦਾ ਦੇਣਦਾਰ ਕੌਣ ਹੋਏਗਾ? ਖਿਆਲ ਕਰਿਓ ਸਾਧ ਸੰਗਤ, ਜੇ ਲਛਮਣ ਸਿੰਘ ਧਾਰੋਵਾਲ ਤੇ ਬਾਕੀ ਸਿੰਘ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ, ਉਹਨਾਂ ਦਾ ਜੋ ਉੱਥੇ ਨੁਕਸਾਨ ਹੋਏਗਾ ਉਹਦਾ ਦੇਣਦਾਰ ਕੌਣ ਹੋਏਗਾ?
ਤੇ ਇੱਥੇ ਸਰਦਾਰ ਦਲੀਪ ਸਿੰਘ ਜਿਹੜੇ ਸੁਨੇਹਾ ਲੈ ਕੇ ਆਏ ਸੀ ਲਾਹੌਰ ਤੋਂ, ਸਰਦਾਰ ਦਲੀਪ ਸਿੰਘ ਬੜੇ ਕੌਨਫੀਡੈਂਸ ਦੇ ਨਾਲ ਕਹਿੰਦੇ ਝੱਬਰ ਸਾਹਿਬ, ਸਰਦਾਰ ਲਛਮਣ ਸਿੰਘ ਧਾਰੋਵਾਲ ਦੇ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਮੇਰੀ। ਛਾਤੀ ਤੇ ਹੱਥ ਮਾਰ ਕੇ ਕਹਿੰਦੇ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਮੇਰੀ, ਮੈਂ ਰੋਕਾਂਗਾ ਉਹਨਾਂ ਨੂੰ। ਇੱਥੇ ਚੂੜਕਾਣੇ ਦੀ ਧਰਤੀ ਦੇ ਉੱਤੇ ਇੱਕ ਚਿੱਠੀ ਲਿਖੀ ਜਾਂਦੀ, ਇੱਕ ਲੈਟਰ ਲਿਖਿਆ ਜਾਂਦਾ ਹੈ ਜਥੇ ਨੂੰ ਰੋਕਣ ਵਾਸਤੇ। ਤੇ ਇਸ ਲੈਟਰ ਦੇ ਉੱਤੇ 6 ਸਿੰਘਾਂ ਦੇ ਦਸਤਖਤ ਹੁੰਦੇ ਨੇ, ਸਾਈਨ ਹੁੰਦੇ ਨੇ। ਕਰਤਾਰ ਸਿੰਘ ਝੱਬਰ, ਸੰਤ ਤੇਜਾ ਸਿੰਘ, ਭਾਈ ਦਲੀਪ ਸਿੰਘ, ਸਰਦਾਰ ਜਸਵੰਤ ਸਿੰਘ ਝਬਾਲ ਤੇ 2 ਹੋਰ ਸਿੰਘਾਂ ਦੇ ਉਸ ਲੈਟਰ ਦੇ ਉੱਤੇ ਦਸਤਖਤ ਹੁੰਦੇ ਨੇ। ਉਹ ਲੈਟਰ ਲੈ ਕੇ ਭਾਈ ਦਲੀਪ ਸਿੰਘ ਤੇ 3 ਹੋਰ ਸਿੱਖ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਲੱਭਣ ਵਾਸਤੇ ਚੱਲ ਪੈਂਦੇ ਨੇ। ਹੁਣ ਖਿਆਲ ਕਰਿਓ, ਇਧਰੋਂ ਭਾਈ ਦਲੀਪ ਸਿੰਘ ਜਿਹੜੇ ਨੇ ਉਹ ਜਥਾ ਰੋਕਣ ਵਾਸਤੇ ਚੱਲਦੇ ਨੇ, ਦੂਜੇ ਪਾਸੇ ਭਾਈ ਲਛਮਣ ਸਿੰਘ ਜਿਹੜੇ ਨੇ ਨਾ ਉਹ ਪੂਰੀ ਤਿਆਰੀ ਕਰਕੇ ਬੈਠੇ ਨੇ। ਜਥਾ ਇਕੱਠਾ ਹੋ ਚੁੱਕਾ ਹੈ ਜੀ। ਸਰਦਾਰ ਲਛਮਣ ਸਿੰਘ ਜੀ ਧਾਰੋਵਾਲ 19 ਫਰਵਰੀ 1921 ਦੇ ਵਿੱਚ ਸ਼ਾਮ ਦਾ ਸਮਾਂ ਹੈ, ਇਸ਼ਨਾਨ ਪਾਣ ਕੀਤਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਅਰਦਾਸ ਕੀਤੀ ਕਿ ਹੇ ਸਤਿਗੁਰੂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਚੱਲਣਾ ਹੈ, ਕਿਰਪਾ ਕਰੋ, ਆਪ ਹੁਕਮ ਬਖਸ਼ੋ ਤੇ ਅੰਦਰ ਦੀ ਦ੍ਰਿੜਤਾ ਬਖਸ਼ਿਸ਼ ਕਰਨੀ। ਤੇ ਜਦੋਂ ਅਰਦਾਸ ਤੋਂ ਬਾਅਦ ਭਾਈ ਲਛਮਣ ਸਿੰਘ ਜੀ ਨੇ ਹੁਕਮ ਲਿਆਣਾ, ਤੇ ਸਾਧ ਸੰਗਤ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਸਤਿਗੁਰਾਂ ਦੇ ਸਾਹਮਣੇ ਭਾਵਨਾ ਦੇ ਨਾਲ ਬੇਨਤੀ ਕਰੀਏ ਤੇ ਇਹ ਵਿਸ਼ਵਾਸ ਹੋਵੇ ਕਿ ਗੁਰੂ ਮੇਰੀ ਬੇਨਤੀ ਸੁਣਦਾ ਪਿਆ ਹੈ। ਜਦੋਂ ਇਸ ਵਿਸ਼ਵਾਸ ਨੂੰ ਮੁੱਖ ਰੱਖ ਕੇ ਅਰਦਾਸ ਕਰਾਂਗੇ, ਸਤਿਗੁਰੂ ਜੀ ਸਾਨੂੰ ਬੋਲ ਕੇ ਜਵਾਬ ਦੇਣਗੇ। ਉੱਥੇ ਸਿੰਘਾਂ ਨੇ ਅਰਦਾਸ ਕੀਤੀ, ਪਾਤਸ਼ਾਹ ਜੀ ਇਹ ਪੁਜਾਰੀ ਸਾਡੀ ਅਰਦਾਸ ਨਹੀਂ ਕਰ ਰਹੇ, ਸਾਡੀ ਕੜਾਹ ਪ੍ਰਸ਼ਾਦੀ ਦੇਗ ਨਹੀਂ ਪ੍ਰਵਾਨ ਹੋ ਰਹੀ, ਤੁਹਾਡਾ ਕੀ ਹੁਕਮ ਹੈ? ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਇੱਥੇ ਭਾਈ ਲਛਮਣ ਸਿੰਘ ਜੀ ਅਰਦਾਸ ਕਰਦੇ ਨੇ, ਸਤਿਗੁਰੂ ਜੀ ਜਥਾ ਲੈ ਕੇ ਜਾਣਾ ਹੈ, ਕਿਰਪਾ ਕਰੋ, ਹੁਕਮ ਬਖਸ਼ੋ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਬੋਲ ਕੇ ਕਿਹਾ, ਕਹਿਣ ਲੱਗੇ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ। ਕੀ ਕਿਹਾ ਜੀ? ਕਹਿਣ ਲੱਗੇ ਏਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵੇਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਇਸ ਪਾਵਨ ਬਚਨ ਦੇ ਵਿੱਚ ਅੱਗੇ ਜਾ ਕੇ ਗੁਰੂ ਰਾਮਦਾਸ ਕਹਿੰਦੇ ਨੇ, ਕਹਿਣ ਲੱਗੇ ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਾਧ ਸੰਗਤ ਗੁਰੂ ਰਾਮਦਾਸ ਭਾਈ ਲਛਮਣ ਸਿੰਘ ਨੂੰ ਜਵਾਬ ਦਿੰਦੇ ਪਏ ਨੇ, ਕਹਿਣ ਲੱਗੇ ਲਛਮਣ ਸਿਆਂ, ਜੇਕਰ ਜਥਾ ਲੈ ਕੇ ਜਾ ਰਹੇ ਹਾਂ, ਖਿਆਲ ਕਰੀ ਤੈਨੂੰ ਆਪਣੇ ਤਨ ਦੇ ਟੁਕੜੇ ਟੁਕੜੇ ਕਰਵਾਉਣੇ ਪੈ ਸਕਦੇ ਨੇ, ਤੈਨੂੰ ਅੱਗ ਦੇ ਵਿੱਚ ਸੜਨਾ ਪੈ ਸਕਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਹੈ। ਹੁਕਮ ਤੋਂ ਬਾਅਦ ਤਕਰੀਬਨ 22 ਕੋ ਸਿੰਘਾਂ ਦਾ ਜਥਾ, ਇਹਨਾਂ ਦੇ ਨਾਲ 2-3 ਬੀਬੀਆਂ ਨੇ, ਭਾਈ ਲਛਮਣ ਸਿੰਘ ਜੀ ਦੀ ਪਤਨੀ ਬੀਬੀ ਇੰਦਰ ਕੌਰ ਵੀ ਨਾਲ ਹੈ। ਇਹ 8:30 ਵਜੇ ਰਾਤ ਦਾ ਟਾਈਮ ਹੈ, 19 ਫਰਵਰੀ ਦਾ 8:30 ਵਜੇ ਆਪਣੇ ਪਿੰਡ ਧਾਰੋਵਾਲ ਤੋਂ ਚੱਲਦੇ ਨੇ। ਧਾਰੋਵਾਲ ਤੋਂ ਚੱਲ ਕੇ ਇੱਕ ਪਿੰਡ ਆਉਂਦਾ ਹੈ ਨਿਜ਼ਾਮਪੁਰ ਦੇਵਾ ਸਿੰਘ ਵਾਲਾ, ਇਹ ਪਿੰਡ ਦਾ ਨਾਮ ਹੈ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਇੱਥੇ ਪਹੁੰਚਦੇ ਨੇ, ਇੱਥੇ ਪੜਾਅ ਹੁੰਦਾ ਹੈ। ਇੱਥੇ ਹੀ ਸਰਦਾਰ ਟਹਿਲ ਸਿੰਘ ਦਾ ਜਥਾ ਨਾਲ ਮਿਲਣਾ ਹੈ। ਟਹਿਲ ਸਿੰਘ ਜੀ ਇਸ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਟਿਕੇ ਹੋਏ ਨੇ, ਇਹਨਾਂ ਦਾ ਜਥਾ ਭਾਈ ਲਛਮਣ ਸਿੰਘ ਧਾਰੋਵਾਲ ਦੇ ਨਾਲ ਮਿਲ ਕੇ ਅੱਗੇ ਚੱਲਣਾ ਹੈ। ਇਸ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਸਥਾਨ ਦੇ ਉੱਤੇ ਵੀ ਜਦੋਂ ਕੁਝ ਸਮਾਂ ਰੁਕਦੇ ਨੇ, ਦੀਵਾਨ ਸੱਜਦਾ ਹੈ। ਇੱਥੇ ਵੀ ਅਰਦਾਸ ਹੁੰਦੀ ਹੈ। ਅਰਦਾਸ ਤੋਂ ਬਾਅਦ ਹੁਕਮ ਲਿਆ ਜਾਂਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਫੇਰ ਹੁਕਮ ਦਿੰਦੇ ਨੇ ਬੋਲ ਕੇ। ਕੀ ਕਹਿੰਦੇ ਨੇ? ਕਹਿਣ ਲੱਗੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਤੇ ਉਹੀ ਬਚਨ ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਭਾਈ ਲਛਮਣ ਸਿੰਘ ਧਾਰੋਵਾਲ ਆਪਣੇ ਪਿੰਡ ਤੋਂ ਚੱਲਣ ਲੱਗਿਆਂ ਹੁਕਮ ਲੈਂਦੇ ਨੇ। ਗੁਰੂ ਰਾਮਦਾਸ ਹੁਕਮ ਉਹੀ ਇਸ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਹੁਕਮ ਲੈਂਦੇ ਨੇ। ਸੇਮ ਹੁਕਮਨਾਮਾ ਇੱਥੇ ਵੀ ਸਤਿਗੁਰੂ ਜੀ ਉਹਨਾਂ ਦੀ ਝੋਲੀ ਵਿੱਚ ਪਾਉਂਦੇ ਨੇ, ਦ੍ਰਿੜ ਕਰਵਾਉਂਦੇ ਨੇ। ਸਤਿਗੁਰੂ ਜੀ ਇਹਨਾਂ ਨੂੰ ਰਿਮਾਈਂਡ ਕਰਵਾ ਰਹੇ ਨੇ ਦੁਬਾਰਾ ਕਿ ਜੇ ਜਾ ਰਹੇ ਹੋ ਤੇ ਤੁਹਾਡੇ ਨਾਲ ਇਹ ਘਟਨਾ ਹੋ ਸਕਦੀ ਹੈ। ਤੇ ਸਾਧ ਸੰਗਤ ਤਕਰੀਬਨ ਰਾਤ ਦੇ 10 ਵਜੇ 19 ਫਰਵਰੀ ਰਾਤ ਦੇ 10 ਵਜੇ ਜਥਾ ਜਿਹੜਾ ਹੈ ਭਾਈ ਲਛਮਣ ਸਿੰਘ ਧਾਰੋਵਾਲ
ਭਾਈ ਟਹਿਲ ਸਿੰਘ ਜੀ ਤੇ ਹੋਰ ਜਿਹੜੇ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਦੇ ਸਿੱਖ ਨੇ, ਇਹ ਨਨਕਾਣਾ ਸਾਹਿਬ ਵੱਲ ਚੱਲ ਪੈਂਦੇ ਨੇ। ਰਸਤੇ ਵਿੱਚ ਜਾਂਦਿਆਂ ਹੋਰ ਪਿੰਡ ਆਉਂਦੇ ਨੇ, ਉਹਨਾਂ ਪਿੰਡਾਂ ਦੇ ਵਿੱਚੋਂ ਵੀ ਸਿੱਖ ਜਿਹੜੇ ਨੇ ਉਹ ਜਥੇ ਦੇ ਵਿੱਚ ਸ਼ਾਮਲ ਹੁੰਦੇ ਜਾਂਦੇ ਨੇ। ਚੱਲਦਿਆਂ ਚੱਲਦਿਆਂ ਰਸਤੇ ਵਿੱਚ ਇੱਕ ਸਥਾਨ ਆਉਂਦਾ ਹੈ ਮੋਹਲਣ। ਹੁਣ ਖਿਆਲ ਕਰਿਓ, ਜਿਹੜੇ ਕਰਤਾਰ ਸਿੰਘ ਝੱਬਰ ਜੀ ਨੇ ਵੀ ਆਪਣਾ ਜਥਾ ਲੈ ਕੇ ਆਉਣਾ ਸੀ, ਜਿਹੜਾ ਕਿ ਰੋਕ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਦਾ ਜਥਾ, ਭਾਈ ਲਛਮਣ ਸਿੰਘ ਜੀ ਦਾ ਜਥਾ, ਇਹਨਾਂ ਨੇ ਇੱਕ ਸੈਂਟਰ ਪੁਆਇੰਟ ਦੇ ਉੱਤੇ ਮਿਲਣਾ ਸੀ। ਤੇ ਉਹ ਸੈਂਟਰ ਪੁਆਇੰਟ ਪਤਾ ਕਿਹੜਾ? ਚੰਦਰਕੋਟ ਦੀ ਝਾਲ। ਚੰਦਰਕੋਟ ਇੱਕ ਪਿੰਡ ਦਾ ਨਾਮ ਹੈ, ਤੇ ਪਿੰਡ ਦੇ ਲਾਗੇ ਇੱਕ ਬ੍ਰਿਜ ਹੈ ਜਿਹੜਾ ਕਿ ਇੱਕ ਛੋਟੀ ਜੀ ਨਦੀ ਦੇ ਉੱਤੇ ਬਣਿਆ ਹੋਇਆ ਹੈ, ਉਹਨੂੰ ਕਹਿੰਦੇ ਨੇ ਚੰਦਰਕੋਟ ਦੀ ਝਾਲ। ਇਸ ਜਗ੍ਹਾ ਦੇ ਉੱਤੇ ਇਹਨਾਂ ਜਥਿਆਂ ਨੇ ਮਿਲਣਾ ਸੀ ਤੇ ਇੱਥੋਂ ਇਕੱਠੇ ਹੋ ਕੇ ਨਨਕਾਣਾ ਸਾਹਿਬ ਪਹੁੰਚਣਾ ਸੀ। ਕਰਤਾਰ ਸਿੰਘ ਝੱਬਰ ਦਾ ਜਥਾ ਤਾਂ ਰੋਕ ਦਿੱਤਾ ਗਿਆ। ਭਾਈ ਲਛਮਣ ਸਿੰਘ ਨਿਜ਼ਾਮਪੁਰ ਤੋਂ ਭਾਈ ਟਹਿਲ ਸਿੰਘ ਜੀ ਦੇ ਜਥੇ ਨਾਲ ਅੱਗੇ ਵੱਧਦੇ ਪਏ ਨੇ। ਮੋਹਲਣ ਦੇ ਸਥਾਨ ਤੇ ਪਹੁੰਚ ਕੇ ਇੱਥੇ ਰੁਕਦੇ ਨੇ। ਇੱਥੇ ਕੁਝ ਸਮਾਂ ਆਰਾਮ ਵੀ ਕਰਦੇ ਨੇ। ਇੱਥੇ ਰੁਕਣ ਤੋਂ ਬਾਅਦ ਭਾਈ ਲਛਮਣ ਸਿੰਘ ਜੀ ਸਾਰੇ ਜਥੇ ਨੂੰ ਸੰਬੋਧਨ ਕਰਦੇ ਨੇ। ਇੱਕ ਛੋਟੀ ਜਿਹੀ ਸਪੀਚ ਭਾਈ ਲਛਮਣ ਸਿੰਘ ਦਿੰਦੇ ਨੇ ਕਿ ਭਈ ਆਪਾਂ ਜਾ ਰਹੇ ਹਾਂ ਤੇ ਉੱਥੇ ਜਾ ਕੇ ਆਪਾਂ ਕਿਸੇ ਦੇ ਉੱਤੇ ਹੱਥ ਨਹੀਂ ਚੁੱਕਣਾ, ਸ਼ਾਂਤਮਈ ਰਹਿਣਾ ਹੈ। ਜੋ ਵੀ ਸਾਡੇ ਨਾਲ ਹੋਵੇ ਸਰੀਰ ਦੇ ਉੱਤੇ ਬਰਦਾਸ਼ਤ ਕਰ ਲੈਣਾ। ਜੇ ਸ਼ਹਾਦਤਾਂ ਹੁੰਦੀਆਂ ਨੇ ਤਾਂ ਵੀ ਪ੍ਰਵਾਨ ਹੈ, ਪਰ ਹੱਥ ਕਿਸੇ ਨੇ ਨਹੀਂ ਚੁੱਕਣਾ। ਇੱਥੋਂ ਹੀ ਭਾਈ ਦਇਆਲ ਸਿੰਘ ਨੂੰ ਚੰਦਰਕੋਟ ਦੀ ਝਾਲ ਵੱਲ ਭੇਜਿਆ ਜਾਂਦਾ ਹੈ ਪਤਾ ਕਰਨ ਵਾਸਤੇ ਕਿ ਕੀ ਕਰਤਾਰ ਸਿੰਘ ਝੱਬਰ ਦਾ ਜਥਾ ਉੱਥੇ ਪਹੁੰਚ ਗਿਆ ਕਿ ਨਹੀਂ। ਭਾਈ ਦਇਆਲ ਸਿੰਘ ਉਧਰ ਨੂੰ ਨਿਕਲ ਜਾਂਦੇ ਨੇ। ਇਧਰੋਂ ਭਾਈ ਟਹਿਲ ਸਿੰਘ ਇਹ ਜਥੇ ਨੂੰ ਕਹਿੰਦੇ ਨੇ ਕਿ ਆਪਾਂ ਅੱਗੇ ਵਧੀਏ। ਅੱਗੇ ਵਧਣਾ ਸ਼ੁਰੂ ਕਰਦੇ ਨੇ। ਅੱਗੇ ਨਨਕਾਣਾ ਸਾਹਿਬ ਤੋਂ ਥੋੜੀ ਦੂਰੀ ਤੇ ਇੱਕ ਜਗ੍ਹਾ ਆਉਂਦੀ, ਉਹਨੂੰ ਕਹਿੰਦੇ ਨੇ ਕੋਟ ਦਰਬਾਰ। ਇਸ ਕੋਟ ਦਰਬਾਰ ਦੀ ਜਗ੍ਹਾ ਤੇ ਖੜੇ ਹੋ ਕੇ, ਇਹ ਜਿਹੜੀ ਜਗ੍ਹਾ ਦੇ ਉੱਤੇ ਨਾ ਇਕੱਠੇ ਹੋ ਕੇ ਜਿਹੜੀਆਂ ਤਿੰਨ ਬੀਬੀਆਂ ਨੇ ਨਾਲ, ਇਹਨਾਂ ਤਿੰਨ ਬੀਬੀਆਂ ਨੂੰ ਭਾਈ ਹਾਕਮ ਸਿੰਘ ਜੀ ਦੇ ਨਾਲ ਗੁਰਦੁਆਰਾ ਤੰਬੂ ਸਾਹਿਬ ਭੇਜ ਦਿੱਤਾ ਜਾਂਦਾ ਹੈ। ਤਿੰਨ ਬੀਬੀਆਂ ਨੂੰ ਭਾਈ ਹਾਕਮ ਸਿੰਘ ਦੇ ਨਾਲ ਗੁਰਦੁਆਰਾ ਤੰਬੂ ਸਾਹਿਬ ਭੇਜ ਦਿੱਤਾ ਜਾਂਦਾ ਹੈ। ਰੀਜ਼ਨ ਸ਼ਾਇਦ ਤੁਸੀਂ ਸਮਝਦੇ ਹੋਵੋਗੇ ਕਿ ਅੱਗੇ ਕਈ ਘਟਨਾਵਾਂ ਐਸੀਆਂ ਹੋ ਚੁੱਕੀਆਂ ਨੇ ਜਿੱਥੇ ਬੀਬੀਆਂ ਦੀ, ਬੱਚੀਆਂ ਦੀ ਮਹੰਤ ਦੇ ਗੁੰਡਿਆਂ ਨੇ ਇੱਜ਼ਤ ਰੋਲੀ। ਤੇ ਇਹ ਸਿੰਘਾਂ ਦੇ ਮਨ ਦੇ ਵਿੱਚ ਹੈ ਕਿ ਹੋ ਸਕਦਾ ਹੈ ਕਿ ਉਹ ਜਿਹੜੇ ਮਹੰਤ ਦੇ ਗੁੰਡੇ ਨੇ ਹਮਲਾ ਕਰਨ, ਸਾਨੂੰ ਮਾਰਨ। ਸਾਨੂੰ ਤਾਂ ਉਹ ਕੇਵਲ ਮਾਰਨਗੇ ਹੀ, ਪਰ ਇਹਨਾਂ ਬੀਬੀਆਂ ਦੀ ਉਹ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨਗੇ। ਸੋ ਇਸ ਖਿਆਲ ਨੂੰ ਮੁੱਖ ਰੱਖ ਕੇ ਇਹਨਾਂ ਤਿੰਨਾਂ ਬੀਬੀਆਂ ਨੂੰ ਗੁਰਦੁਆਰਾ ਤੰਬੂ ਸਾਹਿਬ ਭਾਈ ਹਾਕਮ ਸਿੰਘ ਦੇ ਨਾਲ ਭੇਜ ਦਿੱਤਾ ਜਾਂਦਾ ਹੈ। ਤੇ ਬਾਕੀ ਜਥਾ ਜਿਹੜਾ ਹੈ ਉਹ ਨਨਕਾਣਾ ਸਾਹਿਬ ਵੱਲ ਵਧਣਾ ਸ਼ੁਰੂ ਹੁੰਦਾ ਹੈ। ਤਕਰੀਬਨ 5:45 ਦਾ ਟਾਈਮ, 5:45। ਖਿਆਲ ਕਰਿਓ, ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਰੋਕਣ ਤੋਂ ਬਾਅਦ ਸਰਦਾਰ ਦਲੀਪ ਸਿੰਘ, ਜਿਨ੍ਹਾਂ ਨੇ ਕਿਹਾ ਸੀ ਮੈਂ ਰੋਕਾਂਗਾ, ਉਹ ਸਾਰੀ ਰਾਤ ਜਥੇ ਨੂੰ ਲੱਭਦੇ ਰਹੇ ਪਰ ਉਹ ਲੱਭ ਨਹੀਂ ਸਕੇ। ਲਛਮਣ ਸਿੰਘ ਦੇ ਜਥੇ ਨੂੰ ਲੱਭਦੇ ਰਹੇ, ਲੱਭ ਨਹੀਂ ਸਕੇ। ਅਖੀਰ ਨੂੰ ਥੱਕ ਕੇ ਰਾਤ ਦਾ ਉਨੀਂਦਰਾ, ਸਾਰੀ ਰਾਤ ਸੁੱਤੇ ਨਹੀਂ ਭਾਈ ਦਲੀਪ ਸਿੰਘ। ਉਹ ਨਨਕਾਣਾ ਸਾਹਿਬ ਦੇ ਲਾਗੇ ਨਾ ਇੱਕ ਫੈਕਟਰੀ ਹੈ ਭਾਈ ਉੱਤਮ ਸਿੰਘ ਦੀ, ਕਾਰਖਾਨਾ ਹੈ ਭਾਈ ਉੱਤਮ ਸਿੰਘ ਦਾ। ਉਸ ਕਾਰਖਾਨੇ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਵੀ ਜਿਹੜਾ ਭਾਈ ਉੱਤਮ ਸਿੰਘ ਹੈ ਉਹਦੇ ਕੋਲ ਇੱਕ ਡਿਊਟੀ ਕਰਦਾ ਪਿਆ ਸਿੰਘ ਭਾਈ ਵਰਿਆਮ ਸਿੰਘ ਭੋਜੀਆ। ਭਾਈ ਵਰਿਆਮ ਸਿੰਘ ਜਿਹੜਾ ਹੈ ਨਾ, ਇਹ ਵੀ ਸਰਦਾਰ ਕਰਤਾਰ ਸਿੰਘ ਝੱਬਰ ਦਾ ਸੂਹੀ ਆਏ। ਉਹ ਨਨਕਾਣਾ ਸਾਹਿਬ ਦੇ ਉੱਤੇ ਨਜ਼ਰ ਰੱਖਦਾ ਸੀ, ਕੌਣ ਆਇਆ ਕੌਣ ਗਿਆ, ਕੀ ਚੱਲਦਾ ਪਿਆ। ਦਲੀਪ ਸਿੰਘ ਨੇ ਉਹ ਦਸਤਖਾਂ ਸਾਈਨ ਵਾਲੀ ਚਿੱਠੀ ਜਿਹੜੀ ਹੈ ਸਰਦਾਰ ਵਰਿਆਮ ਸਿੰਘ ਭੋਜੀਏ ਨੂੰ ਦਿੱਤੀ ਤੇ ਨਾਲ ਹੀ ਕਿਹਾ ਕਿ ਤੂੰ ਬਾਹਰ ਜਾ ਤੇ ਸਰਦਾਰ ਲਛਮਣ ਸਿੰਘ ਦੇ ਜਥੇ ਨੂੰ ਲੱਭ। ਤੇ ਲੱਭਣ ਤੋਂ ਬਾਅਦ ਇਹ ਚਿੱਠੀ ਦੇ ਕੇ ਉਹਨਾਂ ਦੇ ਜਥੇ ਨੂੰ ਰੋਕਣਾ ਹੈ। ਤੇ ਸਰਦਾਰ ਵਰਿਆਮ ਸਿੰਘ ਹੁਣ ਜਥਾ ਲੱਭਦਾ ਪਿਆ ਹੈ, ਲੱਭ ਰਿਹਾ ਹੈ। ਬੜੀ ਕੋਸ਼ਿਸ਼ ਕੀਤੀ, ਨਹੀਂ ਲੱਭਦਾ ਪਿਆ। ਤੇ ਜਦੋਂ ਕੋਟ ਦਰਬਾਰ ਦੀ ਜੂਹ ਦੇ ਵਿੱਚ ਜਥਾ ਪਹੁੰਚਦਾ ਹੈ, ਭਾਈ ਲਛਮਣ ਸਿੰਘ ਹੁਣੀ ਉੱਥੇ ਪਹੁੰਚਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਸਰਦਾਰ ਵਰਿਆਮ ਸਿੰਘ ਦਾ ਮੇਲ ਜਥੇ ਦੇ ਨਾਲ ਹੋ ਜਾਂਦਾ ਹੈ। ਨਨਕਾਣਾ ਸਾਹਿਬ ਪਹੁੰਚਣ ਵਾਲੇ ਨੇ। ਪਹੁੰਚਣ ਤੋਂ ਪਹਿਲਾਂ ਹੀ ਥੋੜੀ ਦੂਰੀ ਤੇ ਸਰਦਾਰ ਵਰਿਆਮ ਸਿੰਘ ਭੋਜੀਆ, ਜਿਨ੍ਹਾਂ ਦੇ ਕੋਲ ਜਥੇ ਨੂੰ ਰੋਕਣ ਦਾ ਹੁਕਮ ਹੈ ਚਿੱਠੀ ਦੇ ਰੂਪ ਦੇ ਵਿੱਚ, ਲੈਟਰ ਦੇ ਰੂਪ ਵਿੱਚ, ਉਹ ਚਿੱਠੀ ਵਿਖਾਈ ਜਾਂਦੀ ਹੈ ਜਥੇ ਨੂੰ ਕਿ ਪੰਥ ਦਾ ਹੁਕਮ ਹੈ ਕਿ ਨਾ ਜਾਓ। ਪਰ ਭਾਈ ਟਹਿਲ ਸਿੰਘ ਜੀ ਕਹਿੰਦੇ ਨੇ, ਕਹਿਣ ਲੱਗੇ ਹੁਣ ਸਮਾਂ ਰੁਕਣ ਦਾ ਨਹੀਂ, ਅਰਦਾਸ ਕਰਕੇ ਚੱਲੇ ਆ ਹੁਣ, ਜਾਂ ਤਾਂ ਗੁਰੂ ਘਰ ਆਜ਼ਾਦ ਹੋਏਗਾ ਤੇ ਜਾਂ ਫਿਰ ਸਾਡੀਆਂ ਸ਼ਹਾਦਤਾਂ ਹੋਣਗੀਆਂ। ਭਾਈ ਵਰਿਆਮ ਸਿੰਘ ਬੜੀ ਕੋਸ਼ਿਸ਼ ਕਰਦੇ ਨੇ ਰੋਕਣ ਦੀ, ਜਥਾ ਨਹੀਂ ਰੁਕਦਾ। 5:45
ਨਨਕਾਣਾ ਸਾਹਿਬ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲ੍ਹੇ ਪਏ ਨੇ, ਮੇਨ ਗੇਟ ਖੁੱਲ੍ਹਾ ਪਿਆ ਹੈ। ਇਹ ਜਥਾ ਜਿਹੜਾ ਹੈ ਐਂਟਰ ਕਰਦਾ ਹੈ ਨਨਕਾਣਾ ਸਾਹਿਬ ਦੇ ਅੰਦਰ। ਤੇ ਜਦੋਂ ਨਨਕਾਣਾ ਸਾਹਿਬ ਦੇ ਅੰਦਰ ਐਂਟਰ ਕੀਤੇ, ਸਾਰੇ ਹੱਥ ਪੈਰ ਧੋ ਕੇ ਭਾਈ ਲਛਮਣ ਸਿੰਘ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਜਾ ਕੇ ਬੈਠ ਜਾਂਦੇ ਨੇ। ਕੁਝ ਸਿੰਘ ਜਿਹੜਾ ਕਮਰਾ ਹੈ, ਰੂਮ ਹੈ ਜਿੱਥੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉਹ ਕਮਰਾ ਥੋੜਾ ਛੋਟਾ ਹੈ। ਕੁਝ ਸਿੰਘ ਉੱਥੇ ਬੈਠ ਜਾਂਦੇ ਨੇ ਅੰਦਰ। ਭਾਈ ਲਛਮਣ ਸਿੰਘ ਜੀ ਧਾਰੋਵਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਤਾਬਿਆ ਬੈਠ ਜਾਂਦੇ ਨੇ। ਕੁਝ ਸਿੰਘ ਬਾਹਰ ਖੜੇ ਹੋ ਕੇ ਧਿਆਨ ਰੱਖਣ ਲੱਗ ਪੈਂਦੇ ਨੇ। ਸਰਦਾਰ ਟਹਿਲ ਸਿੰਘ ਜੀ ਵੀ ਬਾਹਰ ਖੜੇ ਨੇ। ਭਾਈ ਲਛਮਣ ਸਿੰਘ ਜੀ ਤਾਬਿਆ ਬੈਠ ਕੇ ਮਹਾਰਾਜ ਤੋਂ ਰੁਮਾਲ ਚੁੱਕ ਕੇ ਆਸਾ ਕੀ ਵਾਰ ਦਾ ਪਾਠ ਸਟਾਰਟ ਕਰਦੇ ਨੇ। ਜਿਵੇਂ ਹੀ ਪਾਠ ਸਟਾਰਟ ਹੁੰਦਾ ਹੈ, ਉਸੇ ਸਮੇਂ ਸਿੰਘ ਬੈਠ ਚੁੱਕੇ ਨੇ ਜੀ ਸਾਰੇ। ਧਿਆਨ ਦਿਓ, ਸਾਧ ਸੰਗਤ ਆਪਣੀ ਸੁਰਤ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ। ਸਿੰਘ ਬੈਠੇ ਹੋਏ ਨੇ ਹਜ਼ੂਰੀ ਦੇ ਵਿੱਚ, ਭਾਈ ਲਛਮਣ ਸਿੰਘ ਜੀ ਤਾਬਿਆ ਬੈਠੇ ਹੋਏ ਨੇ। ਆਸਾ ਕੀ ਵਾਰ ਦਾ ਪਾਠ ਆਰੰਭ ਹੁੰਦਾ ਹੈ ਤੇ ਇਧਰੋਂ ਮਹੰਤ ਨਰੈਣ ਦਾਸ ਜਿਹੜਾ ਹੈ ਉਹ ਆਪਣੇ ਗੁੰਡਿਆਂ ਨੂੰ ਇਸ਼ਾਰਾ ਕਰਦਾ ਹੈ। ਜਿਵੇਂ ਹੀ ਨਰੈਣ ਦਾਸ ਦਾ ਇਸ਼ਾਰਾ ਹੁੰਦਾ ਹੈ, ਉਸੇ ਸਮੇਂ ਸਾਧ ਸੰਗਤ ਨਰੈਣ ਦਾਸ ਦੇ ਗੁੰਡੇ ਜਿਹੜੇ ਨੇ ਉਹ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਨੇ। ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ, ਗੋਲੀਆਂ ਦੀ ਆਵਾਜ਼ ਜਦੋਂ ਫੈਲੀ, ਸਵੇਰ ਦਾ ਸਮਾਂ ਹੈ, ਕਾਫੀ ਗੂੰਜ ਹੋਈ ਗੋਲੀਆਂ ਦੇ ਚੱਲਣ ਦੇ ਨਾਲ। ਉਹ ਆਵਾਜ਼ ਉੱਤਮ ਸਿੰਘ ਦੇ ਕਾਰਖਾਨੇ ਤੱਕ ਪਹੁੰਚੀ। ਸਰਦਾਰ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ, ਜਦੋਂ ਇਹਨਾਂ ਦੇ ਕੰਨਾਂ ਦੇ ਵਿੱਚ ਗੋਲੀ ਚੱਲਣ ਦੀ ਆਵਾਜ਼ ਪੈਂਦੀ ਹੈ, ਇਹ ਕਾਰਖਾਨੇ ਤੋਂ ਨਿਕਲ ਕੇ ਦੌੜਦੇ ਨੇ ਨਨਕਾਣਾ ਸਾਹਿਬ ਵੱਲ। ਸਰਦਾਰ ਉੱਤਮ ਸਿੰਘ ਰੋਕਦਾ ਹੈ ਕਿ ਨਾ ਜਾਓ, ਉੱਥੇ ਭਾਣਾ ਵਰਤ ਰਿਹਾ ਹੈ, ਨਾ ਜਾਓ, ਮਾਰੇ ਜਾਓਗੇ। ਤੇ ਸਰਦਾਰ ਦਲੀਪ ਸਿੰਘ ਫਿਰ ਇੱਥੇ ਬਚਨ ਕਹਿੰਦਾ, ਕਹਿਣ ਲੱਗੇ, ਭਾਈ ਸਾਹਿਬ ਜੀਓ, ਮੈਂ ਜ਼ਿੰਮੇਵਾਰੀ ਲੈ ਕੇ ਚੱਲਿਆ ਸਾਂ ਚੂੜਕਾਣੇ ਤੋਂ ਕਿ ਮੈਂ ਰੋਕਾਂਗਾ ਜਥੇ ਨੂੰ, ਪਰ ਜੇ ਮੈਂ ਅੱਜ ਨਾ ਗਿਆ ਤੇ ਮੇਰੇ ਨਾਂ ਦੇ ਉੱਤੇ ਧੱਬਾ ਲੱਗ ਜਾਏਗਾ ਕਿ ਆਪਣੀ ਜਾਨ ਬਚਾ ਲਈ ਤੇ ਜਥੇ ਨੂੰ ਰੋਕ ਨਾ ਪਾਇਆ। ਭਾਈ ਦਲੀਪ ਸਿੰਘ ਦੌੜ ਕੇ ਜਾਂਦੇ ਨੇ, ਭਾਈ ਵਰਿਆਮ ਸਿੰਘ ਪਿੱਛੇ ਨੇ, ਅਜੇ ਨਨਕਾਣਾ ਸਾਹਿਬ ਦੇ ਅੰਦਰ ਐਂਟਰ ਨਹੀਂ ਕੀਤੇ, ਦੌੜਦੇ ਜਾ ਰਹੇ ਨੇ। ਤੇ ਮਹੰਤ ਦੇ ਗੁੰਡੇ ਇਹਨਾਂ ਨੂੰ ਗੋਲੀਆਂ ਮਾਰ ਕੇ ਉੱਥੇ ਹੀ ਸ਼ਹੀਦ ਕਰ ਦਿੰਦੇ ਨੇ। ਜਦੋਂ ਸ਼ਹੀਦ ਹੁੰਦੇ ਨੇ, ਇਹਨਾਂ ਦੋਨਾਂ ਦੀ ਜਿਹੜੀ ਬਾਡੀ ਹੈ, ਸਰੀਰ ਹੈ, ਇਹਨਾਂ ਦੀਆਂ ਬਾਡੀਜ਼ ਨੂੰ ਧੂ ਕੇ ਮਹੰਤ ਦੇ ਗੁੰਡੇ ਜਿਹੜੇ ਨੇ, ਬਾਹਰ ਇੱਕ ਆਵਾ ਹੈ, ਛੋਟੀ ਜੀ ਭੱਠੀ ਹੈ, ਪੌਟਰਸ ਕਿਲਨ ਹੈ, ਉਹਦੇ ਵਿੱਚ ਇਹਨਾਂ ਦੋਨਾਂ ਦੀਆਂ ਬਾਡੀ ਨੂੰ ਸੁੱਟ ਦਿੱਤਾ ਜਾਂਦਾ ਹੈ। ਅੰਦਰ ਮਹੰਤ ਦੇ ਗੁੰਡੇ ਜਿਹੜੇ ਨੇ ਉਹ ਗੋਲੀਆਂ ਚਲਾਉਂਦੇ ਪਏ ਨੇ। ਬਾਹਰ ਜਿਹੜੇ ਸਿੰਘ ਬੈਠੇ ਸੀ ਸ਼ਹੀਦ ਹੋ ਚੁੱਕੇ ਨੇ। ਭਾਈ ਟਹਿਲ ਸਿੰਘ ਦੇ ਗੋਲੀ ਵੱਜਦੀ ਹੈ ਛਾਤੀ ਦੇ ਵਿੱਚ, ਉਹ ਵੀ ਸ਼ਹੀਦ ਹੋ ਚੁੱਕੇ ਨੇ। ਗੋਲੀਆਂ ਚਲਾਉਣ ਤੋਂ ਬਾਅਦ ਮਹੰਤ ਦੇ ਗੁੰਡੇ ਹੇਠਾਂ ਉਤਰਦੇ ਨੇ। ਹੇਠਾਂ ਉਤਰ ਕੇ ਹੱਥਾਂ ਦੇ ਵਿੱਚ ਕਿਸੇ ਕੋਲ ਕਿਰਪਾਨ ਹੈ, ਕਿਸੇ ਕੋਲ ਐਕਸ ਹੈ, ਕੁਹਾੜਾ ਹੈ, ਕਿਸੇ ਕੋਲ ਗੰਡਾਸਾ ਹੈ, ਕਿਸੇ ਕੋਲ ਛਵੀ ਹੈ। ਉਹ ਇਹਨਾਂ ਹਥਿਆਰਾਂ ਦੇ ਨਾਲ ਸਿੰਘਾਂ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਨੇ। ਸਿੰਘਾਂ ਨੂੰ ਵੱਢਣਾ ਸ਼ੁਰੂ ਕਰਦੇ ਨੇ, ਛੋਟੇ ਛੋਟੇ ਟੁਕੜੇ ਕਰ ਦਿੱਤੇ ਜਾਂਦੇ ਨੇ ਸਿੰਘਾਂ ਦੇ। ਭਾਈ ਸ਼ਮਸ਼ੇਰ ਨੇ ਲਿਖਿਆ, ਕਹਿਣ ਲੱਗੇ, ਜਦੋਂ ਸਾਰੇ ਸਿੰਘਾਂ ਨੂੰ ਉੱਥੇ ਵੱਢ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਕਿਸੇ ਨੇ ਜਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਪ੍ਰਕਾਸ਼ ਹੈ ਨਾ, ਉਸ ਕਮਰੇ ਦੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਸੀ। ਮਹੰਤ ਦੇ ਗੁੰਡਿਆਂ ਨੇ ਉਹ ਦਰਵਾਜ਼ਾ ਤੋੜਿਆ, ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਭਾਈ ਲਛਮਣ ਸਿੰਘ ਜੀ ਤਾਬਿਆ ਬੈਠੇ ਨੇ, 4 ਤੋਂ 5 ਗੋਲੀਆਂ ਉਹਨਾਂ ਦੇ ਸਰੀਰ ਤੇ ਲੱਗਦੀਆਂ ਨੇ ਭਾਈ ਲਛਮਣ ਸਿੰਘ ਜੀ ਦੇ, ਪਰ ਉਹ ਬੜੀ ਦ੍ਰਿੜਤਾ ਦੇ ਨਾਲ ਤਾਬਿਆ ਬੈਠੇ ਰਹਿੰਦੇ ਨੇ। ਕੁਝ ਗੋਲੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਲੱਗਦੀਆਂ ਨੇ। ਭਾਈ ਲਛਮਣ ਸਿੰਘ ਸ਼ਹੀਦ ਹੋ ਜਾਂਦੇ ਨੇ। ਅੰਦਰ ਜਿਹੜੇ ਸਿੰਘ ਨੇ ਉਹ ਵੀ ਸ਼ਹੀਦ ਹੋ ਗਏ। ਤੇ ਇਤਿਹਾਸ ਕਹਿੰਦਾ ਹੈ ਕਿ ਇੰਨਾ ਖੂਨ ਵਗਿਆ ਸ਼ਹੀਦ ਸਿੰਘਾਂ ਦਾ ਕਿ ਜਿਹੜਾ ਬਾਹਰ ਛੋਟਾ ਜਿਹਾ ਇੱਕ ਚੁਬੱਚਾ ਸੀ, ਜਿਹਦੇ ਵਿੱਚੋਂ ਪੈਰ ਧੋ ਕੇ ਗੁਰਦੁਆਰੇ ਦੇ ਅੰਦਰ ਐਂਟਰ ਕੀਤਾ ਜਾਂਦਾ ਸੀ, ਉਹ ਸਾਰੇ ਦਾ ਸਾਰਾ ਚੁਬੱਚਾ ਗੁਰੂ ਕੇ ਲਾਲਾਂ ਦੇ ਖੂਨ ਦੇ ਨਾਲ ਭਰ ਚੁੱਕਾ ਸੀ। ਕੇਵਲ ਭਰਿਆ ਹੀ ਨਹੀਂ, ਭਰਨ ਤੋਂ ਬਾਅਦ ਉੱਤੋਂ ਦੀ ਉਹ ਫਲੋ ਹੁੰਦਾ ਪਿਆ ਸੀ। ਜਿੱਧਰ ਨਜ਼ਰ ਪਵੇ ਹਰ ਪਾਸੇ ਖੂਨ ਹੀ ਖੂਨ ਹੈ। ਉਹਨਾਂ ਮਹੰਤ ਦੇ ਗੁੰਡਿਆਂ ਨੇ ਸਾਰਿਆਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਤੇ ਉਹਨਾਂ ਦੇ ਵਿੱਚ ਇੱਕ ਗੁੰਡਾ ਸੀ, ਉਹਦਾ ਨਾਮ ਹੈ ਲਾਲ ਦਾਸ। ਤਕਰੀਬਨ 8 ਵਜੇ, ਸਵੇਰ ਦੇ 8 ਵਜੇ ਉਸ ਲਾਲ ਦਾਸ ਨੇ ਹੁਕਮ ਕੀਤਾ ਕਿ ਹੁਣ ਇਹਨਾਂ ਲਾਸ਼ਾਂ ਨੂੰ ਇਕੱਠਿਆਂ ਕਰਕੇ ਤੇਲ ਪਾ ਕੇ ਸਾੜ ਦਿਓ। ਹੁਣ ਮਹੰਤ ਦੇ ਗੁੰਡੇ ਜਿਹੜੇ ਨੇ ਉਹ ਲਾਸ਼ਾਂ ਨੂੰ ਇਕੱਠਿਆਂ ਕਰਦੇ ਪਏ ਨੇ, ਧੂ ਕੇ ਲੈ ਕੇ ਜਾ ਰਹੇ ਨੇ। ਭਾਈ ਲਛਮਣ ਸਿੰਘ ਸ਼ਹੀਦ ਹੋ ਚੁੱਕੇ ਨੇ ਤਾਬਿਆ। ਇਹਨਾਂ ਨੂੰ ਤਾਬਿਆ ਤੋਂ ਕੇਸਾਂ ਤੋਂ ਪਕੜ ਕੇ ਧੂਇਆ ਗਿਆ, ਬਾਹਰ ਲਿਆ ਕੇ ਇਹਨਾਂ ਨੂੰ ਬੜੀ ਜ਼ੋਰ ਦੇ ਨਾਲ ਚੁੱਕ ਕੇ ਮਾਰਿਆ ਗਿਆ ਫਰਸ਼ ਦੇ ਉੱਤੇ। ਤੇ ਜਿਵੇਂ ਹੀ ਡਿੱਗਦੇ ਨੇ
ਇਹਨਾਂ ਦੀ ਗਰਦਨ ਨੂੰ ਇਹਨਾਂ ਦੀ ਧੜ ਦੇ ਨਾਲੋਂ, ਬਾਡੀ ਦੇ ਨਾਲੋਂ ਤਲਵਾਰ ਦੇ ਨਾਲ ਅਲੱਗ ਕਰ ਦਿੱਤਾ ਜਾਂਦਾ ਹੈ। ਤੇ ਜਿਹੜੀ ਬਾਡੀ ਹੈ ਉਸ ਬਾਡੀ ਨੂੰ ਚੁੱਕ ਕੇ, ਆ ਤੁਸੀਂ ਸਕਰੀਨ ਤੇ ਦੇਖਦੇ ਹੋਵੋਗੇ ਸਾਈਡ ਤੇ ਇੱਕ ਦਰਖਤ ਹੈ, ਇਸ ਦਰਖਤ ਦਾ ਨਾਮ ਹੈ ਜੰਡ। ਇਸ ਜੰਡ ਦੇ ਹੇਠਾਂ ਲਿਆ ਕੇ ਭਾਈ ਲਛਮਣ ਸਿੰਘ ਦਾ ਸਰੀਰ ਤੇ 2 ਸਿੰਘਾਂ ਦੇ ਸਰੀਰ ਹੋਰ ਉੱਥੇ ਨੇ, ਇਹਨਾਂ ਤਿੰਨਾਂ ਦੇ ਉੱਤੇ ਤੇਲ ਪਾ ਕੇ ਇਹਨਾਂ ਨੂੰ ਫੂਕ ਦਿੱਤਾ ਜਾਂਦਾ ਹੈ, ਅੱਗ ਲਾ ਦਿੱਤੀ ਜਾਂਦੀ ਹੈ। ਇਹ ਅੱਗ ਦੇ ਵਿੱਚ ਸੜਦੇ ਨੇ। ਇਹੀ ਨਹੀਂ ਸੜਦੇ, ਨਾਲ ਦੀ ਨਾਲ ਇਹ ਦਰਖਤ ਵੀ ਸੜਦਾ ਹੈ। ਭਾਈ ਲਛਮਣ ਸਿੰਘ ਦੀ ਸ਼ਹਾਦਤ, ਉਧਰੋਂ ਸਾਰੇ ਸਿੰਘਾਂ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਕੇ 3 ਢੇਰ ਲਗਾਏ ਜਾਂਦੇ ਨੇ। ਸਾਧ ਸੰਗਤ, ਲੱਕੜ ਵੀ ਇਕੱਠੀ ਕੀਤੀ ਹੋਈ ਹੈ ਮਹੰਤ ਨੇ, 3 ਢੇਰ ਲਗਾਏ ਜਾਂਦੇ ਨੇ ਸਰੀਰਾਂ ਦੇ, ਉਹਨਾਂ ਦੇ ਉੱਤੇ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਹੈ। 3 ਬਾਡੀ ਭਾਈ ਲਛਮਣ ਸਿੰਘ ਤੇ 2 ਹੋਰ ਸਿੰਘ ਜਿਹੜੇ ਨੇ ਜੰਡ ਦੇ ਹੇਠਾਂ ਸਾੜੇ ਜਾਂਦੇ ਨੇ। ਬਾਕੀ ਸਿੰਘਾਂ ਦੇ ਜਿਹੜੇ ਸਰੀਰ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਉੱਥੇ ਅੱਗ ਲਾਈ ਜਾਂਦੀ ਹੈ। ਇੰਨੇ ਨੂੰ ਅੰਦਰੋਂ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਅੰਦਰੋਂ ਇੱਕ ਆਵਾਜ਼ ਆ ਰਹੀ ਹੈ। ਆਵਾਜ਼ ਕੀ ਆ ਰਹੀ ਹੈ ਕਿ ਮੈਂ ਵੀ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣਾ, ਮੈਂ ਵੀ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣਾ। ਮਹੰਤ ਦੇ ਗੁੰਡੇ ਆਸੇ ਪਾਸੇ ਦੇਖਦੇ ਨੇ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਇੰਨੇ ਨੂੰ ਇੱਕ ਗੁੰਡਾ ਅੰਦਰ ਜਾਂਦਾ ਹੈ। ਅੰਦਰ ਜਾਣ ਤੋਂ ਬਾਅਦ ਕੀ ਦੇਖਦਾ ਹੈ ਕਿ ਇੱਕ ਅੰਦਰ ਕਬਰਡ ਹੈ, ਅਲਮਾਰੀ ਹੈ। ਉਹ ਅਲਮਾਰੀ ਹਿੱਲ ਵੀ ਰਹੀ ਹੈ ਤੇ ਉੱਥੋਂ ਆਵਾਜ਼ ਆਉਂਦੀ ਪਈ ਹੈ। ਅਲਮਾਰੀ ਨੂੰ ਖੋਲ੍ਹਿਆ ਜਾਂਦਾ ਹੈ, ਉਹਦੇ ਅੰਦਰੋਂ 9 ਸਾਲ ਦੇ ਭਾਈ ਦਰਬਾਰਾ ਸਿੰਘ ਜੀ ਨੇ। ਕਿਸੇ ਸਿੰਘ ਨੇ, ਜਦੋਂ ਮਹੰਤ ਦੇ ਗੁੰਡੇ ਗੋਲੀਆਂ ਚਲਾਉਂਦੇ ਪਏ ਸੀ, ਕਿਸੇ ਸਿੰਘ ਨੇ ਉਸ ਬੱਚੇ ਨੂੰ ਚੁੱਕ ਕੇ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਕਿ ਸ਼ਾਇਦ ਬਚ ਜਾਏਗਾ, ਛੋਟਾ ਬੱਚਾ ਹੈ, ਸ਼ਾਇਦ ਬਚ ਜਾਏਗਾ। ਪਰ ਇਹ ਬੱਚਾ ਅੰਦਰੋਂ ਕਹਿੰਦਾ ਸੀ ਕਿ ਮੈਂ ਵੀ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣਾ। ਸਾਧ ਸੰਗਤ ਖਿਆਲ ਕਰਿਓ, ਇਸ ਭਾਈ ਦਰਬਾਰਾ ਸਿੰਘ ਦੇ ਪਿਤਾ ਦਾ ਨਾਮ ਹੈ ਸਰਦਾਰ ਕੇਹਰ ਸਿੰਘ। ਇਹ ਜਰਗ ਪਿੰਡ ਦੇ ਰਹਿਣ ਵਾਲੇ, ਪਿੰਡ ਦਾ ਨਾਮ ਹੈ ਜਰਗ, ਉੱਥੋਂ ਦੇ ਰਹਿਣ ਵਾਲੇ। ਇਹ ਉੱਥੋਂ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣ ਵਾਸਤੇ ਆਏ ਨੇ। ਜਦੋਂ ਭਾਈ ਕੇਹਰ ਸਿੰਘ ਆਪਣੇ ਘਰ ਤੋਂ ਚੱਲਦੇ ਨੇ ਨਾ, ਤੇ ਇਹ ਬੱਚਾ ਜਿੱਦ ਕਰਦਾ ਕਿ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਚੱਲ ਕੇ ਸ਼ਹੀਦ ਹੋਣਾ, 9 ਸਾਲ ਦੀ ਉਮਰ ਦੇ ਵਿੱਚ। ਤੇ ਭਾਈ ਕੇਹਰ ਸਿੰਘ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਉਂਦੇ ਨੇ। ਕੋਈ ਸਿੰਘ ਇਹਨਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰ ਦਿੰਦਾ ਹੈ। ਅਲਮਾਰੀ ਵਿੱਚ ਬੰਦ ਕਰਨ ਤੋਂ ਬਾਅਦ ਜਦੋਂ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਇਹ ਅੰਦਰੋਂ ਆਵਾਜ਼ ਮਾਰਦੇ ਨੇ ਕਿ ਮੈਂ ਵੀ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣਾ। ਆਵਾਜ਼ ਸੁਣ ਕੇ ਗੁੰਡੇ ਅਲਮਾਰੀ ਖੋਲਦੇ ਨੇ, ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਤੇ 2 ਗੁੰਡੇ ਜਿਹੜੇ ਨੇ, ਇੱਕ ਲੱਤਾਂ ਤੋਂ ਪਕੜਦਾ, ਇੱਕ ਬਾਹਾਂ ਤੋਂ, ਤੇ ਭਾਈ ਦਰਬਾਰਾ ਸਿੰਘ ਨੂੰ ਫੜ ਕੇ ਬਲਦੀ ਹੋਈ ਅੱਗ ਦੇ ਵਿੱਚ ਜਿਉਂਦਿਆਂ ਸੁੱਟ ਦਿੱਤਾ ਜਾਂਦਾ ਹੈ। ਇਹ ਸੜ ਕੇ ਸ਼ਹੀਦ ਹੁੰਦੇ ਨੇ ਭਾਈ ਦਰਬਾਰਾ ਸਿੰਘ, 9 ਸਾਲ ਦੀ ਉਮਰ। ਸਾਧ ਸੰਗਤ ਖਿਆਲ ਕਰਿਓ, ਉਸ ਬਲਦੀ ਹੋਈ ਅੱਗ ਦੇ ਵਿੱਚੋਂ 2 ਸਿੱਖ ਅਜੇ ਸਿਸਕਦੇ ਪਏ ਨੇ, ਸਾਹ ਚੱਲਦੇ ਪਏ ਨੇ ਥੋੜੇ ਥੋੜੇ। ਉਹ ਥੋੜੇ ਜਿਹੇ ਉੱਪਰ ਉੱਠੇ ਤੇ 2 ਗੁੰਡੇ ਨੇ, ਰਾਂਝਾ ਤੇ ਰਿਹਾਣਾ, ਇਹਨਾਂ ਦੋਨਾਂ ਨੇ ਹੱਥਾਂ ਦੇ ਵਿੱਚ ਜਿਹੜੇ ਸ਼ਸਤਰ ਪਕੜੇ ਹੋਏ ਨੇ ਨਾ, ਉਹਨਾਂ ਸ਼ਸਤਰਾਂ ਦੇ ਨਾਲ ਉਹਨਾਂ ਦੋਵਾਂ ਸਿੰਘਾਂ ਨੂੰ ਮਾਰ ਕੇ ਫਿਰ ਵਿੱਚ ਸੁੱਟ ਦਿੱਤਾ। ਇੱਕ ਸਿੱਖ ਸਿਸਕਦਾ ਪਿਆ ਏ, ਪਾਣੀ ਮੰਗ ਰਿਹਾ ਹੈ। ਇੱਕ ਗੁੰਡਾ ਹੈ ਨਿਹਾਲ ਸਿੰਘ, ਉਹ ਨਿਹਾਲ ਸਿੰਘ ਦਾ ਉਹਦੇ ਉੱਤੇ ਧਿਆਨ ਪੈਂਦਾ ਹੈ ਤੇ ਉਹਨੂੰ ਜਾ ਕੇ ਪੁੱਛਦਾ, ਕਹਿੰਦਾ ਹਾਂ ਸੁਣਾ ਸਿੱਖਾ, ਕੀ ਖਟਿਆ ਈ ਇੱਥੇ ਆ ਕੇ? ਤੇ ਉਹ ਅੱਗੋਂ ਸਿੱਖ ਪਤਾ ਕੀ ਕਹਿੰਦਾ, ਕਹਿੰਦਾ ਪਾਣੀ ਪਿਆ। ਤੇ ਇਹ ਨਿਹਾਲ ਸਿੰਘ ਤਰਸ ਖਾ ਕੇ ਪਾਣੀ ਦੀ ਗੜਵੀ ਭਰ ਕੇ ਲਿਆਉਂਦਾ ਹੈ। ਤੇ ਉਹ ਪਾਣੀ ਅਜੇ ਪਿਆਉਣ ਹੀ ਲੱਗਦਾ ਇਸ ਸਿੰਘ ਨੂੰ ਜਿਹੜਾ ਸਿਸਕਦਾ ਪਿਆ ਹੈ। ਜਦੋਂ ਪਾਣੀ ਪਿਆਉਣ ਲੱਗਦਾ ਹੈ ਤੇ ਮਹੰਤ ਦਾ ਇੱਕ ਗੁੰਡਾ ਹੈ ਜੀ, ਉਹਦਾ ਨਾਂ ਹੈ ਲੱਦੂ ਲੰਗਾ, ਉਹ ਦੇਖ ਲੈਂਦਾ, ਉਹਦਾ ਧਿਆਨ ਇਹਦੇ ਉੱਤੇ ਪੈਂਦਾ ਹੈ। ਤੇ ਉਹ ਦੂਰੋਂ ਹੀ ਆਵਾਜ਼ ਮਾਰ ਕੇ ਕਹਿੰਦਾ ਓਏ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ ਹੈ। ਉਹ ਆਪਣੇ ਹੱਥ ਵਿੱਚ ਫੜੇ ਹੋਏ ਸ਼ਸਤਰ ਦੇ ਨਾਲ ਗੜਵੀ ਤੇ ਮਾਰ ਕੇ ਪਾਣੀ ਵਾਲੀ ਗੜਵੀ ਹੇਠਾਂ ਸੁੱਟ ਦਿੰਦਾ ਹੈ। ਤੇ ਇੰਨੇ ਨੂੰ ਜਦੋਂ ਕੋਲ ਪਹੁੰਚਦਾ ਹੈ ਤੇ ਉਹ ਸਿੱਖ ਦੀ ਗਰਦਨ ਦੇ ਉੱਤੇ ਆਪਣੇ ਸ਼ਸਤਰ ਦੇ ਨਾਲ, ਛਵੀ ਦੇ ਨਾਲ ਵਾਰ ਕਰਦਾ ਹੈ ਤੇ ਉਸ ਸਿੱਖ ਦੀ ਗਰਦਨ ਨੂੰ ਧੜ ਦੇ ਨਾਲੋਂ ਅਲੱਗ ਕਰ ਦਿੰਦਾ ਹੈ। ਉਹਦੀ ਬਾਡੀ ਨੂੰ, ਉਹਦੇ ਸੀਸ ਨੂੰ ਚੁੱਕ ਕੇ ਅੱਗ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਸਾਰਾ ਕਾਰਾ ਉੱਥੇ ਹੁੰਦਾ ਹੈ। ਸਾਧ ਸੰਗਤ ਤਕਰੀਬਨ 8-9 ਵਜੇ ਦੇ ਕਰੀਬ ਸਾਰੇ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਕੈਰੋਸਿਨ ਆਇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਹੈ। ਜਦੋਂ ਇਹ ਸਾਰਾ ਕਾਰਾ ਹੋ ਰਿਹਾ ਹੈ ਨਾ, ਉਧਰ ਭਾਈ ਉੱਤਮ ਸਿੰਘ ਜਿਨ੍ਹਾਂ ਦਾ ਕਾਰਖਾਨਾ ਹੈ, ਉਹਨਾਂ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਕਿ ਇਹ ਸਾਕਾ ਜਿਹੜਾ ਹੈ ਨਨਕਾਣਾ ਸਾਹਿਬ ਦੀ ਧਰਤੀ ਤੇ ਵਾਪਰ ਗਿਆ। ਉਹ ਚਿੱਠੀਆਂ ਭਾਈ ਉੱਤਮ ਸਿੰਘ ਤੇ ਇੱਕ ਨੇ ਸਰਦਾਰ ਕਰਮ ਸਿੰਘ ਸਟੇਸ਼ਨ ਮਾਸਟਰ, ਰੇਲਵੇ ਲਾਈਨ ਦੇ ਵਿੱਚ ਕੰਮ ਕਰਨ ਵਾਲੇ ਭਾਈ ਕਰਮ ਸਿੰਘ ਸਟੇਸ਼ਨ ਮਾਸਟਰ, ਇਹ ਦੋਨੋਂ ਹੀ ਚਿੱਠੀਆਂ ਲਿਖ ਕੇ ਪੰਜਾਬ ਦੇ ਵਿੱਚ ਭੇਜਦੇ ਨੇ। ਚੀਫ ਖਾਲਸਾ ਦੀਵਾਨ
ਸ਼੍ਰੋਮਣੀ ਕਮੇਟੀ ਸਾਰੇ ਪਾਸੇ ਇਹ ਚਿੱਠੀਆਂ ਭੇਜਦੇ ਨੇ। ਖਬਰ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਸਾਕਾ ਹੈ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਵਾਪਰ ਚੁੱਕਾ ਹੈ। ਭਾਈ ਕਰਤਾਰ ਸਿੰਘ ਝੱਬਰ ਨੂੰ ਚਿੱਠੀ ਮਿਲਦੀ ਹੈ, ਹੋਰ ਜਿਨ੍ਹਾਂ ਨੂੰ ਚਿੱਠੀਆਂ ਮਿਲੀਆਂ ਉਹ ਸਾਰੇ ਜਿਸ ਸਮੇਂ ਭਾਈ ਕਰਤਾਰ ਸਿੰਘ ਝੱਬਰ ਨੂੰ ਚੂੜਕਾਣੇ ਦੀ ਧਰਤੀ ਤੇ ਚਿੱਠੀ ਮਿਲਦੀ ਹੈ ਨਾ, ਉਸ ਟਾਈਮ ਉਹਨਾਂ ਦੇ ਕੋਲ ਤਕਰੀਬਨ 80-90 ਸਿੰਘ ਮੌਜੂਦ ਨੇ। 80-90 ਸਿੰਘਾਂ ਦੇ ਕਰੀਬ ਉਹਨਾਂ ਦਾ ਜਥਾ ਉੱਥੇ ਮੌਜੂਦ ਹੈ। ਉਹਨਾਂ ਦੇ ਵਿੱਚੋਂ 30-40 ਸਿੰਘਾਂ ਨੂੰ ਭਾਈ ਕਰਤਾਰ ਸਿੰਘ ਜੀ ਬਾਕੀ ਇਲਾਕਿਆਂ ਦੇ ਵਿੱਚ ਖਬਰ ਦੇਣ ਵਾਸਤੇ ਭੇਜ ਦਿੰਦੇ ਨੇ। ਖਬਰ ਕੀ ਕਿ ਇਹ ਨਨਕਾਣਾ ਸਾਹਿਬ ਦੇ ਵਿਖੇ ਸਾਕਾ ਹੋ ਚੁੱਕਾ ਹੈ ਤੇ ਹੁਣ ਸਾਰੇ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਨਨਕਾਣਾ ਸਾਹਿਬ ਪਹੁੰਚਿਆ ਜਾਵੇ। ਕਰਤਾਰ ਸਿੰਘ ਜੀ ਝੱਬਰ ਉੱਥੋਂ ਸਿੰਘਾਂ ਦੇ ਨਾਲ ਚੱਲਦੇ ਨੇ ਤੇ 20 ਫਰਵਰੀ ਦੀ ਰਾਤ ਨੂੰ 1500 ਸਿੰਘਾਂ ਦਾ ਜਥਾ ਜਿਹੜਾ ਹੈ ਨਾ ਜੀ, ਉਹ ਚੰਦਰਕੋਟ ਦੀ ਝਾਲ ਤੱਕ ਪਹੁੰਚ ਚੁੱਕਾ ਹੈ। 20 ਫਰਵਰੀ ਦੀ ਰਾਤ ਨੂੰ ਸਵੇਰੇ 20 ਫਰਵਰੀ ਸਵੇਰੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਨਨਕਾਣਾ ਸਾਹਿਬ ਦੇ ਅੰਦਰ। ਤੇ 20 ਫਰਵਰੀ ਦੀ ਰਾਤ ਨੂੰ 1500 ਦੇ ਕਰੀਬ ਸਿੰਘ ਜਿਹੜੇ ਨੇ ਉੱਥੇ ਇਕੱਠੇ ਹੁੰਦੇ ਨੇ। 21 ਫਰਵਰੀ ਦੁਪਹਿਰ ਤੱਕ 4 ਤੋਂ 5 ਹਜ਼ਾਰ ਸਿੰਘ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੇ ਲਾਗੇ ਇਕੱਠੇ ਹੋ ਚੁੱਕੇ ਨੇ। ਹੁਣ ਇਹਨਾਂ 4-5 ਹਜ਼ਾਰ ਸਿੰਘਾਂ ਦੇ ਵਿੱਚੋਂ ਸਰਦਾਰ ਕਰਤਾਰ ਸਿੰਘ ਜੀ ਝੱਬਰ 2200 ਸਿੰਘਾਂ ਦਾ ਜਿਹੜਾ ਜਥਾ ਹੈ ਉਹਨਾਂ ਨੂੰ ਨਨਕਾਣਾ ਸਾਹਿਬ ਵੱਲ ਲੈ ਕੇ ਚੱਲਦੇ ਨੇ ਤੇ ਜਿਹੜੇ ਬਾਕੀ ਨੇ ਉਹਨਾਂ ਨੂੰ ਗੁਰਦੁਆਰਾ ਕਿਆਰਾ ਸਾਹਿਬ ਵੱਲ ਭੇਜ ਦਿੱਤਾ ਜਾਂਦਾ ਹੈ। 2200 ਸਿੰਘ ਨਨਕਾਣਾ ਸਾਹਿਬ ਵੱਲ ਜਾਂਦੇ ਪਏ ਨੇ ਤੇ ਰਸਤੇ ਵਿੱਚ ਇਹਨਾਂ ਨੂੰ ਮਿਲਦੇ ਨੇ ਸਰਦਾਰ ਬਹਾਦਰ ਮਹਿਤਾਬ ਸਿੰਘ। ਇਹ ਸਰਕਾਰੀ ਵਕੀਲ ਨੇ, ਐਡਵੋਕੇਟ ਨੇ। ਇਹ ਮਿਲਦੇ ਨੇ ਤੇ ਆਣ ਕੇ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਪਤਾ ਕੀ ਕਹਿੰਦੇ, ਖਿਆਲ ਕਰਿਓ ਜਦੋਂ ਉਹ ਸਾਰਾ ਸਾਕਾ ਹੋ ਗਿਆ, ਚਿੱਠੀਆਂ ਹਰ ਪਾਸੇ ਪਹੁੰਚ ਚੁੱਕੀਆਂ ਨੇ। ਡਿਪਟੀ ਕਮਿਸ਼ਨਰ ਮਿਸਟਰ ਕਰੀ ਤੇ ਕਮਿਸ਼ਨਰ ਆਫ ਲਾਹੌਰ ਮਿਸਟਰ ਕਿੰਗ, ਇਹਨਾਂ ਨੂੰ ਵੀ ਸੁਨੇਹੇ ਮਿਲ ਚੁੱਕੇ ਨੇ ਤੇ ਇਹ ਵੀ ਉੱਥੇ ਪਹੁੰਚ ਚੁੱਕੇ ਨੇ। ਇਹ ਆਪ ਇਕੱਲੇ ਨਹੀਂ ਪਹੁੰਚੇ, ਇਹਨਾਂ ਨੇ 200 ਜਿਹੜੇ ਸਿਪਾਹੀ ਨੇ ਉਹ ਵੀ ਬੁਲਾ ਲਏ ਨੇ। 100 ਗੋਰਾ ਅੰਗਰੇਜ਼ ਸਿਪਾਹੀ ਤੇ 100 ਹਿੰਦੁਸਤਾਨੀ। 200 ਜਿਹੜੀ ਫੌਜ ਹੈ, ਇੱਕ ਟੁਕੜੀ 200 ਸਿਪਾਹੀਆਂ ਦੀ, ਉਹ ਨਨਕਾਣਾ ਸਾਹਿਬ ਦੇ ਬਾਹਰ ਇਹਨਾਂ ਨੇ ਤਾਇਨਾਤ ਕਰ ਦਿੱਤੀ ਹੈ। ਹਰ ਇੱਕ ਦੇ ਹੱਥ ਦੇ ਵਿੱਚ ਬੰਦੂਕਾਂ ਨੇ, ਗਨਜ਼ ਨੇ। ਸਾਰੇ ਸਿਪਾਹੀ ਬਾਹਰ ਖੜੇ ਨੇ। 200 ਦੀ ਫੌਜ ਦੀ ਟੁਕੜੀ ਜਿਹੜੀ ਹੈ ਉਹ ਨਨਕਾਣਾ ਸਾਹਿਬ ਦੇ ਬਾਹਰ ਪਹਿਰਾ ਦੇ ਰਹੀ ਹੈ। ਸਰਦਾਰ ਮਹਿਤਾਬ ਸਿੰਘ ਜੀ ਕਰਤਾਰ ਸਿੰਘ ਜੀ ਝੱਬਰ ਨੂੰ ਆਣ ਕੇ ਮਿਲਦੇ ਨੇ ਤੇ ਆਣ ਕੇ ਕਹਿੰਦੇ ਨੇ ਕਿ ਕਰਤਾਰ ਸਿੰਘ ਜੀ ਆਪਣੇ ਸਿੰਘ ਅੱਗੇ ਲੈ ਕੇ ਨਾ ਜਾਓ। ਕਿਉਂ? ਕਿਉਂਕਿ ਅੱਗੇ ਅੰਗਰੇਜ਼ ਸਰਕਾਰ ਨੇ ਫੌਜ ਲਗਾਈ ਹੋਈ ਹੈ, ਮਸ਼ੀਨ ਗਨਸ ਜਿਹੜੀਆਂ ਨੇ ਉਹ ਫਿੱਟ ਕੀਤੀਆਂ ਹੋਈਆਂ ਨੇ, ਬੜਾ ਨੁਕਸਾਨ ਹੋਏਗਾ, ਮਾਰੇ ਜਾਓਗੇ। ਤੇ ਕਰਤਾਰ ਸਿੰਘ ਝੱਬਰ ਜੀ ਇੱਥੇ ਉਹਨੂੰ ਜਵਾਬ ਦਿੰਦੇ ਨੇ, ਕਹਿਣ ਲੱਗੇ ਮਹਿਤਾਬ ਸਿੰਘ ਜੀ ਜੋ ਹੋਣਾ ਸੀ ਉਹ ਹੋ ਚੁੱਕਾ, ਹੁਣ ਜਾਂ ਤਾਂ ਮਰਾਂਗੇ ਤੇ ਜਾਂ ਫਿਰ ਮਾਰਾਂਗੇ। ਖਿਆਲ ਕਰਿਓ ਸਤਿਗੁਰਾਂ ਦਾ ਜਿਹੜਾ ਸਿਧਾਂਤ ਹੈ ਨਾ, ਉਹਦੇ ਅਕੋਰਡਿੰਗਲੀ ਕਹਿੰਦੇ ਨੇ ਪਹਿਲਾਂ ਪਿਆਰ ਦੇ ਨਾਲ ਸਮਝਾਇਆ ਜਾਵੇ। ਜੇ ਪਿਆਰ ਦੇ ਨਾਲ ਕੋਈ ਸਮਝ ਜਾਵੇ ਚੰਗੀ ਗੱਲ ਹੈ, ਜੇ ਨਹੀਂ ਫਿਰ ਕੁਰਬਾਨੀ ਦਿੱਤੀ ਜਾਵੇ ਸ਼ਾਂਤਮਈ ਰਹਿ ਕੇ। ਜੇ ਕੁਰਬਾਨੀ ਦੇ ਨਾਲ ਵੀ ਕੋਈ ਨਾ ਸਮਝੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ, ਚੂੰ ਕਰ ਅੱਜ ਹਮ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਮਰਦ ਦਾ ਫਰਜ਼ ਹੈ ਕਿ ਉਹ ਹੱਥ ਦੇ ਵਿੱਚ ਸ਼ਸਤਰ ਪਕੜ ਕੇ ਮੁਕਾਬਲਾ ਕਰਨ ਵਾਸਤੇ ਮੈਦਾਨ ਦੇ ਵਿੱਚ ਆ ਜਾਏ। ਕਰਤਾਰ ਸਿੰਘ ਝੱਬਰ ਕਹਿੰਦੇ ਹੁਣ ਤਾਂ ਜਾਂ ਮਰਾਂਗੇ ਤੇ ਜਾਂ ਫਿਰ ਮਾਰਾਂਗੇ, ਹੁਣ ਰੁਕ ਨਹੀਂ ਸਕਦੇ। ਅੱਗੇ ਵੱਧਦੇ ਨੇ ਤੇ ਅੱਗੇ ਨਨਕਾਣਾ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਡਿਪਟੀ ਕਮਿਸ਼ਨਰ ਸ਼ੇਖੂਪੁਰਾ ਹੈ ਮਿਸਟਰ ਕਰੀ, ਉਹ ਘੋੜੇ ਤੇ ਚੜ੍ਹ ਕੇ ਕਰਤਾਰ ਸਿੰਘ ਝੱਬਰ ਵੱਲ ਆ ਰਿਹਾ, ਜਥੇ ਵੱਲ ਆ ਰਿਹਾ। ਆਣ ਕੇ ਕਹਿੰਦਾ ਰੁਕ ਜਾਓ, ਹਿੰਦੀ ਚ ਬੋਲਦਾ ਹੈ, ਰੁਕ ਜਾਓ, ਆਗੇ ਮਤ ਬੜੋ, ਅੱਗੇ ਨਾ ਜਾਓ, ਫੌਜ ਹੈ ਅੱਗੇ, ਤੁਹਾਨੂੰ ਮਾਰ ਦਿੱਤਾ ਜਾਏਗਾ। ਤੇ ਇੱਥੇ ਵੀ ਕਰਤਾਰ ਸਿੰਘ ਝੱਬਰ ਕਹਿੰਦੇ ਹੁਣ ਰੁਕਣ ਵਾਲੇ ਨਹੀਂ, ਤੁਸੀਂ ਪਿੱਛੇ ਹਟ ਜਾਓ, ਐਸਾ ਨਾ ਹੋਵੇ ਕਿ ਤੁਹਾਡਾ ਹੀ ਨੁਕਸਾਨ ਹੋ ਜਾਏ। ਅੱਗੋਂ ਕਰੀ ਕਹਿੰਦਾ, ਮਿਸਟਰ ਕਰੀ ਕਹਿੰਦਾ ਤੁਸੀਂ ਕੀ ਚਾਹੁੰਦੇ ਹੋ? ਕਹਿੰਦੇ ਅਸੀਂ ਚਾਹੁੰਦੇ ਕੁਝ ਨਹੀਂ, ਸਾਡਾ ਇਹ ਪਾਵਨ ਸਥਾਨ ਸਾਡੇ ਵਾਸਤੇ ਯਰੂਸ਼ਲਮ ਦੇ ਬਰਾਬਰ ਹੈ, ਅਸੀਂ ਇਸ ਸਥਾਨ ਦਾ ਕਬਜ਼ਾ ਚਾਹੁੰਦੇ ਹਾਂ। ਮਿਸਟਰ ਕਰੀ ਕਹਿੰਦਾ ਤੁਸੀਂ ਅੱਜ ਦਾ ਦਿਨ ਰੁਕੋ, ਅਗਲੇ ਦਿਨ, ਅੱਜ 21 ਫਰਵਰੀ ਹੈ, ਕਹਿੰਦੇ 22 ਤਰੀਕ ਨੂੰ ਤੁਹਾਨੂੰ ਚਾਬੀਆਂ ਜਿਹੜੀਆਂ ਉਹ ਦੇ ਦਿੱਤੀਆਂ ਜਾਣਗੀਆਂ। ਜਦੋਂ ਸਾਕਾ ਹੋ ਗਿਆ ਸੀ ਨਾ, ਫੌਜ ਉੱਥੇ ਆਈ ਤੇ ਗੁਰਦੁਆਰੇ ਨੂੰ ਤਾਲੇ ਲਗਾ ਕੇ ਚਾਬੀਆਂ ਜਿਹੜੀਆਂ ਨੇ ਉਹ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਈਆਂ। ਤੇ ਮਿਸਟਰ ਕਰੀ ਕਹਿੰਦਾ ਹੈ ਕਿ 21 ਫਰਵਰੀ ਨੂੰ ਤੁਹਾਨੂੰ ਚਾਬੀਆਂ ਦੇ ਦਿੱਤੀਆਂ ਜਾਣਗੀਆਂ, ਇੱਕ ਦਿਨ ਰੁਕ ਜਾਓ। ਤੇ ਕਰਤਾਰ ਸਿੰਘ ਝੱਬਰ ਕਹਿਣ ਲੱਗੇ ਤੁਸੀਂ 4 ਪਹਿਰਾਂ ਦੀ ਗੱਲ ਕਰਦੇ ਹੋ, 4 ਘੜੀਆਂ ਦੀ ਗੱਲ ਕਰਦੇ ਹੋ, 1 ਦਿਨ ਦੀ ਗੱਲ ਕਰਦੇ ਹੋ, ਅਸੀਂ ਇੱਥੇ 1 ਮਿੰਟ ਵਾਸਤੇ ਵੇਟ ਨਹੀਂ ਕਰਾਂਗੇ, ਅਸੀਂ ਹੁਣੇ ਹੀ ਨਨਕਾਣਾ ਸਾਹਿਬ ਦੇ ਅੰਦਰ ਦਾਖਲ ਹੋਵਾਂਗੇ ਤੇ ਕਬਜ਼ਾ ਲਵਾਂਗੇ।
ਤੇ ਕਰੀ ਕਹਿੰਦਾ 2 ਮਿੰਟ ਰੁਕੋ। ਉਹ ਵਾਪਸ ਜਾਂਦਾ ਹੈ। ਆਪਣੇ ਜਿਹੜੇ ਡਿਪਟੀ ਕਮਿਸ਼ਨਰ ਤੇ ਜਿਹੜਾ ਕਮਿਸ਼ਨਰ ਆਫ ਲਾਹੌਰ ਮਿਸਟਰ ਕਿੰਗ, ਉਹਨਾਂ ਦੇ ਨਾਲ ਸਲਾਹ ਕੀਤੀ ਜਾਂਦੀ ਹੈ। ਸਲਾਹ ਕਰਨ ਤੋਂ ਬਾਅਦ ਮਿਸਟਰ ਕਿੰਗ ਜਿਹੜਾ ਹੈ ਉਹ ਅੱਗੇ ਆਉਂਦਾ ਹੈ ਤੇ ਅੱਗੇ ਆ ਕੇ ਜਿਹੜੀਆਂ ਗੁਰਦੁਆਰੇ ਦੀਆਂ ਚਾਬੀਆਂ ਨੇ ਉਹ ਸਰਦਾਰ ਕਰਤਾਰ ਸਿੰਘ ਝੱਬਰ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਨੇ। ਚਾਬੀਆਂ ਕਰਤਾਰ ਸਿੰਘ ਝੱਬਰ ਦੇ ਹਵਾਲੇ ਆ ਜਾਂਦੀਆਂ ਨੇ ਜੀ। ਕਬਜ਼ਾ ਜਿਹੜਾ ਹੈ ਤਕਰੀਬਨ ਕਰਤਾਰ ਸਿੰਘ ਝੱਬਰ ਦੇ ਹੱਥ ਦੇ ਵਿੱਚ ਹੈ। ਹੁਣ ਕਰਤਾਰ ਸਿੰਘ ਜੀ ਘੋੜੇ ਦੇ ਉੱਤੇ ਸਵਾਰ ਹੋ ਕੇ ਸਾਰੇ ਜਥੇ ਨੂੰ ਸੰਬੋਧਨ ਕਰਦੇ ਨੇ, ਖਾਲਸਾ ਜੀ ਚਾਬੀਆਂ ਖਾਲਸੇ ਕੋਲ ਆ ਚੁੱਕੀਆਂ ਨੇ ਤੇ ਹੁਣ ਅੱਗੇ ਵਧਣ ਤੋਂ ਪਹਿਲਾਂ ਸ਼ਾਂਤ ਹੋ ਜਾਓ। ਇੱਥੇ ਸ਼ਾਂਤ ਕਰਕੇ ਜਿਹੜਾ ਮਿਸਟਰ ਕਿੰਗ ਹੈ ਉਹ ਕਹਿੰਦਾ ਕੁਝ ਸਮਾਂ ਇੱਥੇ ਰੁਕੋ, ਫੌਜ ਨੂੰ ਸਾਈਡ ਤੇ ਕਰ ਲੈਣ ਦਿਓ, ਇੱਥੇ ਕੁਝ ਮਿੰਟ ਵੇਟ ਕਰੋ ਤਾਂ ਕਿ ਫੌਜ ਨੂੰ ਹਟਾ ਲਿਆ ਜਾਵੇ। ਫੌਜ ਹਟਾ ਲਈ ਜਾਂਦੀ ਹੈ। ਜਿਹੜੇ ਸਿੰਘ ਨੇ ਉਹ ਨਨਕਾਣਾ ਸਾਹਿਬ ਦੇ ਕੋਲ ਪਹੁੰਚਦੇ ਨੇ। ਕਰਤਾਰ ਸਿੰਘ ਜੀ ਝੱਬਰ ਤੇ ਹੋਰ ਮੇਨ ਜਿਹੜੇ ਲੀਡਰ ਸਿੱਖ ਨੇ ਉਹ ਗੁਰਦੁਆਰੇ ਸਾਹਿਬ ਦੇ ਤਾਲੇ ਖੋਲ੍ਹਦੇ ਨੇ। ਤਾਲੇ ਖੋਲ੍ਹਣ ਤੋਂ ਬਾਅਦ ਅੰਦਰ ਜਾਂਦੇ ਨੇ। ਕੁਝ ਗਿਣਤੀ ਦੇ ਸਿੱਖ ਜਿਹੜੇ ਨੇ ਅੰਦਰ ਜਾਂਦੇ ਨੇ ਤੇ ਜਦੋਂ ਅੰਦਰ ਗਏ ਸਾਧ ਸੰਗਤ, ਅੰਦਰ ਦਾ ਜਿਹੜਾ ਦ੍ਰਿਸ਼ ਸੀ ਉਹਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ। ਬਹੁਤਾ ਚਿਰ ਉਸ ਦ੍ਰਿਸ਼ ਨੂੰ ਦੇਖ ਨਹੀਂ ਪਾਉਂਦੇ, ਬਾਹਰ ਆ ਜਾਂਦੇ ਨੇ। ਬਾਹਰ ਆਉਣ ਤੋਂ ਬਾਅਦ ਸਮੁੱਚੀ ਸੰਗਤ ਨੂੰ ਇਹ ਸੰਬੋਧਨ ਕਰਦੇ ਨੇ ਕਿ ਕੱਲ ਨੂੰ ਦੁਬਾਰਾ ਗੁਰਦੁਆਰੇ ਦੇ ਦਰਵਾਜ਼ੇ ਖੋਲ੍ਹੇ ਜਾਣਗੇ ਤੇ ਸ਼ਹੀਦਾਂ ਦੇ ਸਰੀਰਾਂ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾਏਗੀ। 22 ਤਰੀਕ ਨੂੰ ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ ਸਿੱਖ ਇਕੱਠੇ ਹੋ ਰਹੇ ਨੇ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਇਸ 22 ਤਰੀਕ ਨੂੰ ਤਕਰੀਬਨ 40 ਤੋਂ 50 ਹਜ਼ਾਰ ਸਿੰਘ ਜਿਹੜੇ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਨੇ। ਵੱਡੀ ਗਿਣਤੀ ਦੇ ਵਿੱਚ ਜਥੇ ਪਹੁੰਚ ਚੁੱਕੇ ਨੇ ਉੱਥੇ ਤੇ 22 ਤਰੀਕ ਨੂੰ ਗੁਰਦੁਆਰਾ ਸਾਹਿਬ ਖੋਲ੍ਹਿਆ ਗਿਆ ਤੇ ਹੁਣ ਇੱਥੇ ਸ਼ਹੀਦ ਸਿੰਘਾਂ ਦੇ ਸਰੀਰਾਂ ਦੀ ਸੰਭਾਲ ਕਰਨੀ ਸਟਾਰਟ ਹੋਈ। ਸਾਧ ਸੰਗਤ ਤੇ ਖਿਆਲ ਕਰਿਓ, ਜਦੋਂ ਐਂਟਰ ਕੀਤੇ ਨਾ ਅੰਦਰ ਐਂਟਰ ਹੋਣ ਤੋਂ ਬਾਅਦ ਸਰਦਾਰ ਗੁਰਬਖਸ਼ ਸਿੰਘ ਜਿਹੜੇ ਸ਼ਮਸ਼ੇਰ ਝਬਾਲੀਆ, ਉਹਨਾਂ ਨੇ ਜਿਹੜੀ ਪੁਸਤਕ ਲਿਖੀ ਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਅੰਦਰ ਜਦੋਂ ਐਂਟਰ ਕਰਦੇ ਨੇ ਤੇ ਕੀ ਦੇਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਵੀ ਮਹੰਤ ਦੇ ਗੁੰਡਿਆਂ ਨੇ ਚੁੱਕ ਕੇ ਸੁੱਟੀ ਪਈ ਹੈ। ਉਹ ਸਭ ਤੋਂ ਪਹਿਲਾਂ ਬੀੜ ਨੂੰ ਸੰਭਾਲਿਆ ਜਾਂਦਾ ਹੈ, ਬੀੜ ਦੀ ਸੰਭਾਲ ਕਰਦੇ ਨੇ ਤੇ ਜਦੋਂ ਅੰਦਰ ਸੰਭਾਲ ਕਰਨੀ ਸ਼ੁਰੂ ਕਰਦੇ ਨੇ ਤੇ ਜਿਹੜੀਆਂ 3 ਡੈੱਡ ਬੋਡੀਜ਼ ਉਸ ਟਾਈਮ ਤੇ ਉਹਨਾਂ ਨੂੰ ਮਿਲਦੀਆਂ ਨੇ। ਜੰਡ ਦੇ ਥੱਲੇ ਜਿਹੜੀਆਂ 3 ਡੈੱਡ ਬੋਡੀਜ਼ ਮਿਲਦੀਆਂ ਨੇ, ਉਹ ਬਾਕੀ ਜਿਹੜਾ ਮਾਸ ਦੇ ਟੁਕੜੇ, ਹੱਡੀਆਂ ਸਭ ਇਕੱਠੀਆਂ ਕਰਨੀਆਂ ਸ਼ੁਰੂ ਕਰਦੇ ਨੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਂਦੇ ਨੇ ਨਾ ਸਾਧ ਸੰਗਤ, ਦੇ ਦਰਸ਼ਨ ਕਰਨ ਤੋਂ ਬਾਅਦ ਹੈਰਾਨ ਰਹਿ ਗਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਨੂੰ ਵੀ ਗੋਲੀਆਂ ਲੱਗੀਆਂ ਹੋਈਆਂ ਨੇ ਤੇ ਉਸ ਬੀੜ ਨੂੰ ਅੱਜ ਵੀ ਸ਼ਹੀਦੀ ਬੀੜ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ ਅੰਕ ਨੰਬਰ 1319 ਤੋਂ ਲੈ ਕੇ 1430 ਤੱਕ ਗੋਲੀ ਜਿਹੜੀ ਹੈ ਪੰਨਿਆਂ ਦੇ ਵਿੱਚੋਂ ਕ੍ਰਾਸ ਹੋ ਕੇ ਬਾਹਰ ਨਿਕਲ ਗਈ। ਪੰਨਾ 462 ਤੋਂ 640 462 to 640 ਤੱਕ ਗੋਲੀਆਂ ਦੇ ਨਿਸ਼ਾਨ ਨੇ, ਉੱਥੇ ਤਲਵਾਰਾਂ ਦੇ ਨਿਸ਼ਾਨ ਲੱਗੇ ਹੋਏ ਨੇ। ਤੇ ਸਾਧ ਸੰਗਤ 9 ਗੋਲੀਆਂ 9 ਬੁਲਟਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਢੀਆਂ ਗਈਆਂ। ਇੱਥੇ ਹੀ ਬਸ ਨਹੀਂ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਲਦ ਹੈ ਉਹ ਵੀ ਕਹਿੰਦੇ ਨੇ ਬਿਲਕੁਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਸੀ, ਹੱਥ ਲਾਇਆ ਭੁਰਦੀ ਜਾਂਦੀ ਸੀ, ਇੰਨਾ ਨੁਕਸਾਨ ਉਸ ਪਾਵਨ ਬੀੜ ਦਾ ਹੋਇਆ। ਤੇ ਉਸੇ ਪਾਵਨ ਬੀੜ ਦੇ ਉੱਤੇ ਪੰਨਾ ਨੰਬਰ 1132 1132 to 1228 ਤੱਕ ਭਾਈ ਲਛਮਣ ਸਿੰਘ ਜੀ ਧਾਰੋਵਾਲ ਜਿਹੜੇ ਤਾਬਿਆ ਬੈਠੇ ਸਨ, ਤਾਬਿਆ ਬੈਠਿਆਂ ਉਹਨਾਂ ਦੇ ਸਰੀਰ ਦੇ ਵਿੱਚ ਗੋਲੀਆਂ ਲੱਗੀਆਂ। ਜਦੋਂ ਗੋਲੀਆਂ ਚੱਲਦੀਆਂ ਸਨ ਤੇ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਨੇ ਇਸ ਤਰ੍ਹਾਂ ਕਰਕੇ, ਤਾਂ ਕਿ ਕੋਈ ਗੋਲੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਲੱਗੇ ਤੇ ਉਹਨਾਂ ਦਾ ਖੂਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਿਆਂ ਨੂੰ ਲੱਗਿਆ। ਅਜੇ ਵੀ ਨਿਸ਼ਾਨ ਜਿਹੜੇ ਨੇ ਉਸੇ ਤਰ੍ਹਾਂ ਉਸ ਪਾਵਨ ਬੀੜ ਦੇ ਉੱਤੇ ਮੌਜੂਦ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਭਾਲ ਕੀਤੀ ਜਾਂਦੀ ਹੈ। ਭਾਈ ਹੀਰਾ ਸਿੰਘ ਜੀ ਰਾਗੀ, ਭਾਈ ਹੀਰਾ ਸਿੰਘ ਜੀ ਰਾਗੀ ਜਦੋਂ ਬੀੜ ਦੀ ਸੰਭਾਲ ਕੀਤੀ ਨਾ ਤੇ ਜਿਹੜਾ ਪਹਿਲਾ ਸ਼ਬਦ ਸਾਹਮਣੇ ਆਇਆ ਉਹ ਸੀ ਜੀ, ਤਪ ਤਪ ਲੋਹ ਲੋਹ ਹਾਥ ਮਰੋਰੋਂ, ਬਾਵਲ ਹੋਈ ਸੋ ਸਹਲੋਰੋਂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ। ਇਹ ਸ਼ਬਦ ਸੀ ਸਾਹਮਣੇ ਆਇਆ ਤੇ ਭਾਈ ਹੀਰਾ ਸਿੰਘ ਜੀ ਨਾਲ ਤਾਂ ਅੱਖਾਂ ਦੇ ਵਿੱਚ ਪਾਣੀ ਹੈ, ਗਲੇ ਤੋਂ ਬੋਲਿਆ ਕੁਝ ਨਹੀਂ ਜਾਂਦਾ, ਬੜੀ ਬੈਰਾਗਮਈ ਆਵਾਜ਼ ਦੇ ਵਿੱਚ ਭਾਈ ਹੀਰਾ ਸਿੰਘ ਜੀ ਇਸ ਪਾਵਨ ਸ਼ਬਦ ਨੂੰ ਗਾਇਨ ਕਰਦੇ ਪਏ ਨੇ ਤੇ ਨਾਲ ਨਾਲ ਸ਼ਹੀਦ ਸਿੰਘਾਂ ਦੇ ਜਿਹੜੇ ਮਾਸ ਦੇ ਟੁਕੜੇ ਨੇ ਉਹਨਾਂ ਨੂੰ ਇਕੱਠਾ ਕਰਦੇ ਪਏ ਨੇ। ਤੇ ਇਹ ਭਾਈ ਹੀਰਾ ਸਿੰਘ ਜੀ ਕਹਿੰਦੇ ਨੇ ਇਹਨਾਂ ਨੇ ਇੱਕ ਛੋਟੀ ਜਿਹੀ ਪਾਲਕੀ ਬਣਾਈ
ਇੱਕ ਛੋਟੀ ਜੀ ਪਾਲਕੀ ਬਣਾਈ, ਜਿਸ ਪਾਲਕੀ ਦੇ ਵਿੱਚ ਇਹ ਤੁਰ ਫਿਰ ਕੇ ਜਿੱਥੋਂ ਵੀ ਕੋਈ ਸਿੰਘ ਦਾ ਮਾਸ ਦਾ ਟੁਕੜਾ ਮਿਲਦਾ ਸੀ, ਉਹ ਮਾਸ ਦਾ ਟੁਕੜਾ ਚੁੱਕ ਕੇ ਉਸ ਪਾਲਕੀ ਦੇ ਵਿੱਚ ਰੱਖ ਲਿਆ ਜਾਂਦਾ ਸੀ। ਤੇ ਜਦੋਂ ਸਾਰੇ ਸਿੰਘਾਂ ਦੇ ਸਰੀਰਾਂ ਦੀ ਸੰਭਾਲ ਕੀਤੀ, ਕੀ ਮਿਲਿਆ ਜੀ ਉੱਥੋਂ? ਕਹਿੰਦੇ ਨੇ 4 ਸਾਬਤ ਲਾਸ਼ਾਂ, 4 ਬੋਡੀਜ਼। ਉਸ ਤੋਂ ਬਾਅਦ ਕਹਿੰਦੇ ਨੇ 119 ਖੋਪੜੀਆਂ, ਸਕਲਸ 119, ਜਿਹੜੀਆਂ ਅੰਦਰ ਉਹਨੇ ਭੱਠੀਆਂ ਲਗਾਈਆਂ ਹੋਈਆਂ ਸੀ, ਉੱਥੋਂ 119 ਖੋਪੜੀਆਂ। ਜਿਹੜਾ ਬਾਹਰ ਪੋਟਰਸ ਕਿਲਨ ਸੀ, ਉਹਦੇ ਵਿੱਚੋਂ 7 ਖੋਪੜੀਆਂ, 119 ਅੰਦਰੋਂ, 7 ਖੋਪੜੀਆਂ ਅੰਦਰੋਂ ਮਿਲਦੀਆਂ ਨੇ। ਤੇ ਇੱਥੇ ਹੀ ਬਸ ਨਹੀਂ, 3 ਟੋਕਰੇ ਸਿੰਘਾਂ ਦੇ ਮਾਸ, ਛੋਟੇ ਛੋਟੇ ਟੁਕੜੇ ਜਿਹੜੇ ਉਹਨਾਂ ਮਹੰਤਾਂ ਨੇ, ਗੁੰਡਿਆਂ ਨੇ ਕੀਤੇ ਹੋਏ ਸੀ ਨਾ, ਮਾਸ ਦੇ ਛੋਟੇ ਛੋਟੇ ਟੁਕੜੇ ਜਿਹੜੇ ਕੀਤੇ ਸੀ, ਕੀਮਾ ਕੀਤੇ ਹੋਏ ਸੀ, ਉਹ 3 ਟੋਕਰੇ ਭਰ ਕੇ ਮਿਲਦੇ ਨੇ। 10 ਟੋਕਰੇ ਵੱਡੀਆਂ ਹੱਡੀਆਂ ਤੇ ਵੱਡੇ ਮਾਸ ਦੇ ਟੁਕੜੇ ਮਿਲਦੇ ਨੇ। ਤੇ ਸਾਧ ਸੰਗਤ, ਭਾਈ ਤਖਤ ਸਿੰਘ ਜੀ, ਇਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਅੰਗੀਠਾ ਤਿਆਰ ਕਰਨ ਦੀ। 23 ਤਰੀਕ ਦਾ ਦਿਨ, 23 ਫਰਵਰੀ ਦਾ ਦਿਨ ਸੰਸਕਾਰ ਵਾਸਤੇ ਚੁਣਿਆ ਜਾਂਦਾ ਹੈ। ਭਾਈ ਤਖਤ ਸਿੰਘ ਜੀ ਅੰਗੀਠਾ ਤਿਆਰ ਕਰਦੇ ਨੇ। ਅੰਗੀਠਾ ਮੀਨਸ ਪਾਇਰ ਤਿਆਰ ਕਰਦੇ ਨੇ। ਤੇ ਉਹ ਪਾਇਰ ਜਿਹੜਾ ਹੈ ਨਾ ਜੀ, ਕਹਿੰਦੇ 20 ਫੁੱਟ ਲੰਬਾ, 20 ਫੀਟ ਲੌਂਗ ਤੇ 8 ਫੀਟ ਹਾਈ ਜਿਹੜਾ ਅੰਗੀਠਾ ਪਾਇਰ ਤਿਆਰ ਕੀਤਾ ਜਾਂਦਾ ਹੈ। ਉਸ ਪਾਇਰ ਦੇ ਉੱਤੇ ਪਹਿਲਾਂ 4 ਲਾਸ਼ਾਂ ਰੱਖੀਆਂ ਜਾਂਦੀਆਂ ਨੇ। ਉਸ ਤੋਂ ਬਾਅਦ 119 ਖੋਪੜੀਆਂ ਜਿਹੜੀਆਂ ਅੰਦਰੋਂ ਮਿਲੀਆਂ, ਉਹ ਤੇ 7 ਜਿਹੜੀਆਂ ਬਾਹਰੋਂ ਮਿਲੀਆਂ, ਉਹ ਰੱਖੀਆਂ ਜਾਂਦੀਆਂ ਨੇ। 3 ਟੋਕਰੇ ਛੋਟੇ ਮਾਸ ਦੇ ਟੁਕੜੇ, 10 ਟੋਕਰੇ ਵੱਡੇ ਮਾਸ ਦੇ ਟੁਕੜੇ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਭਾਈ ਜੋਧ ਸਿੰਘ ਜੀ ਅਰਦਾਸ ਕਰਦੇ, ਇੱਕ ਸਪੀਚ ਕਰਦੇ ਨੇ, ਜਿਹਦੇ ਵਿੱਚ ਪੰਥ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਕਿਸੇ ਵੀ ਮੁਹਿੰਮ ਨੂੰ ਜਿੱਤਣ ਵਾਸਤੇ ਹਮੇਸ਼ਾ ਹੀ ਸਿੰਘਾਂ ਨੂੰ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਰਿਹਾ ਹੈ। ਤੇ ਉਹੀ ਅੱਜ ਇਸ ਪਾਵਨ ਸਥਾਨ ਤੇ ਹੋਇਆ। ਸਪੀਚ ਤੋਂ ਬਾਅਦ ਭਾਈ ਸਾਹਿਬ ਜੀ ਅਰਦਾਸ ਕਰਦੇ ਨੇ। ਅਰਦਾਸ ਤੋਂ ਬਾਅਦ ਸੰਸਕਾਰ ਜਿਹੜਾ ਹੈ ਜੀ, ਉਹ ਆਰੰਭ ਹੁੰਦਾ ਹੈ। 4 ਘਿਓ ਦੇ ਪੀਪੇ, 4 ਘਿਓ, ਦੇਸੀ ਘਿਓ ਦੇ ਟੀਨ ਜਿਹੜੇ ਨੇ, ਉਹ ਇਸ ਅੰਗੀਠੇ ਦੇ ਉੱਤੇ ਪਾ ਕੇ ਅਗਨ ਭੇਂਟ ਕਰ ਦਿੱਤੀ ਜਾਂਦੀ ਹੈ। ਤੇ ਇਸ ਅਗਨ ਭੇਂਟ ਤੋਂ ਬਾਅਦ, ਸੰਸਕਾਰ ਤੋਂ ਬਾਅਦ ਸੋਹਿਲੇ ਦਾ ਪਾਠ, ਸੋਹਿਲੇ ਦੇ ਪਾਠ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ, ਉਪਰੰਤ ਅਰਦਾਸ, ਫਿਰ ਹੁਕਮ ਲਿਆ ਜਾਂਦਾ ਹੈ। ਤੇ ਜਿਹੜਾ ਹੁਕਮ ਲਿਆ ਜਾਂਦਾ ਹੈ ਨਾ, ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਿਰ ਪੁਕਾਰ ਕੇ ਕਹਿੰਦੇ ਨੇ। ਕੀ ਕਿਹਾ ਜੀ? ਕਹਿਣ ਲੱਗੇ, ਜੋ ਲੋੜੀਂਦੇ ਰਾਮ ਸੇਵਕ ਸਈ ਕਾਂਢਿਆ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਪੁਕਾਰ ਕੇ ਕਹਿ ਰਹੇ ਨੇ ਕਿ ਇਹ ਜਿਹੜੇ ਇੱਥੇ ਸਿੰਘ ਸ਼ਹੀਦ ਹੋਏ ਨੇ, ਇਹ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਪ ਪ੍ਰਵਾਨ ਹੋ ਗਏ ਨੇ। ਮਿਲ ਜਲ ਜਲੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ। ਇਹ ਸਾਰੇ ਸ਼ਹੀਦ ਹੋਏ ਸਿੰਘ ਜਿਹੜੇ ਨੇ, ਉਹ ਉਸ ਪਰਮਾਤਮਾ ਦੇ ਵਿੱਚ ਮਰਜ ਹੋ ਗਏ। ਗੁਰੂ ਅਰਜਨ ਸਾਹਿਬ ਮਹਾਰਾਜ ਬੋਲ ਕੇ ਕਹਿੰਦੇ ਪਏ ਨੇ। ਸੰਸਕਾਰ ਹੋ ਗਿਆ ਸਾਧ ਸੰਗਤ। 23 ਫਰਵਰੀ ਨੂੰ ਇਸ ਪਾਵਨ ਜਨਮ ਸਥਾਨ ਦੇ ਉੱਤੇ ਸ਼ਹੀਦ ਸਿੰਘਾਂ ਦੇ ਸਰੀਰ ਦਾ ਸੰਸਕਾਰ ਹੁੰਦਾ ਹੈ। ਤੇ ਸੰਸਕਾਰ ਤੋਂ ਬਾਅਦ ਕੁਝ ਮਤੇ ਵੀ ਪਾਏ ਜਾਂਦੇ ਨੇ, ਮਤੇ ਵੀ ਪਾਸ ਕੀਤੇ ਜਾਂਦੇ ਨੇ ਕਿ 5 ਅਪ੍ਰੈਲ 1921 ਨੂੰ ਹਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਉਹ ਇਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰੱਖ ਕੇ ਤੇ ਭੋਗ ਵੀ ਪਾਏ ਜਾਂਦੇ ਨੇ। ਅਪ੍ਰੈਲ ਦੇ ਵਿੱਚ 21 ਫਰਵਰੀ ਨੂੰ ਹੀ ਜਿਹੜਾ ਮਹੰਤ ਹੈ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸਰਕਾਰ ਦੁਆਲਾ। ਤੇ 21 ਨਵੰਬਰ 1921 ਨੂੰ ਹੀ ਮਹੰਤ ਨਾਰਾਇਣ ਦਾਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸਾਰਾ ਕਬਜ਼ਾ ਜਿਹੜਾ ਹੈ ਗੁਰੂ ਘਰ ਦਾ, ਉਹ ਪੰਥ ਦੇ ਹੱਥਾਂ ਦੇ ਵਿੱਚ ਆ ਜਾਂਦਾ ਹੈ। ਤੇ ਉਸ ਤੋਂ ਬਾਅਦ ਅਕਤੂਬਰ 1927 ਨੂੰ ਪੰਥ ਨੇ ਮਹਿਸੂਸ ਕੀਤਾ ਕਿ ਕੁਝ ਐਸੀ ਯਾਦਗਾਰ ਕਾਇਮ ਕੀਤੀ ਜਾਵੇ ਜਿੱਥੋਂ ਕੌਮ ਦੇ ਜਿਹੜੇ ਨੌਜਵਾਨ ਨੇ ਉਹ ਸਿੱਖਿਆ ਪ੍ਰਾਪਤ ਕਰਕੇ ਨਿਕਲਣ ਤੇ ਪ੍ਰਚਾਰ ਜਿਹੜਾ ਵਾ ਉਹ ਪੂਰੇ ਸੰਸਾਰ ਦੇ ਵਿੱਚ ਕੀਤਾ ਜਾਵੇ ਗੁਰੂ ਨਾਨਕ ਦੇ ਘਰ ਦਾ। ਤੇ ਅਕਤੂਬਰ 1927 1927 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕੀਤੀ ਜਾਂਦੀ ਹੈ। 1927 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕੀਤੀ ਜਾਂਦੀ ਹੈ। ਪਹਿਲੇ ਪ੍ਰਿੰਸੀਪਲ ਉਸ ਟਾਈਮ ਦੇ ਮਹਾਨ ਫਿਲਾਸਫਰ ਜਿਹੜੇ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੂੰ ਨਿਯਤ ਕੀਤਾ ਜਾਂਦਾ ਹੈ। ਤੇ ਉਹ ਪਾਵਨ ਜਿਹੜਾ ਕਾਲਜ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਧਰਤੀ ਦੇ ਉੱਤੇ ਸਥਾਪਿਤ ਕੀਤਾ ਗਿਆ। ਉਸ ਟਾਈਮ ਤੋਂ 1927 ਤੋਂ ਲੈ ਕੇ ਟਿਲ ਨਾਓ ਅਜੇ ਵੀ ਨਿਰੰਤਰ ਇਹ ਸੇਵਾ ਕਰ ਰਹੇ। ਉੱਥੇ ਜਿਹੜੇ ਵਿਦਿਆਰਥੀ ਨੇ ਸਿੱਖਿਆ ਲੈ ਕੇ ਨਿਕਲਦੇ ਨੇ ਤੇ ਫੀਲਡ ਦੇ ਵਿੱਚ ਤੁਰ ਫਿਰ ਕੇ ਪ੍ਰਚਾਰ ਕਰਦੇ ਨੇ। ਦਾਸ ਤੇ ਗਿਆਨੀ ਪ੍ਰਵਿੰਦਰ ਸਿੰਘ,
ਅਸੀਂ ਦੋਨੋਂ ਵੀ ਇਸੇ ਹੀ ਕਾਲਜ ਦੇ ਵਿੱਚੋਂ ਪੜ੍ਹ ਕੇ ਨਿਕਲੇ ਆ, ਜਿਹੜਾ ਕਾਲਜ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਬਹਾਲ ਕੀਤਾ ਤੇ ਗੁਰੂ ਨਾਨਕ ਦੇ ਪਾਵਨ ਜਨਮ ਸਥਾਨ ਦੇ ਉੱਤੇ ਜੋ ਮਹੰਤ ਨੇ ਮਾੜੇ ਕੀਤੇ ਕੁਕਰਮਾਂ ਦੇ ਦਾਗ ਲਗਾਏ ਹੋਏ ਸਨ, ਉਹਨਾਂ ਦਾਗਾਂ ਨੂੰ ਆਪਣੇ ਖੂਨ ਦੇ ਨਾਲ ਧੋ ਕੇ ਸਾਫ਼ ਕੀਤਾ। ਸਾਧ ਸੰਗਤ, ਅੱਜ ਪੂਰਾ 100 ਸਾਲ ਹੋ ਚੁੱਕਾ ਹੈ ਜੀ। ਅੱਜ ਪਹਿਲੀ ਸ਼ਤਾਬਦੀ ਪੂਰੀ ਸਿੱਖ ਕੌਮ ਜਿਹੜੀ ਹੈ ਨਾ ਜੀ, ਉਹ ਮਨਾ ਰਹੀ ਹੈ। ਇੰਡੀਆ ਦੇ ਵਿੱਚ ਹਰ ਥਾਂ ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਚੱਲਦੇ ਪਏ ਨੇ ਤੇ ਇਹ ਜਿਹੜੇ ਦੀਵਾਨ ਨੇ ਇਹ ਵੀ ਉਹਨਾਂ ਸ਼ਹੀਦ ਸਿੰਘਾਂ ਦੇ 100 ਸਾਲਾਂ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਨੇ। ਗੁਰੂ ਕਿਰਪਾ ਕਰੇ ਜਿਹੜੇ ਪੂਰਨੇ ਪਾ ਕੇ ਸ਼ਹੀਦ ਸਿੰਘ ਗਏ ਨੇ, ਕਿਤੇ ਐਸੀ ਦ੍ਰਿੜਤਾ, ਕਿਤੇ ਐਸੀ ਭਾਵਨਾ ਸਾਡੇ ਅੰਦਰ ਵੀ ਪੈਦਾ ਹੋ ਸਕੇ, ਕਿਉਂਕਿ ਸ਼ਹੀਦ ਦੇ ਮਰਾਤਬੇ ਤੱਕ, ਸ਼ਹੀਦ ਦੀ ਪਦਵੀ ਤੱਕ ਪਹੁੰਚਣਾ ਕਿਤੇ ਆਸਾਨ ਨਹੀਂ ਜੋ ਹੋਇਆ ਕਰਦਾ। ਬੜੀ ਅੰਦਰ ਦੀ ਦ੍ਰਿੜਤਾ ਚਾਹੀਦੀ ਹੁੰਦੀ ਹੈ, ਤਾਂ ਕਰਕੇ ਜਾ ਕੇ ਕਿਤੇ ਕੋਈ ਜਿਹੜਾ ਇਨਸਾਨ ਹੈ ਉਹ ਸ਼ਹੀਦ ਦੀ ਪਦਵੀ ਤੱਕ ਪਹੁੰਚਦਾ ਹੈ। ਗੁਰੂ ਕਿਰਪਾ ਕਰੇ ਜਿਹੜੇ ਸ਼ਹੀਦਾਂ ਨੇ ਪੂਰਨੇ ਪਾਏ ਨੇ ਉਹਨਾਂ ਦੇ ਉੱਤੇ ਕਿਤੇ ਅਸੀਂ ਵੀ ਚੱਲ ਸਕੀਏ, ਗੁਰੂ ਦੀ ਨਜ਼ਰ ਦੇ ਵਿੱਚ ਅਸੀਂ ਵੀ ਕਿਤੇ ਪ੍ਰਵਾਨ ਹੋ ਸਕੀਏ, ਸਾਡਾ ਵੀ ਆਇਆ ਸਫਲਾ ਹੋ ਸਕੇ ਜੀ। ਸ਼ਹੀਦੀ ਗਾਥਾ ਨੂੰ ਬਿਆਨ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।